ਹੈਲੋ ਫਰੈਂਡਸ, ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਗੁਰੀਜ਼ ਲਰਨਿੰਗ ਹੱਬ ਦੇ ਉੱਪਰ। ਜੇਕਰ ਤੁਸੀਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਜਿਸ ਦੇ ਲਈ ਤੁਹਾਨੂੰ ਸਾਡਾ YouTube ਚੈਨਲ ਗੁਰੀਜ਼ ਲਰਨਿੰਗ ਹੱਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੋਵੇਗਾ ਅਤੇ ਸਾਡੇ ਚੈਨਲ ਨੂੰ ਆਪਣੇ ਫਰੈਂਡਸ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ। ਹਾਂਜੀ ਰਾਜੇ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤੁਹਾਡਾ PS ਟੈਟ ਦਾ ਪੇਪਰ 1 ਦਸੰਬਰ 2024 ਨੂੰ ਹੋਣ ਜਾ ਰਿਹਾ ਹੈ, ਜਿਸ ਦੇ ਰਿਲੇਟਡ ਅਸੀਂ ਇੰਗਲਿਸ਼ ਪੈਡਾਗੋਜੀ ਦੀ ਕਲਾਸ ਲੈ ਕੇ ਆਏ ਹਾਂ। ਇਸ ਤੋਂ ਪਹਿਲਾਂ ਇੱਕ ਕਲਾਸ ਇੰਗਲਿਸ਼ ਪੈਡਾਗੋਜੀ ਦੀ ਹੋਰ ਲੱਗ ਚੁੱਕੀ ਹੈ, ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਮਿਲ ਜਾਏਗਾ ਅਤੇ ਆਈ ਬਟਨ ਦੇ ਵਿੱਚ ਵੀ ਮੈਂ ਉਸ ਕਲਾਸ ਦਾ ਲਿੰਕ ਤੁਹਾਨੂੰ ਪ੍ਰੋਵਾਈਡ ਕਰ ਦੇਵਾਂਗੇ। ਹਾਂਜੀ ਰਾਜੇ, ਇਹਨਾਂ ਦੋਨਾਂ ਕਲਾਸਿਸ ਦੇ ਵਿੱਚ ਕੰਪਲੀਟ ਤੁਹਾਡੀ ਇੰਗਲਿਸ਼ ਪੈਡਾਗੋਜੀ ਹੈ ਜਿਹੜੀ ਉਹ ਸਾਰੀ A to Z ਕੰਪਲੀਟ ਹੋ ਜਾਵੇਗੀ। ਇਸ ਤੋਂ ਇਲਾਵਾ ਤੁਹਾਡੇ ਪੇਪਰ ਦੇ ਵਿੱਚ ਹੋਰ ਕੋਈ ਵੀ ਕੁਐਸਚਨ ਨਹੀਂ ਪੁੱਛਿਆ ਜਾ ਸਕਦਾ, ਠੀਕ ਹੈ, ਕਿਉਂਕਿ ਜਿਹੜੇ ਵੀ ਕੁਐਸਚਨ ਬਣੇ ਨੇ, ਜਿੱਥੋਂ ਵੀ ਬਣੇ ਨੇ, ਅਸੀਂ ਸਾਰਾ ਕਵਰ ਅਪ ਕਰਨ ਦੀ ਕੋਸ਼ਿਸ਼ ਪੂਰੀ ਕੀਤੀ ਹੈਗੀ, ਠੀਕ ਹੈ। ਅਤੇ ਹਾਂਜੀ ਰਾਜੇ, ਕਈ ਬੱਚੇ ਪੁੱਛ ਰਹੇ ਸੀਗੇ ਕਿ ਤੁਹਾਡੀ ਕਲਾਸ ਸਿਰਫ PS ਟੈਟ ਪੇਪਰ ਵਾਸਤੇ ਹੁੰਦੀ ਹੈ। ਤਾਂ ਦੇਖੋ ਰਾਜੇ, ਜਿਹੜਾ ਵੀ ਤੁਹਾਡਾ ਕੋਈ ਵੀ C ਟੈਟ ਦਾ ਪੇਪਰ ਹੈ ਜਿਹੜਾ ਦਸੰਬਰ ਦੇ ਵਿੱਚ ਹੈ, ਜਾਂ ਫਿਰ H ਟੈਟ ਦਾ ਪੇਪਰ ਜਿਸ ਦਾ ਹਜੇ ਹੁਣੀ ਨੋਟੀਫਿਕੇਸ਼ਨ ਆਏ ਹੈ, ਜਾਂ ਫਿਰ ਤੁਸੀਂ PS ਟੈਟ ਦਾ ਪੇਪਰ ਦੇਣਾ, ਤਾਂ ਦੇਖੋ ਇਹਨਾਂ ਸਾਰੇ ਟੈਟ ਵਾਸਤੇ ਰਾਜੇ ਜਿਹੜਾ ਤੁਹਾਡਾ ਪੈਡਾਗੋਜੀ ਦਾ ਸਿਲੇਬਸ ਹੈ ਉਹ ਬਿਲਕੁਲ ਸੇਮ ਹੁੰਦਾ। CDP ਦਾ ਸਿਲੇਬਸ ਹੋ ਗਿਆ, ਪੈਡਾਗੋਜੀ ਦਾ ਸਿਲੇਬਸ ਹੋ ਗਿਆ, ਸਾਇੰਸ ਦਾ, ਮੈਥ ਦਾ, ਇੰਗਲਿਸ਼ ਦਾ, ਉਹ ਰਾਜੇ ਸਿਲੇਬਸ ਬਿਲਕੁਲ ਸੇਮ ਹੁੰਦਾ। ਬਟ ਕੀ ਹੈਗਾ, ਥੋੜ੍ਹਾ ਬਹੁਤ ਕੁਐਸਚਨਸ ਦਾ ਫਰਕ ਪੈ ਜਾਂਦਾ ਹੈਗਾ, ਠੀਕ ਹੈ, ਕਿ ਕਈ ਵਾਰੀ ਕਿਸੇ ਦੇ ਵਿੱਚ, ਕਿਸੇ ਐਗਜ਼ਾਮ ਦੇ ਵਿੱਚ ਜਿਹੜਾ ਕੁਐਸਚਨਸ ਹੁੰਦੇ ਨੇ ਉਹ ਈਜ਼ੀ ਲੈਵਲ ਦੇ ਆ ਜਾਂਦੇ ਨੇ, ਕਿਸੇ ਦੇ ਵਿੱਚ ਹਾਈ ਆ ਜਾਂਦੇ ਨੇ, ਠੀਕ ਹੈ, ਬਟ ਸਿਲੇਬਸ ਹੈ ਜਿਹੜਾ ਉਹ ਸੇਮ ਹੀ ਰਹੂਗਾ। ਜਿੱਦਾਂ ਕਿ ਹੁਣ ਜਿਹੜੇ ਅਸੀਂ ਇੰਗਲਿਸ਼ ਪੈਡਾਗੋਜੀ ਦੇ ਵਿੱਚ ਫਸਟ ਕਲਾਸ ਦੇ ਵਿੱਚ ਪ੍ਰਿੰਸੀਪਲਸ ਪੜ੍ਹੇ ਨੇ, ਤਾਂ ਇਹ ਤਾਂ ਨਹੀਂ ਹੈਗਾ ਕਿ C ਟੈਟ ਦੇ ਵਿੱਚ ਉਹ ਪ੍ਰਿੰਸੀਪਲ ਚੇਂਜ ਹੋ ਜਾਣਗੇ ਜਾਂ PS ਟੈਟ ਦੇ ਵਿੱਚ ਹੋਰ ਚੇਂਜ ਹੋ ਜਾਣਗੇ। ਤਾਂ ਉਹ ਪ੍ਰਿੰਸੀਪਲ ਨੇ ਜਿਹੜੇ ਉਹ ਤਾਂ ਬਿਲਕੁਲ ਸੇਮ ਹੀ ਰਹਿਣਗੇ ਲੈਂਗੁਏਜ ਦੇ। ਤਾਂ ਇਹੀ ਹੈ ਰਾਜੇ ਕਿ ਜਿਹੜਾ ਸਿਲੇਬਸ ਹੈਗਾ ਤੁਹਾਡਾ ਉਹ ਬਿਲਕੁਲ ਸੇਮ ਹੈਗਾ, ਜਸਟ ਕੁਐਸਚਨਸ ਦਾ ਫਰਕ ਪੈ ਜਾਂਦਾ ਕਿ ਕੁਐਸਚਨਸ ਦਾ ਜਿਹੜਾ ਲੈਵਲ ਹੈ ਉਹ ਥੋੜ੍ਹਾ ਬਹੁਤ ਉੱਪਰ ਨੀਚੇ ਹੋ ਜਾਂਦਾ ਹੈਗਾ, ਠੀਕ ਹੈ। ਪਰ ਹਾਂ, ਜਿੱਥੋਂ ਵੀ ਤੁਹਾਨੂੰ ਤਿਆਰੀ ਕਰਨ ਨੂੰ ਮਿਲਦੀ ਹੈ, ਕੋਈ ਵੀ ਨੋਟਸ ਤੋਂ, ਕੋਈ ਵੀ PDF ਤੋਂ, ਕੋਈ PYQs ਦੀ ਸੀਰੀਜ਼ ਹੈ, MCQs ਦੀ ਸੀਰੀਜ਼ ਹੈ, ਤੁਸੀਂ ਰਾਜੇ ਉੱਥੋਂ ਆਪਣੀ ਪ੍ਰੈਕਟਿਸ ਕਰਨੀ ਸ਼ੁਰੂ ਕਰੋ। ਤੁਸੀਂ ਆਪਣਾ ਇਹ ਟਾਈਮ ਵੇਸਟ ਨਾ ਕਰੋ ਇੰਨਾ ਸੋਚਣ 'ਤੇ ਕਿ ਇਹ ਕਲਾਸ ਕਿਸ ਦੇ ਵਾਸਤੇ ਹੈ ਜਾਂ ਕਿਵੇਂ ਹੈ, ਹੈ ਨਾ। ਜਦੋਂ ਤੁਹਾਨੂੰ ਪਤਾ ਹੈ ਕਿ ਇੰਗਲਿਸ਼ ਪੈਡਾਗੋਜੀ ਦੀ ਕਲਾਸ ਹੈ ਅਤੇ ਸਾਡੀ ਸਿਲੇਬਸ ਦੇ ਵਿੱਚ ਇੰਗਲਿਸ਼ ਪੈਡਾਗੋਜੀ ਦਾ ਸਬਜੈਕਟ ਹੈਗਾ, ਤਾਂ ਤੁਸੀਂ ਨਾਲ ਦੀ ਨਾਲ ਕਲਾਸ ਲਗਾ ਸਕਦੇ ਹੋ, ਠੀਕ ਹੈ ਰਾਜੇ। ਅਤੇ ਜੇਕਰ ਤੁਹਾਡੇ ਕੋਲ ਟਾਈਮ ਹੈਗਾ, ਤੁਹਾਨੂੰ ਇੱਦਾਂ ਲੱਗ ਰਿਹਾ ਕਿ ਸਾਡੀ ਤਿਆਰੀ ਹੋ ਚੁੱਕੀ ਹੈ, ਅਸੀਂ ਰਿਵੀਜ਼ਨ ਕਰ ਰਹੇ ਹਾਂ, ਹੈ ਨਾ, ਜਾਂ ਫਿਰ ਤੁਸੀਂ ਹਜੇ ਤਿਆਰੀ ਕਰ ਰਹੇ ਹੋ, ਸਟਾਰਟ ਹੀ ਕਰ ਰਹੇ ਹੋ, ਤਾਂ ਤੁਸੀਂ ਇਹ ਨੋਟਸ ਆਪਣੇ ਨਾਲ ਬਣਾ ਸਕਦੇ ਹੋ। ਜੇਕਰ ਤੁਹਾਡੀ ਰਿਵੀਜ਼ਨ ਚੱਲ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ, ਆਪਣਾ ਪੜ੍ਹ ਸਕਦੇ ਹੋ, ਸਿਰਫ ਜਿਹੜੀ ਤੁਹਾਨੂੰ ਇੰਪੋਰਟੈਂਟ ਚੀਜ਼ ਲੱਗਦੀ ਹੈ ਤੁਸੀਂ ਉਹਨੂੰ ਨੋਟ ਕਰ ਸਕਦੇ ਹੋ। ਤਾਂ ਚਲੋ ਟਾਈਮ ਵੇਸਟ ਕੀਤੇ ਬਿਨਾਂ ਅਸੀਂ ਆਪਣੀ ਅੱਜ ਦੀ ਕਲਾਸ ਸਟਾਰਟ ਕਰਦੇ ਹਾਂ। ਫਸਟ ਕਲਾਸ ਦੇ ਵਿੱਚ ਅਸੀਂ ਇਸ ਦੇ ਫਸਟ ਪਾਰਟ ਦੇ ਵਿੱਚ ਰਾਜੇ ਜਿਹੜੇ ਲੈਂਗੁਏਜ ਦੇ ਪੜ੍ਹਿਆ ਸੀ ਕਿ ਲੈਂਗੁਏਜ ਕੀ ਹੁੰਦੀ ਹੈਗੀ, ਠੀਕ ਹੈ, ਲੈਂਗੁਏਜ ਦਾ ਮੀਨਿੰਗ ਪੜ੍ਹਿਆ ਸੀਗਾ ਅਤੇ ਲੈਂਗੁਏਜ ਦੇ ਪ੍ਰਿੰਸੀਪਲਸ ਪੜ੍ਹੇ ਸੀਗੇ, ਸਪੀਕਿੰਗ ਪੜ੍ਹਿਆ ਸੀ, ਸਪੀਕਿੰਗ ਦੀਆਂ ਟਾਈਪਸ ਪੜ੍ਹੀਆਂ ਸੀ, ਲਿਸਨਿੰਗ ਪੜ੍ਹੀ ਸੀ ਅਤੇ ਲਿਸਨਿੰਗ ਦੀਆਂ ਟਾਈਪਸ ਪੜ੍ਹੀਆਂ ਸੀਗੀਆਂ, ਠੀਕ ਹੈ ਰਾਜੇ, ਪਤਾ ਲੱਗ ਗਿਆ। ਤਾਂ ਦੇਖੋ ਅੱਜ ਦੀ ਕਲਾਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਰੋਲ ਆਫ ਲਿਸਨਿੰਗ ਐਂਡ ਸਪੀਕਿੰਗ ਸਕਿੱਲਸ, ਠੀਕ ਹੈ। ਮਤਲਬ ਕੀ ਹੈਗਾ, ਜਿਹੜਾ ਲਿਸਨਿੰਗ ਦਾ ਅਤੇ ਸਪੀਕਿੰਗ ਦਾ, ਇਹਨਾਂ ਦੋਨਾਂ ਦਾ ਸਾਡੀ ਲੈਂਗੁਏਜ ਦੇ ਵਿੱਚ ਕੀ ਰੋਲ ਹੈ। ਤਾਂ ਦੇਖੋ, ਸਭ ਤੋਂ ਪਹਿਲਾਂ ਲਿਸਨਿੰਗ ਸਕਿੱਲ ਦਾ ਦੇਖਦੇ ਹਾਂ। ਅੰਡਰਸਟੈਂਡ ਕੰਸੈਪਟ, ਕਹਿੰਦੇ ਜਿਹੜੀ ਸਾਡੀ ਲਿਸਨਿੰਗ ਸਕਿੱਲ ਹੁੰਦੀ ਹੈ, ਸਾਡੇ ਅੰਦਰ ਸੁਣਨ ਦੀ ਸ਼ਕਤੀ ਹੁੰਦੀ ਹੈ, ਠੀਕ ਹੈ, ਪਾਵਰ ਹੁੰਦੀ ਹੈ, ਸਾਡੇ ਅੰਦਰ ਸਕਿੱਲ ਹੈਗੀ ਕਿ ਅਸੀਂ ਸੁਣ ਸਕਦੇ ਹਾਂ। ਇਸ ਦਾ ਸਾਨੂੰ ਕੀ ਬੈਨੀਫਿਟ ਹੈ ਜਾਂ ਇਸ ਦਾ ਸਾਡੀ ਲੈਂਗੁਏਜ ਦੇ ਵਿੱਚ, ਸਾਡੀ ਲਾਈਫ ਦੇ ਵਿੱਚ ਕੀ ਰੋਲ ਹੈ। ਅੰਡਰਸਟੈਂਡ ਕਰ ਸਕਦੇ ਹਾਂ ਅਸੀਂ ਕਿਸੇ ਵੀ ਕੰਸੈਪਟ ਨੂੰ, ਫੈਕਟ ਨੂੰ, ਆਈਡੀਆਜ਼ ਨੂੰ, ਫੀਲਿੰਗਸ ਨੂੰ, ਠੀਕ ਹੈ ਰਾਜੇ। ਤਾਂ ਦੇਖੋ, ਹੁਣ ਜਦੋਂ ਕੋਈ ਪਰਸਨ ਤੁਹਾਡੇ ਆ ਕੇ ਸਾਹਮਣੇ ਤੁਹਾਨੂੰ ਕੋਈ ਵੀ ਗੱਲ ਸੁਣਾਉਂਦਾ ਹੈਗਾ, ਕੋਈ ਆਪਣੇ ਦਿਲ ਦੀ ਗੱਲ ਦੱਸਦਾ ਹੈ, ਤਾਂ ਜਦੋਂ ਉਹ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸਦਾ, ਮੰਨ ਲਓ ਤੁਹਾਡੇ ਨਾਲ ਆਪਣਾ ਦੁੱਖ ਜਿਹੜਾ ਕੀ ਹੈਗਾ ਸ਼ੇਅਰ ਕਰ ਰਿਹਾ, ਤਾਂ ਉਹਦੀਆਂ ਫੀਲਿੰਗਸ ਨੇਗੀਆਂ, ਠੀਕ ਹੈ, ਉਸ ਨੂੰ ਤੁਸੀਂ ਕੀ ਕਰ ਸਕਦੇ ਹੋ, ਅੰਡਰਸਟੈਂਡ ਕਰ ਸਕਦੇ ਹੋ। ਤੁਹਾਨੂੰ ਪਤਾ ਲੱਗ ਸਕਦਾ ਸੁਣ ਕੇ ਕਿ ਇਹ ਜਿਹੜਾ ਮੇਰੇ ਸਾਹਮਣੇ ਮੇਰਾ ਫਰੈਂਡ ਹੈਗਾ, ਇਹ ਮੈਨੂੰ ਆਪਣੇ ਕੋਈ ਗੱਲ ਦੱਸ ਰਿਹਾ ਹੈਗਾ, ਠੀਕ ਹੈ, ਤਾਂ ਇਹ ਕਿਸ ਲਹਿਜੇ ਨਾਲ ਦੱਸ ਰਿਹਾ, ਕਿ ਇਹ ਖੁਸ਼ ਹੈਗਾ ਜਾਂ ਉਦਾਸ ਹੈਗਾ ਜਾਂ ਪਰੇਸ਼ਾਨ ਹੈਗਾ ਜਾਂ ਫਿਰ ਕਿਸ ਤਰੀਕੇ ਨਾਲ ਦੱਸ ਰਿਹਾ, ਠੀਕ ਹੈ। ਤੁਸੀਂ ਉਹਨੂੰ ਕੀ ਕਰ ਸਕਦੇ ਹੋ, ਉਹਦੇ ਆਈਡੀਆ ਨੂੰ, ਠੀਕ ਹੈ, ਉਹਦਾ ਦੱਸਣ ਦਾ ਤਰੀਕਾ ਜਾਂ ਉਹਦੀਆਂ ਦੱਸਣ ਦੀਆਂ ਫੀਲਿੰਗ, ਭਾਵਨਾ ਕਹੀ ਜਿਹੀ ਹੈ, ਫੈਕਟ ਕੀ ਕੰਸੈਪਟ ਹੈਗਾ, ਠੀਕ ਹੈ, ਉਹਨੂੰ ਕੀ ਰਾਜੇ ਕੀ ਕਰ ਸਕਦੇ ਹੋ, ਅੰਡਰਸਟੈਂਡ ਕਰ ਸਕਦੇ ਹੋ ਸੁਣ ਕੇ।
ਪਤਾ ਲੱਗ ਗਿਆ ਰਾਜੇ। ਹੁਣ ਸੈਕਿੰਡ ਹੈਗਾ ਫੋਕਸ ਔਨ ਐਂਡ ਟੂ ਟਰਾਈ ਟੂ ਕੰਪਰੀਹੈਂਡ ਦੀ ਸਪੀਕਰਸ ਮੀਨਿੰਗ ਆ। ਮਤਲਬ ਤੁਸੀਂ ਕੀ ਕਰ ਸਕਦੇ ਹੋ, ਫੋਕਸ ਕਰ ਸਕਦੇ ਹੋ ਜਾਂ ਟਰਾਈ ਕਰ ਸਕਦੇ ਹੋ ਕੰਪਰੀਹੈਂਡ ਕਰਨ ਵਾਸਤੇ ਜਿਹੜੇ ਸਪੀਕਰ ਦੀ ਮੀਨਿੰਗ ਵਾਸਤੇ, ਠੀਕ ਹੈ। ਮਤਲਬ ਜਿਹੜਾ ਤੁਹਾਡੇ ਸਾਹਮਣੇ ਤੁਹਾਡਾ ਕੋਈ ਫਰੈਂਡ ਹੈ, ਆਪਣੇ ਦਿਲ ਦੀ ਗੱਲ ਤੁਹਾਨੂੰ ਦੱਸ ਰਿਹਾ ਹੈਗਾ, ਤਾਂ ਉਹ ਜਿਹੜਾ ਹੁਣ ਬੋਲ ਰਿਹਾ ਹੈਗਾ ਉਹ ਕੀ ਹੋ ਗਿਆ ਰਾਜੇ, ਸਪੀਕਰ ਹੋ ਗਿਆ। ਉਹਦੇ ਮੀਨਿੰਗ ਨੂੰ, ਠੀਕ ਹੈ, ਮਤਲਬ ਉਹ ਕਹਿਣਾ ਕੀ ਚਾਹੁੰਦਾ ਹੈਗਾ, ਕੀ ਉਹਦੇ ਅਰਥ ਨੇ ਕਹਿਣ ਦੇ, ਤੁਸੀਂ ਉਹਨੂੰ ਕੀ ਕਰ ਸਕਦੇ ਹੋਗੇ ਰਾਜੇ, ਅੰਡਰਸਟੈਂਡ ਕਰ ਸਕਦੇ ਹੋ। ਜਿਵੇਂ ਹੁਣ ਮੈਂ ਤੁਹਾਨੂੰ ਦੇਖੋ ਪੜ੍ਹਾ ਰਹੀ ਹਾਂ, ਮੈਂ ਬੋਲ ਰਹੀ ਹਾਂ, ਤਾਂ ਮੈਂ ਕੀ ਹੋਗੀ ਤੁਹਾਡੇ ਵਾਸਤੇ, ਸਪੀਕਰ ਹੋਗੀ। ਤੁਸੀਂ ਕੀ ਹੋ, ਸੁਣ ਰਹੇ ਹੋ, ਤੁਸੀਂ ਕੀ ਹੋ ਰਾਜੇ, ਲਿਸਨਰ ਹੋਗੇ। ਤਾਂ ਤੁਸੀਂ ਜਿਹੜਾ ਕੁਝ ਮੈਂ ਬੋਲ ਰਹੀ ਹਾਂ ਉਹਨੂੰ ਆਪਣੇ ਦਿਮਾਗ ਦੇ ਵਿੱਚ ਅੰਡਰਸਟੈਂਡ ਕਰ ਰਹੇ ਹੋਗੇ, ਠੀਕ ਹੈ। ਮੇਰੇ ਮੀਨਿੰਗ ਨੂੰ, ਮੇਰੇ ਅਰਥਾਂ ਨੂੰ ਕੀ ਕਰ ਰਹੇ ਹੋ, ਸਮਝ ਰਹੇ ਹੋ, ਅੰਡਰਸਟੈਂਡ ਕਰ ਰਹੇ ਹੋ, ਉਹਦੇ 'ਤੇ ਫੋਕਸ ਕਰ ਰਹੇ ਹੋ ਜਾਂ ਟਰਾਈ ਕਰ ਰਹੇ ਹੋ ਉਹਨੂੰ ਕੰਪਰੀਹੈਂਡ ਕਰਨ ਦੀ। ਪਤਾ ਲੱਗ ਗਿਆ ਰਾਜੇ। ਤਾਂ ਦੇਖੋ ਥਰਡ ਦੇ ਵਿੱਚ ਕੀ ਕਿਹਾ ਹੈਗਾ, ਅੰਡਰਸਟੈਂਡ ਕਰਦੇ ਹਾਂ ਕਰੈਕਟ ਪ੍ਰੋਨਾਂਸੀਏਸ਼ਨ ਆਫ ਵਰਡਸ, ਠੀਕ ਹੈ। ਜਿਵੇਂ ਹੁਣ ਦੇਖੋ ਇੱਕ ਮੈਂ ਤੁਹਾਡੇ ਸਾਹਮਣੇ ਸਪੀਕਰ ਆ, ਮੈਂ ਤੁਹਾਨੂੰ ਬੋਲ ਰਹੀ ਹਾਂ, ਤਾਂ ਤੁਸੀਂ ਕੀ ਹੋ, ਸੁਣ ਰਹੇ ਹੋ। ਹੁਣ ਜਿਹੜਾ ਵੀ ਮੈਂ ਵਰਡ ਬੋਲੂੰਗੀ, ਮੰਨ ਲਓ ਮੈਂ ਬੋਲਿਆ ਅੰਡਰਸਟੈਂਡ ਦਾ ਕਰੈਕਟ ਪ੍ਰੋਨਾਂਸੀਏਸ਼ਨ, ਤਾਂ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਨਾਲ ਕੀ ਕਰ ਰਹੇ ਹੋ, ਸੁਣ ਰਹੇ ਹੋ। ਤੁਹਾਨੂੰ ਵਰਡਸ ਦੀ, ਅੱਖਰਾਂ ਦੀ, ਸ਼ਬਦਾਂ ਦੀ ਪ੍ਰੋਨਾਂਸੀਏਸ਼ਨ, ਮਤਲਬ ਉਹਨਾਂ ਨੂੰ ਕਿਵੇਂ ਬੋਲਣਾ, ਉਹਨਾਂ ਨੂੰ ਕਿਵੇਂ, ਕਿਹੜੀ ਆਵਾਜ਼ ਦੇ ਨਾਲ ਬੋਲਣਾ, ਉਹਨਾਂ ਦਾ ਸਾਊਂਡ ਸਹੀ ਕੀ ਹੈਗਾ, ਉਹਨੂੰ ਰਾਜੇ ਤੁਸੀਂ ਕੀ ਕਰਦੇ ਹੋ, ਸਮਝਦੇ ਹੋ। ਮੰਨ ਲਓ ਜਿਵੇਂ ਕਿ ਹੁਣ ਛੋਟੀ ਕਲਾਸ ਦਾ ਇੱਕ ਬੱਚਾ ਹੈਗਾ, ਠੀਕ ਹੈ, ਮੈਂ ਉਹਦੇ ਸਾਹਮਣੇ ਇਹ ਲਿਖਤਾ ਐਪਲ, ਠੀਕ ਹੈ। ਹੁਣ ਉਹਦੇ ਵਾਸਤੇ ਕੀ ਹੈਗਾ, ਛੋਟੀ ਕਲਾਸ ਦਾ ਬੱਚਾ, ਤੇ ਇਹ ਸਾਰੇ ਕੀ ਨੇ, ਲੈਟਰ ਨੇ। ਏ ਹੈਗੀ, ਇਹ ਪੀ ਹੈ, ਐਲ ਤੇ ਈ, ਇਹ ਲੈਟਰ ਨੇ, ਉਹਦੇ ਵਾਸਤੇ ਅੱਖਰ ਨੇਗੇ, ਠੀਕ ਹੈ। ਪਰ ਜਦੋਂ ਮੈਂ ਉਹਨੂੰ ਦੱਸਤਾ ਕਿ ਬੱਚੇ ਇਹ ਅਸੀਂ ਵਰਡ ਨੂੰ, ਇਹ ਸ਼ਬਦ ਨੂੰ ਅਸੀਂ ਕੀ ਕਹਿੰਦੇ ਆ, ਐਪਲ ਕਹਿੰਦੇ ਆ, ਐਪਲ, ਤਾਂ ਉਹਨੇ ਮੇਰੀ ਸਾਊਂਡ ਸੁਣੀ, ਠੀਕ ਹੈ, ਮੈਨੂੰ ਸਮਝਿਆ, ਮੈਨੂੰ ਅੰਡਰਸਟੈਂਡ ਕੀਤਾ, ਤਾਂ ਉਹ ਚੀਜ਼ ਨੂੰ ਇਹ ਕੀ ਕਰ ਲੂਗਾ, ਉਹ ਕਨਸੈਪਟ ਨੂੰ ਕੀ ਕਰ ਲਓ, ਪ੍ਰੋਨਾਂਸੀਏਸ਼ਨ ਨੂੰ, ਇਸ ਵਰਡ ਦੀ ਪ੍ਰੋਨਾਂਸੀਏਸ਼ਨ ਨੂੰ ਕੀ ਕਰ ਲੂਗਾ, ਅੰਡਰਸਟੈਂਡ ਕਰ ਲੂਗਾ, ਤੇ ਇਹਨੂੰ ਯੂਜ਼ ਕਰਨ ਲੱਗ ਜੂਗਾ। ਉਸ ਤੋਂ ਬਾਅਦ ਇਨ ਫਿਊਚਰ ਜੇ ਕਦੇ ਉਹਨੇ ਇਹ ਵਰਡ ਕਿਤੇ ਵੀ ਲਿਖਿਆ ਹੋਇਆ ਸੁਣਿਆ, ਤਾਂ ਉਹ ਇਹਨੂੰ ਕੀ ਕਰ ਲੂਗਾ, ਸਮਝ ਲੂਗਾ। ਤਾਂ ਪਤਾ ਲੱਗ ਗਿਆ ਰਾਜੇ, ਲਿਸਨਿੰਗ ਹੈਗੀ ਜਿਹੜੀ ਉਹ ਬਹੁਤ ਜ਼ਿਆਦਾ ਜ਼ਰੂਰੀ ਹੈਗੀ। ਅਸੀਂ ਕਿਸੇ ਦੀ ਫੀਲਿੰਗ, ਆਈਡੀਆ, ਫੈਕਟ, ਕਨਸੈਪਟ ਨੂੰ ਅੰਡਰਸਟੈਂਡ ਕਰਦੇ ਹਾਂ, ਫੋਕਸ ਕਰਦੇ ਹਾਂ। ਸਪੀਕਰ ਜਿਹੜਾ ਬੋਲ ਰਿਹਾ ਉਹਦੇ ਮੀਨਿੰਗ ਦੇ, ਉਹਦੇ ਅਰਥਾਂ ਦੇ ਉੱਪਰ ਅਸੀਂ ਫੋਕਸ ਕਰਦੇ ਹਾਂਗੇ, ਠੀਕ ਹੈ। ਤੇ ਵਰਡ ਦੀ, ਸ਼ਬਦਾਂ ਦੀ ਪ੍ਰੋਨਾਂਸੀਏਸ਼ਨ ਹੈ ਜਿਹੜੀ, ਉਹਨੂੰ ਕੀ ਕਰਦੇ ਹਾਂ, ਅੰਡਰਸਟੈਂਡ ਕਰਦੇ ਹਾਂ। ਸਮਝ ਗਏ ਰਾਜੇ ਤੁਸੀਂ। ਤਾਂ ਦੇਖੋ ਅੱਗੇ ਕੀ ਹੈ, ਹੁਣ ਸਪੀਕਿੰਗ ਸਕਿੱਲ, ਸਪੀਕਿੰਗ ਸਕਿੱਲ ਦਾ ਸਾਡੇ ਲਾਈਫ ਦੇ ਵਿੱਚ, ਸਾਡੇ ਜੀਵਨ ਦੇ ਵਿੱਚ, ਸਾਡੀ ਲੈਂਗੁਏਜ ਦੇ ਵਿੱਚ ਕੀ ਰੋਲ ਹੈ। ਡਿਵੈਲਪ ਐਂਡ ਐਨਹਾਂਸ ਦਾ ਵੋਕੈਬਲਰੀ, ਆਪਾਂ ਨੂੰ ਪਤਾ ਵੀ ਜਦੋਂ ਅਸੀਂ ਸਪੀਕ ਕਰਦੇ ਹਾਂ, ਜਦੋਂ ਅਸੀਂ ਬੋਲਦੇ ਹਾਂ, ਤਾਂ ਸਾਡੇ ਅੰਦਰ ਡਿਵੈਲਪ ਹੁੰਦੀ ਹੈ, ਐਨਹਾਂਸ ਮਤਲਬ ਵੱਧਦੀ ਹੈ ਸਾਡੀ ਵੋਕੈਬਲਰੀ, ਠੀਕ ਹੈ। ਤਾਂ ਜਿਵੇਂ ਜਿਵੇਂ ਦੇਖੋ ਅਸੀਂ ਸ਼ਬਦਾਂ ਨੂੰ ਬੋਲਦੇ ਹਾਂ, ਹੁਣ ਛੋਟਾ ਬੱਚਾ, ਜਦੋਂ ਛੋਟਾ ਜਿਹਾ ਬੱਚਾ ਹੁੰਦਾ ਹੈਗਾ ਹੈ ਨਾ, 1-2 ਸਾਲ ਦਾ ਹੁੰਦਾ, ਉਹ ਜਿਵੇਂ ਨੀਅਰ ਅਬਾਊਟ 272 ਤੱਕ ਸ਼ਬਦ ਹੈ ਜਿਹੜੇ ਉਹ ਯਾਦ ਕਰ ਸਕਦਾ ਅਤੇ ਬੋਲ ਸਕਦਾ। ਪਰ ਜਿਵੇਂ ਜਿਵੇਂ ਵੱਡੇ ਹੋ ਜਾਂਦੇ ਆ, ਸਾਡੀ ਵੋਕੈਬਲਰੀ ਹੈ ਜਿਹੜੀ, ਹੈ ਨਾ, ਸਾਡਾ ਕੀ ਹੁੰਦੀ ਰਹਿੰਦੀ ਹੈ, ਜਦੇ ਰਾਜੇ ਵੱਧਦੀ ਰਹਿੰਦੀ ਹੈ। ਹੁਣ ਦੇਖੋ ਛੋਟੇ ਜਿਹੇ ਬੱਚੇ ਨੂੰ 1-2 ਵਰਡ ਯਾਦ ਹੁੰਦੇ ਨੇ, ਪਰ ਹੁਣ ਤੁਸੀਂ ਐਂ ਦੇਖੋ ਵੀ ਤੁਸੀਂ ਜੇਕਰ ਯਾਦ ਕਰਨ ਬਹਿ ਜਾਓ, ਲਿਖਣ ਬਹਿ ਜਾਓ, ਕਿ ਤੁਹਾਨੂੰ ਕਿੰਨੇ ਸ਼ਬਦ ਆਉਂਦੇ ਨੇ, ਤਾਂ ਤੁਸੀਂ ਦੇਖੋ ਉਹਨਾਂ ਦੀ ਗਿਣਤੀ ਹੀ ਨਹੀਂ ਕਰ ਸਕਦੇ। ਸਾਨੂੰ ਕਿੰਨੇ ਜ਼ਿਆਦਾ ਸ਼ਬਦ ਨੇ ਜਿਹੜੇ, ਵੱਡੇ ਤੋਂ ਵੱਡੇ, ਛੋਟੇ ਤੋਂ ਛੋਟੇ। ਸਾਡੀ ਵੋਕੈਬਲਰੀ ਹੈ ਜਿਹੜੀ ਏਜ ਦੇ ਅਕੋਰਡਿੰਗ ਰਾਜੇ ਕੀ ਹੁੰਦੀ ਹੈ, ਵੱਧਦੀ ਹੈ। ਉਹ ਕਿਵੇਂ ਵੱਧਦੀ ਹੈਗੀ, ਬੋਲ ਕੇ। ਕਿਉਂਕਿ ਜਦੋਂ ਤੁਹਾਡੇ ਸਾਹਮਣੇ ਕੋਈ ਛੋਟਾ ਸ਼ਬਦ ਹੈਗਾ, ਹੈ ਨਾ, ਮੰਨ ਲਓ ਛੋਟਾ ਬੱਚਾ 1 ਸਾਲ ਦਾ, ਅਸੀਂ ਉਹਨੂੰ ਕਹਿੰਦੇ ਹਾਂ ਵੀ ਯੂਨੀਵਰਸਿਟੀ ਬੋਲੋ, ਤਾਂ ਯੂਨੀਵਰਸਿਟੀ ਵਰਡ ਬੋਲਿਆ ਨਹੀਂ ਜਾਂਦਾ, ਪਰ ਅਸੀਂ ਈਜ਼ੀਲੀ ਬੋਲ ਲੈਂਦੇ ਹਾਂ। ਮਤਲਬ ਕੀ ਹੈ ਵੀ ਉਹ ਸਾਡੀ ਵੋਕੈਬਲਰੀ ਦੇ ਵਿੱਚ ਐਡ ਹੋ ਗਿਆ ਸੀਗਾ, ਕਿਉਂਕਿ ਅਸੀਂ ਬੋਲਿਆ ਸੀ, ਉਹਨੂੰ ਸਪੀਕ ਕੀਤਾ ਸੀ, ਜਿਸ ਦੇ ਨਾਲ ਸਾਡੀ ਵੋਕੈਬਲਰੀ ਹੈ ਕੀ ਹੈ ਰਾਜੇ, ਵੱਧਦੀ ਰਹਿੰਦੀ ਹੈ। ਅਸੀਂ ਐਕਸਪ੍ਰੈਸ ਕਰ ਸਕਦੇ ਹਾਂ ਆਪਣੀ ਫੀਲਿੰਗਸ ਨੂੰ, ਆਪਣੇ ਵਿਊਜ਼ ਨੂੰ, ਠੀਕ ਹੈ। ਹੁਣ ਆਪਣੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ, ਆਪਾਂ ਪਰੇਸ਼ਾਨ ਆ, ਤਾਂ ਆਪਾਂ ਨੂੰ ਬੋਲ ਕੇ ਕਿਸੇ ਦੇ ਸਾਹਮਣੇ ਐਕਸਪ੍ਰੈਸ ਕਰ ਸਕਦੇ ਹਾਂ, ਦਿਖਾ ਸਕਦੇ ਹਾਂ, ਠੀਕ ਹੈ, ਆਪਣੇ ਵਿਊਜ਼ ਨੂੰ, ਆਪਣਾ ਤਰੀਕੇ ਨੂੰ। ਗੈਟ ਫਲੂਐਂਸੀ ਐਂਡ ਦਾ ਪ੍ਰੋਫੀਸ਼ੀਐਂਸੀ ਇਨ ਲੈਂਗੁਏਜ, ਮਤਲਬ ਹੁਣ ਜਿਵੇਂ ਸਪੀਕਿੰਗ ਹੈਗੀ, ਜੇਕਰ ਤੁਸੀਂ ਸਪੀਕਿੰਗ, ਇੰਗਲਿਸ਼ ਸਪੀਕਿੰਗ ਹੈ ਮੰਨ ਲਓ, ਹੈ ਨਾ, ਇੰਗਲਿਸ਼ ਨੂੰ ਤੁਸੀਂ ਵਧੀਆ ਤਰੀਕੇ ਨਾਲ ਫਲੂਐਂਸੀ ਲੈ ਕੇ ਆਉਣੀ ਹੈ, ਇਹਦੇ 'ਚ ਪ੍ਰੋਫੀਸ਼ੈਂਸੀ ਲੈ ਕੇ ਆਉਣੀ ਹੈ, ਵਧੀਆ ਤਰੀਕੇ ਨਾਲ ਬੋਲਣਾ, ਵਧੀਆ ਇਹਦੇ 'ਤੇ ਪਕੜ ਲੈ ਕੇ ਆਉਣੀ ਹੈ ਕਿ ਮੈਂ ਇੰਗਲਿਸ਼ ਨੂੰ ਵਧੀਆ ਤਰੀਕੇ ਨਾਲ ਬੋਲਾਂ, ਹੈ ਨਾ, ਫਲੂਐਂਟਲੀ ਬੋਲਾਂ। ਤਾਂ ਰਾਜੇ ਤੁਹਾਨੂੰ ਕੀ ਕਰਨਾ ਪਊਗਾ, ਉਹ ਲੈਂਗੁਏਜ ਨੂੰ ਸਪੀਕ ਕਰਨਾ ਪਊਗਾ। ਸਪੀਕਿੰਗ ਦੇ ਨਾਲ ਸਾਡੀ ਕਿਸੇ ਵੀ ਲੈਂਗੁਏਜ ਦੇ ਵਿੱਚ ਫਲੂਐਂਸੀ, ਪ੍ਰੋਫੀਐਂਸੀ ਕੀ ਹੁੰਦੀ ਹੈ, ਪ੍ਰੋਫੀਸ਼ੈਂਸੀ ਹੈ ਜਿਹੜੀ ਲੈਂਗੁਏਜ ਦੇ ਵਿੱਚ ਉਹ ਵੱਧਦੀ ਹੈਗੀ। ਪਰ ਲਿਸਨਿੰਗ ਦੇ ਨਾਲ ਅਸੀਂ ਕਿਸੇ ਆਈਡੀਆਜ਼ ਨੂੰ, ਕਨਸੈਪਟ ਨੂੰ ਕੀ ਕਰ ਸਕਦੇ ਹਾਂ, ਅੰਡਰਸਟੈਂਡ ਕਰ ਸਕਦੇ ਹਾਂ। ਸਮਝ ਗਏ ਰਾਜੇ। ਨੈਕਸਟ ਹੈਗਾ ਦੇਖੋ ਟਾਈਪਸ ਆਫ ਗ੍ਰਾਮਰ ਦਾ ਜਿਹੜਾ ਚੈਪਟਰ ਹੈ। ਗ੍ਰਾਮਰ ਕੀ ਹੁੰਦੀ ਹੈ, ਗ੍ਰਾਮਰ ਇਜ਼ ਅ ਸਿਸਟਮ ਆਫ ਲੈਂਗੁਏਜ, ਇਟ ਪ੍ਰੋਵਾਈਡ ਅ ਪ੍ਰੋਪਰ ਆਰਡਰ ਔਰ ਸੀਕੁਐਂਸ ਟੂ ਸੈਂਟੈਂਸ ਫॉर ਬੈਟਰ ਰਿਪਰੈਜ਼ੈਂਟੇਸ਼ਨ। ਹਾਂਜੀ, ਤਾਂ ਗ੍ਰਾਮਰ ਕੀ ਹੈ ਕਿ ਗ੍ਰਾਮਰ ਕੀ ਹੈ, ਇੱਕ ਸਿਸਟਮ ਆਫ ਲੈਂਗੁਏਜ ਆ, ਠੀਕ ਹੈ। ਭਾਸ਼ਾ ਦਾ ਕੀ ਹੈ, ਇੱਕ ਸਿਸਟਮ ਹੈ, ਭਾਸ਼ਾ ਦਾ ਇੱਕ ਲੈਂਗੁਏਜ ਹੈ। ਇਹ ਸਾਨੂੰ ਕੀ ਪ੍ਰੋਵਾਈਡ ਕਰਦੀ ਹੈ, ਇਹ ਦਿੰਦੀ ਹੈ ਸਾਨੂੰ ਪ੍ਰੋਪਰ ਆਰਡਰ। ਤਾਂ ਦੇਖੋ ਹੁਣ ਜਿਹੜੇ ਵੀ ਸ਼ਬਦ ਨੇ, ਜਿਵੇਂ ਹੁਣ ਮੰਨ ਲਓ ਇਹ ਕਹਿਣਾ ਕਿ ਮੇਰਾ ਨਾਮ ਰਾਮ ਹੈ,
ठीक है। हुण ये सारी जिहड़ी लाइन है ये प्रॉपर एक ऑर्डर दे विच है, ठीक है। जिवें हुण आपां कह दईए सबजैक्ट पहलां पिਆ है, फिर उस तो बाद वर्ब पई है, फिर की है ऑब्जैक्ट पिਆ है, तां ये एक ऑर्डर है। ये सानूं ऑर्डर किहने प्रोवाइड कीता हैगा? ग्रामर ने कीता है, एक सीकुएंस दे विच। ਤਾਂ ਦੇਖੋ ਹੁਣ ਪੰਜਾਬੀ ਦੇ ਵਿੱਚ ਆਪਾਂ ਇੱਦਾਂ ਨਹੀਂ ਬੋਲਦੇ ਹੈਗੇ ਰਾਮ ਨਾਮ ਮੇਰਾ ਹੈ। ਜੇਕਰ ਤੁਸੀਂ ਕਦੇ ਇਹ ਲਿਖਤਾ ਜਾਂ ਤੁਸੀਂ ਕਿਤੇ ਲਿਖਿਆ ਹੋਇਆ ਪੜ੍ਹਿਆ ਜਾਂ ਕਿਸੇ ਨੇ ਤੁਹਾਨੂੰ ਬੋਲਿਆ ਹੈ ਨਾ, ਤਾਂ ਤੁਸੀਂ ਉਹਨੂੰ ਆਟੋਮੈਟਿਕਲੀ ਕਹਿ ਦੋਗੇ ਤੂੰ ਕੋਈ ਗਲਤ ਬੋਲ ਰਿਹਾ। ਤਾਂ ਆਪਾਂ ਉਹਨੂੰ ਟੋਕ ਦਾਂਗੇ, ਬੱਚਾ ਚਾਹੇ ਆਪਣਾ ਫਰੈਂਡ ਆਪਾਂ ਉਹਨੂੰ ਕਹਾਂਗੇ ਕਿ ਤੂੰ ਗਲਤ ਬੋਲ ਰਿਹਾ ਹੈ ਨਾ। ਰਾਮ ਨਾਮ ਮੇਰਾ ਹੈ ਇੱਦਾਂ ਨਹੀਂ ਆਉਣਾ, ਇੱਦਾਂ ਆਊਗਾ ਮੇਰਾ ਨਾਮ ਰਾਮ ਹੈ, ਇੱਦਾਂ ਆਊਗਾ ਹੈ ਨਾ, ਮੇਰਾ ਨਾਮ ਰਾਮ ਹੈ, ਇੱਦਾਂ ਆਊਗਾ। ਤਾਂ ਮਤਲਬ ਕੀ ਹੈ ਵੀ ਉਹ ਕੀ ਸੀਗਾ, ਇੱਕ ਸੀਕੁਐਂਸ ਹੈ ਹਰ ਇੱਕ ਵਰਡ ਦਾ, ਹਰ ਇੱਕ ਸ਼ਬਦ ਦਾ, ਇੱਕ ਲੈਟਰ ਦਾ ਸੈਂਟੈਂਸ ਦੇ ਵਿੱਚ, ਠੀਕ ਹੈ। ਬੈਟਰ ਰਿਪਰਜੈਂਟੇਸ਼ਨ ਵਾਸਤੇ ਹੁਣ ਉਹ ਰਿਪਰਜੈਂਟ ਵਧੀਆ ਕਰ ਸਕਦਾ ਨਾ। ਜਿਵੇਂ ਹੁਣ ਮਾਈ ਨੇਮ ਇਜ਼ ਰਾਮ, ਇੱਕ ਪਰਸਨ ਬੋਲ ਰਿਹਾ ਹੈ ਨਾ, ਤਾਂ ਹੁਣ ਦੂਸਰਾ ਬੋਲਿਆ ਰਾਮ ਨੇਮ ਇਜ਼ ਮਾਈ, ਇਹ ਤਾਂ ਗਲਤ ਹੋ ਗਿਆ। ਤਾਂ ਮਤਲਬ ਕੀ ਹੈ ਵੀ ਇੱਕ ਸੀਕੁਐਂਸ, ਇੱਕ ਤਰੀਕਾ ਸਹੀ, ਇੱਕ ਲਹਿਜ਼ਾ, ਇੱਕ ਆਰਡਰ, ਠੀਕ ਹੈ। ਤਾਂ ਕੀ ਹੈਗਾ ਇਹ ਇੱਕ ਸਾਨੂੰ ਸ਼ਬਦਾਂ ਦਾ, ਜਿਹੜੇ ਸਾਡੇ ਸੈਂਟੈਂਸ ਦੇ ਵਿੱਚ ਸਾਡੇ ਲੈਟਰ ਨੇ, ਸਾਡੇ ਸ਼ਬਦ ਨੇ, ਉਹਨਾਂ ਨੂੰ ਇੱਕ ਆਰਡਰ ਦੇ ਵਿੱਚ, ਇੱਕ ਸੀਕੁਐਂਸ ਦੇ ਵਿੱਚ ਰੱਖਿਆ ਗਿਆ ਗਾ। ਇਹ ਸਾਨੂੰ ਪ੍ਰੋਵਾਈਡ ਕਿਹਨੇ ਕੀਤਾ ਹੈ? ਗ੍ਰਾਮਰ ਨੇ ਕੀਤਾ ਹੈ। ਪਤਾ ਲੱਗ ਗਿਆ ਰਾਜੇ? ਤਾਂ ਦੇਖੋ ਇਫ ਲੈਂਗੁਏਜ ਇਜ਼ ਅ ਵਹੀਕਲ ਆਫ ਏਅਰ ਥੋਟਸ ਐਂਡ ਫੀਲਿੰਗਸ, ਕਹਿੰਦੇ ਜੇਕਰ ਇੱਕ ਭਾਸ਼ਾ ਇਹ ਕੀ ਹੈ ਸਾਡਾ ਵਹੀਕਲ ਹੈ, ਇੱਕ ਇੱਦਾਂ ਦਾ ਸਾਧਨ ਹੈਗਾ, ਠੀਕ ਹੈ, ਜਿਹੜਾ ਸਾਡੇ ਥੋਟ ਨੂੰ, ਸਾਡੇ ਵਿਚਾਰਾਂ ਨੂੰ, ਸਾਡੇ ਫੀਲਿੰਗਸ ਨੂੰ, ਠੀਕ ਹੈ। ਦੈਨ ਗ੍ਰਾਮਰ ਕੀ ਹੈਗਾ? ਇੱਕ ਆ ਮਸ਼ੀਨ ਬਾਈ ਵਿਚ ਦੈਟ ਵਹੀਕਲ ਇਜ਼ ਮੂਵਿੰਗ। ਤਾਂ ਮਤਲਬ ਕਹਿੰਦੇ ਹੁਣ ਦੇਖੋ ਕੀ ਹੈ, ਇੱਕ ਪਰਸਨ ਇਹ ਹੈਗਾ, ਇੱਕ ਪਰਸਨ ਇਹ ਹੈ ਨਾ। ਹੁਣ ਇਹ ਪਰਸਨ ਨੇ ਆਪਣੇ ਮਨ ਦੇ ਜਿਹੜੇ ਵਿਚਾਰ ਨੇ ਇਹ ਪਰਸਨ ਤੱਕ ਲੈ ਕੇ ਜਾਣਗੇ। ਹੁਣ ਉਹ ਇੱਕ ਰਸਤਾ ਹੋਊਗਾ ਜਿਸ ਦੇ ਥਰੂ, ਦੇਖੋ ਏਅਰਸ ਦੇ ਥਰੂ ਆਪਾਂ ਪੜ੍ਹਦੇ ਹਾਂ ਸਾਊਂਡ, ਹੈ ਨਾ, ਜਦੋਂ ਆਪਾਂ ਮੂੰਹ ਦੇ ਵਿੱਚੋਂ ਆਵਾਜ਼ ਕੱਢਦੇ ਆਂਗੇ ਉਹਦੇ ਨਾਲ ਜਿਹੜੇ ਸਾਡੇ ਏਅਰ ਦੇ ਵਿੱਚ, ਹਵਾ ਦੇ ਵਿੱਚ ਛੋਟੇ ਛੋਟੇ ਪਾਰਟੀਕਲਸ ਹੁੰਦੇ ਨੇ ਉਹ ਮੂਵ ਕਰਦੇ ਨੇ, ਜਿਸ ਦੇ ਨਾਲ ਕੀ ਹੈਗਾ ਜਿਹੜਾ ਮਤਲਬ ਉਸ ਦੇ ਨਾਲ ਏਅਰਸ ਦੀ ਪਾਰਟੀਕਲ ਦੀ ਮੂਵਮੈਂਟ ਦੇ ਨਾਲ ਵਾਈਬ੍ਰੇਸ਼ਨ ਕ੍ਰੀਏਟ ਹੁੰਦੀ ਹੈ, ਅਤੇ ਵਾਈਬ੍ਰੇਸ਼ਨ ਦੇ ਨਾਲ ਕੀ ਹੁੰਦਾ? ਸਾਊਂਡ ਕ੍ਰੀਏਟ ਹੁੰਦਾ, ਇੱਕ ਆਵਾਜ਼ ਕ੍ਰੀਏਟ ਹੁੰਦੀ ਹੈ ਨਾ। ਇਹ ਸਾਇੰਸ ਦਾ ਕੰਸੈਪਟ ਆ ਗਿਆ। ਤਾਂ ਦੇਖੋ ਏਅਰ ਦੇ ਥਰੂ ਹੈ ਕੀ ਹੈ ਸਾਡੀ ਜਿਹੜੀ ਆਵਾਜ਼ ਹੈਗੀ ਉਹ ਕੀ ਹੈ ਜਾ ਰਹੀ ਹੈ। ਹੁਣ ਇਹਨੂੰ ਕੌਣ ਲੈ ਕੇ ਜਾ ਰਿਹਾ? ਇਹ ਕਿਸ ਰਸਤੇ 'ਤੇ ਜਾ ਰਹੀ ਹੈ? ਇੱਕ ਭਾਸ਼ਾ ਦੇ ਦੁਆਰ 'ਤੇ। ਭਾਸ਼ਾ ਕੀ ਹੈ? ਇੱਕ ਵਹੀਕਲ ਹੈ, ਇੱਕ ਇੱਦਾਂ ਦਾ ਮਤਲਬ ਸਾਧਨ ਹੈਗਾ ਜਿਹੜਾ ਸਾਡੇ ਵਿਚਾਰਾਂ ਨੂੰ ਲੈ ਕੇ ਜਾ ਰਿਹਾ। ਕਹਿੰਦੇ ਜੇਕਰ ਇਹ ਕੀ ਹੈ, ਭਾਸ਼ਾ ਕੀ ਹੈਗੀ? ਇੱਕ ਵਹੀਕਲ ਹੈ, ਇੱਕ ਸਾਧਨ ਹੈ, ਤਾਂ ਉਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਵੀ ਜਿਹੜੀ ਸਾਡੀ ਗ੍ਰਾਮਰ ਹੈਗੀ ਉਹ ਕੀ ਹੈਗੀ? ਇੱਕ ਮਸ਼ੀਨ ਦਾ, ਜਿਹੜੀ ਗ੍ਰਾਮਰ ਹੈ ਇਜ਼ ਅ ਮਸ਼ੀਨ ਬਾਈ ਵਿਚ ਵਹੀਕਲ ਇਜ਼ ਮੂਵਿੰਗ। ਕਹਿੰਦੇ ਉਹ ਇੱਕ ਇੱਦਾਂ ਦੀ ਮਸ਼ੀਨ ਹੈ ਜਿਸ ਦੇ ਨਾਲ ਉਹ ਵਹੀਕਲ ਹੈ ਕੀ ਹੈ? ਮੂਵ ਕਰਦਾ ਹੈਗਾ, ਠੀਕ ਹੈ। ਮਤਲਬ ਹੁਣ ਜੇਕਰ ਇਹ ਭਾਸ਼ਾ ਹੈਗੀ ਤਾਂ ਭਾਸ਼ਾ ਜਿਹੜੀ ਹੈਗੀ ਮੂਵ ਕਰੂਗੀ, ਇਹ ਕਿਹਦੇ ਨਾਲ ਕਰੂਗੀ? ਗ੍ਰਾਮਰ ਦੇ ਨਾਲ, ਠੀਕ ਹੈ। ਪਤਾ ਲੱਗ ਗਿਆ ਰਾਜੇ ਤੁਹਾਨੂੰ ਕਿ ਜੇਕਰ ਲੈਂਗੁਏਜ ਇੱਕ ਵਹੀਕਲ ਹੈਗਾ, ਠੀਕ ਹੈ, ਸਾਡੇ ਵਿਚਾਰਾਂ ਦਾ ਅਤੇ ਫੀਲਿੰਗਸ ਦਾ, ਤਾਂ ਗ੍ਰਾਮਰ ਕੀ ਹੈ? ਇੱਕ ਮਸ਼ੀਨ ਹੈਗੀ ਸਾਡੇ ਵਹੀਕਲ ਨੂੰ ਜਿਹੜੀ ਕਰਵਾ ਰਹੀ ਹੈ, ਮੂਵ ਕਰਵਾ ਰਹੀ ਹੈ। ਤਾਂ ਹੁਣ ਇਹ ਗੱਲ ਕਿਹਨੇ ਕਰੀ ਸੀ? ਇਹ ਗਾਰਡਨ ਨੇ ਗੱਲ ਕਰੀ ਸੀ, ਠੀਕ ਹੈ। ਯਾਦ ਰੱਖਿਓ ਜੇਕਰ ਇਹਦੇ 'ਤੇ ਕੁਐਸਚਨ ਆ ਗਿਆ ਕਿ ਇਹਦੇ ਗਾਰਡਨ ਦੇ ਅਕੋਰਡਿੰਗ ਹੈ, ਠੀਕ ਹੈ, ਲੈਂਗੁਏਜ ਨੂੰ ਕੀ ਕਿਹਾ ਗਿਆ? ਤਾਂ ਲੈਂਗੁਏਜ ਕੀ ਹੈ? ਇੱਕ ਵਹੀਕਲ ਹੈ ਜਿਹੜਾ ਸਾਡੇ ਵਿਚਾਰਾਂ ਨੂੰ, ਸਾਡੇ ਥੋਟ ਨੂੰ ਕੀ ਕਰਦਾ? ਇੱਕ ਪਰਸਨ ਤੋਂ ਦੂਜੇ ਪਰਸਨ ਤੱਕ ਲੈ ਕੇ ਜਾਂਦਾ, ਇੱਕ ਸਾਧਨ ਹੈ। ਤਾਂ ਜੇਕਰ ਉਹਨਾਂ ਨੇ ਪੁੱਛਿਆ ਕਿ ਗ੍ਰਾਮਰ ਗਾਰਡਨ ਦੇ ਅਕੋਰਡਿੰਗ ਗ੍ਰਾਮਰ ਕੀ ਹੈ, ਤਾਂ ਗ੍ਰਾਮਰ ਕੀ ਹੈ ਕਿ ਇੱਕ ਮਸ਼ੀਨ ਹੈ ਜਿਸ ਦੇ ਨਾਲ ਸਾਡਾ ਵਹੀਕਲ ਕੀ ਕਰਦਾ? ਮੂਵ ਕਰਦਾ। ਪਤਾ ਲੱਗ ਗਿਆ ਰਾਜੇ? ਇਹ ਡੈਫੀਨੇਸ਼ਨ ਪੁੱਛ ਸਕਦੇ ਨੇ। ਤਾਂ ਹੁਣ ਦੇਖੋ ਏਮ ਆਫ ਟੀਚਿੰਗ ਇੰਗਲਿਸ਼ ਗ੍ਰਾਮਰ, ਕਹਿੰਦੇ ਕੀ ਏਮ ਹੈ ਵੀ ਅਸੀਂ ਬੱਚਿਆਂ ਨੂੰ ਇੰਗਲਿਸ਼ ਗ੍ਰਾਮਰ ਟੀਚ ਕਰ ਦਿਆਂਗੇ, ਠੀਕ ਹੈ। ਤਾਂ ਦੇਖੋ ਰਾਜੇ ਇਸ ਦੇ ਵਿੱਚ ਕੀ ਹੈਗਾ? ਇਟ ਡਿਵੈਲਪ ਇਨ ਸਟੂਡੈਂਟਸ ਐਂਡ ਅੰਡਰਸਟੈਂਡਿੰਗ ਆਫ ਸਟਰਕਚਰ ਆਫ ਇੰਗਲਿਸ਼ ਲੈਂਗੁਏਜ, ਠੀਕ ਹੈ। ਇਸ ਦੇ ਨਾਲ ਬੱਚਿਆਂ ਦੇ ਵਿੱਚ, ਸਟੂਡੈਂਟਸ ਦੇ ਵਿੱਚ ਕੀ ਡਿਵੈਲਪ ਹੁੰਦੀ ਹੈ? ਅੰਡਰਸਟੈਂਡਿੰਗ, ਸਮਝ ਸਕਦੇ ਨੇ, ਠੀਕ ਹੈ, ਉਹਦੇ ਸਟਰਕਚਰ ਨੂੰ, ਇੰਗਲਿਸ਼ ਦੀ ਨੂੰ ਅਤੇ ਲੈਂਗੁਏਜ ਨੂੰ, ਠੀਕ ਹੈ। ਇੰਗਲਿਸ਼ ਲੈਂਗੁਏਜ ਦੇ ਵਿੱਚ ਜਿਵੇਂ ਸਬਜੈਕਟ ਹੈ, ਓਬਜੈਕਟ ਹੈ ਜਾਂ ਫਿਰ ਵਰਬ ਹੈ, ਇਹਦੀ ਸਟਰਕਚਰ ਨੂੰ ਬੱਚੇ ਫੇਰ ਹੀ ਸਮਝ ਸਕਦੇ ਨੇ ਜੇਕਰ ਉਹਨਾਂ ਨੂੰ ਇੰਗਲਿਸ਼ ਗ੍ਰਾਮਰ ਆਊਗੀ। ਟੂ ਐਨੇਬਲ ਲਰਨਰਸ ਟੂ ਐਕਸਪ੍ਰੈਸ ਦੇਅਰ ਆਈਡੀਆਜ਼ ਲੌਜਿਕਲੀ ਐਂਡ ਕਰੈਕਟਲੀ ਇਨ ਸਪੀਚ, ਮਤਲਬ ਜਿਹੜੇ ਬੱਚੇ ਦੇ ਦਿਮਾਗ ਦੇ ਵਿੱਚ ਕੀ ਹੁੰਦੇ ਨੇ? ਆਈਡੀਆਜ਼ ਆਉਂਦੇ ਨੇ, ਐਕਸਪ੍ਰੈਸ ਆਉਂਦੇ ਨੇ, ਠੀਕ ਹੈ, ਆਈਡੀਆਜ਼ ਆਉਂਦੇ ਨੇ, ਉਹਨਾਂ ਨੂੰ ਉਹ ਕੀ ਕਰ ਸਕਦਾ? ਐਕਸਪ੍ਰੈਸ ਕਰ ਸਕਦਾ ਇੱਕ ਲੌਜਿਕ ਦੇ ਤੌਰ 'ਤੇ, ਠੀਕ ਹੈ, ਅਤੇ ਕਰੈਕਟਲੀ, ਬਿਲਕੁਲ ਕਰੈਕਟ ਤਰੀਕੇ ਨਾਲ ਆਪਣੀ ਸਪੀਚ ਦੇ ਵਿੱਚ ਉਹਨਾਂ ਨੂੰ ਕੀ ਕਰ ਸਕਦਾ? ਬੋਲ ਸਕਦਾ। ਟੂ ਟੀਚ ਗ੍ਰਾਮਰ ਐਜ਼ ਅ ਰੂਲ ਗਵਰਨਡ ਬਿਹੇਵੀਅਰ ਐਂਡ ਨੋਟ ਐਜ਼ ਆ ਮੀਅਰ ਵੋਟ ਲਰਨਿੰਗ, ਠੀਕ ਹੈ। ਮਤਲਬ ਜਿਹੜੇ ਰੂਲਸ ਨੇਗੇ ਗ੍ਰਾਮਰ ਦੇ, ਠੀਕ ਹੈ, ਉਹਨਾਂ ਨੂੰ ਈਜ਼ਲੀ ਅਸੀਂ ਕੀ ਕਰ ਸਕਦੇ ਹਾਂਗੇ? ਟੀਚ ਕਰ ਸਕਦੇ ਹਾਂ। ਤਾਂ ਦੇਖੋ ਇਹ ਏਮ ਹੈਗਾ, ਠੀਕ ਹੈ, ਜਿਸ ਦੇ ਨਾਲ ਤੁਹਾਨੂੰ ਪਤਾ ਹੈ ਕਿ ਇੰਗਲਿਸ਼ ਗ੍ਰਾਮਰ ਅਸੀਂ ਕਿਉਂ ਪੜ੍ਹਦੇ ਹਾਂ? ਤਾਂ ਕਿ ਸਾਨੂੰ ਇੰਗਲਿਸ਼ ਲੈਂਗੁਏਜ ਹੈ ਜਿਹੜੀ ਉਹ ਵਧੀਆ ਤਰੀਕੇ ਨਾਲ ਉਹਦੀ ਸਟਰਕਚਰ ਪਤਾ ਲੱਗ ਜੇ, ਅਸੀਂ ਆਪਣੇ ਥੋਟ ਨੂੰ, ਆਪਣੇ ਵਿਚਾਰਾਂ ਨੂੰ ਵਧੀਆ ਤਰੀਕੇ ਨਾਲ ਪੇਸ਼ ਕਰ ਸਕੀਏ। ਜੇਕਰ ਹੁਣ ਇੱਕ ਪਰਸਨ ਹੈ, ਉਹਨੇ ਸਪੀਚ ਦੇਣੀ ਹੈਗੀ, ਠੀਕ ਹੈ, ਉਹਨੇ ਇੰਗਲਿਸ਼ ਦੇ ਵਿੱਚ ਮੰਨ ਲਓ ਸਪੀਚ ਦੇਣੀ ਹੈ, ਉਹ ਫੇਰ ਹੀ ਸਪੀਚ ਦੇਊਗਾ ਜੇਕਰ ਉਹਨੂੰ ਇੰਗਲਿਸ਼ ਲੈਂਗੁਏਜ ਵਧੀਆ ਤਰੀਕੇ ਨਾਲ ਆਊਗੀ, ਲੈਂਗੁਏਜ
ਲੈਂਗੁਏਜ ਫਿਰ ਆਊਗੀ ਜੇਕਰ ਉਹਨੇ ਵਧੀਆ ਤਰੀਕੇ ਨਾਲ ਗ੍ਰਾਮਰ ਸਿੱਖੀ ਹੋਊਗੀ, ਠੀਕ ਹੈ। ਤਾਂ ਹੀ ਉਹਨੂੰ ਪਤਾ ਲੱਗਣਾ ਕਿ ਕਿਹੜੇ ਸ਼ਬਦ ਨੂੰ ਅਸੀਂ ਕਿਸ ਤਰ੍ਹਾਂ ਕੀ ਕਰਨਾ, ਕਿਸੇ ਅੱਗੇ ਰੱਖਣਾ, ਜਾਂ ਕਿਹੜੇ ਸ਼ਬਦ ਨੂੰ ਅਸੀਂ ਕਿੱਥੇ ਵਰਤਣਾ ਹੈਗਾ, ਠੀਕ ਹੈ, ਆਪਣੀ ਸਪੀਚ ਦੇ ਵਿੱਚ। ਪਤਾ ਲੱਗ ਗਿਆ ਜੀ। ਤਾਂ ਨੈਕਸਟ ਦੇ ਵਿੱਚ ਦੇਖੋ, ਜਿਹੜਾ ਸਾਡਾ ਨੈਕਸਟ ਚੈਪਟਰ ਹੈ ਇਸ ਦੇ ਵਿੱਚ ਕੀ ਹੈਗਾ, ਨੈਕਸਟ ਸਾਡਾ ਟੌਪਿਕ ਹੈ ਕਿ ਜਿਹੜਾ ਮੈਥਡ ਆਫ ਟੀਚਿੰਗ ਗ੍ਰਾਮਰ। ਮੈਥਡ ਕਿਹੜੇ ਕਿਹੜੇ ਨੇ? ਸਭ ਤੋਂ ਪਹਿਲਾਂ ਟ੍ਰੈਡੀਸ਼ਨਲ ਮੈਥਡ ਹੈ। ਇਹਨਾਂ ਦੇ ਵਿੱਚੋਂ ਰਾਜੇ ਕੁਐਸਚਨਸ ਬਹੁਤ ਬਣਦੇ ਨੇ, ਕੁਐਸਚਨਸ ਬਹੁਤ ਪੁੱਛੇ ਜਾਂਦੇ ਨੇ, ਠੀਕ ਹੈ, ਮੈਥਡਸ ਦੇ ਵਿੱਚੋਂ। ਤਾਂ ਦੇਖੋ ਟ੍ਰੈਡੀਸ਼ਨਲ ਮੈਥਡ ਦੇ ਵਿੱਚ ਕੀ ਹੈਗਾ, ਇਸ ਦੇ ਵਿੱਚ ਕੀ ਹੈ, ਇਨ ਦਿਸ ਮੈਥਡ ਗ੍ਰਾਮਰ ਇਜ਼ ਟੇਕਨ ਐਜ਼ ਐਨ ਇੰਡੀਪੈਂਡੈਂਟ ਸਬਜੈਕਟ। ਗ੍ਰਾਮਰ ਨੂੰ ਅਸੀਂ ਕੀ ਕਹਿੰਦੇ ਹਾਂ, ਇੰਡੀਪੈਂਡੈਂਟ ਸਬਜੈਕਟ ਕਹਿੰਦੇ ਆਂਗੇ, ਠੀਕ ਹੈ। ਟੌਟ ਵਿਦ ਹੈਲਪ ਆਫ ਗ੍ਰਾਮਰ ਬੁੱਕ। ਕਹਿੰਦੇ ਜਿਹੜਾ ਗ੍ਰਾਮਰ ਹੈ ਇਹ ਕੀ ਹੈ, ਇੰਡੀਪੈਂਡੈਂਟ ਹੈ। ਇੰਡੀਪੈਂਡੈਂਟ ਦਾ ਮਤਲਬ ਕੀ ਹੈ ਵੀ ਇਹ ਕਿਸੇ ਹੋਰ ਦੂਸਰੇ ਦੇ ਉੱਪਰ ਕੀ ਹੈਗਾ, ਜਿਹੜਾ ਇੰਡੀਪੈਂਡੈਂਟ ਹੈ, ਠੀਕ ਹੈ। ਮਤਲਬ ਇਹ ਕਿਸੇ ਹੋਰ ਦੇ ਉੱਪਰ ਡਿਪੈਂਡੈਂਟ ਨਹੀਂ ਹੈਗਾ, ਠੀਕ ਹੈ। ਜਿਵੇਂ ਹੁਣ ਆਪਾਂ ਕਹਿ ਦਈਏ ਵੀ ਬੱਚੇ ਨੇ ਜਿਹੜੇ ਟੀਚਰ ਤੋਂ ਸਿੱਖ ਰਹੇ ਨੇ, ਤਾਂ ਮਤਲਬ ਕੀ ਹੈ ਵੀ ਬੱਚੇ ਟੀਚਰ ਦੇ ਉੱਪਰ ਕੀ ਨੇ, ਡਿਪੈਂਡ ਨੇ, ਟੀਚਰ ਤੋਂ ਸਿੱਖ ਰਹੇ ਨੇ। ਪਰ ਗ੍ਰਾਮਰ ਕੀ ਹੈ, ਇੰਡੀਪੈਂਡੈਂਟ ਹੈ, ਇਹ ਕਿਸੇ ਦੇ ਉੱਪਰ ਡਿਪੈਂਡ ਨਹੀਂ ਹੈਗਾ। ਜਿਵੇਂ ਕਿਸੇ ਹੋਰ ਸਬਜੈਕਟ ਦੇ ਉੱਪਰ ਨਹੀਂ ਇਹ ਲਾਗੂ ਮਤਲਬ ਨਾਲ ਡਿਪੈਂਡ ਹੋ ਕੇ ਚੱਲਦਾ ਹੈਗਾ, ਇਹ ਆਪਣੇ ਆਪ ਚੱਲਦਾ, ਆਪਣੇ ਆਪ ਇਹ ਕੀ ਹੈਗਾ, ਟੌਟ ਕੀਤਾ ਜਾਂਦਾ। ਟੌਟ ਵਿਦ ਦੀ ਹੈਲਪ ਆਫ ਗ੍ਰਾਮਰ ਬੁੱਕ, ਮਤਲਬ ਇੱਕ ਗ੍ਰਾਮਰ ਬੁੱਕ ਦੀ ਨਾਲ ਅਸੀਂ ਹੈਲਪ ਦੇ ਨਾਲ ਇਹਨੂੰ ਟੌਟ ਕਰ ਸਕਦੇ ਹਾਂ, ਪੜ੍ਹਾ ਸਕਦੇ ਹਾਂਗੇ, ਠੀਕ ਹੈ, ਪੜ੍ਹ ਸਕਦੇ ਹਾਂਗੇ। ਪਰ ਇਹ ਕਿਸੇ ਹੋਰ ਦੇ ਉੱਪਰ ਡਿਪੈਂਡ ਨਹੀਂ ਹੈਗਾ, ਠੀਕ ਹੈ। ਦਾ ਟੀਚਰ ਫਸਟ ਟੈਲ ਦੀ ਰੂਲ ਐਂਡ ਡੈਫੀਨੇਸ਼ਨ, ਗਿਵ ਐਗਜ਼ਾਮਪਲ, ਦੈਨ ਆਸਕ ਸਟੂਡੈਂਟਸ ਟੂ ਦੇਅਰ ਐਕਸਰਸਾਈਜ਼। ਮਤਲਬ ਜਦੋਂ ਬੱਚੇ ਟੀਚਰ ਨੇ ਇੱਕ ਕੀ ਕਰਨੀ ਹੈ, ਗ੍ਰਾਮਰ ਪੜ੍ਹਾਉਣੀ ਹੈ, ਚਾਹੇ ਉਹ ਇੰਗਲਿਸ਼ ਦੀ ਗ੍ਰਾਮਰ ਹੈ, ਚਾਹੇ ਪੰਜਾਬੀ ਦੀ ਗ੍ਰਾਮਰ ਹੈ, ਚਾਹੇ ਹਿੰਦੀ ਦੀ ਗ੍ਰਾਮਰ ਹੈ। ਸਭ ਤੋਂ ਪਹਿਲਾਂ ਤੁਸੀਂ ਇਹ ਦੇਖਣਾ ਵੀ ਗ੍ਰਾਮਰ ਕਿਸੇ ਦੇ ਉੱਪਰ ਡਿਪੈਂਡ ਨਹੀਂ ਹੈਗੀ। ਹੁਣ ਜਿਹੜੇ ਸਾਡੇ ਸਬਜੈਕਟ ਹੁੰਦੇ ਨੇ, ਜਿਹੜੇ ਸਾਡੇ ਲੈਸਨ ਹੁੰਦੇ ਨੇ, ਉਹ ਸਾਡੀ ਗ੍ਰਾਮਰ ਦੇ ਉੱਪਰ ਡਿਪੈਂਡ ਹੁੰਦੇ ਨੇ। ਹੁਣ ਲੈਸਨ ਜਿਹੜਾ ਵੀ ਲੈਸਨ ਬਣਦਾ ਹੈਗਾ ਹੈ ਨਾ ਤੁਹਾਡਾ, ਤਾਂ ਉਹ ਕੀ ਕਰਦਾ ਹੈਗਾ, ਗ੍ਰਾਮਰ ਦੇ ਕੋਲੋਂ ਰੂਲ ਲੈ ਕੇ ਆਉਂਦਾ। ਜਿਵੇਂ ਗ੍ਰਾਮਰ ਦੇ ਵਿੱਚ ਦੇਖੋ ਇਜ਼, ਐਮ, ਆਰ ਇੱਦਾਂ ਲੱਗੂਗਾ, ਠੀਕ ਹੈ, ਮਤਲਬ ਸਬਜੈਕਟ ਇੱਦਾਂ ਲੱਗੂ, ਵਰਬ ਇੱਦਾਂ ਯੂਜ਼ ਹੋਊਗੀ। ਤਾਂ ਜਿਹੜੇ ਲੈਸਨਸ ਬਣਦੇ ਨੇ ਉਹਨਾਂ ਦੇ ਵਿੱਚ ਅਸੀਂ ਗ੍ਰਾਮਰ ਦੇ ਰੂਲ ਨੂੰ ਫੋਲੋ ਕਰਦੇ ਹਾਂ। ਪਰ ਗ੍ਰਾਮਰ ਕਿਸੇ ਨੂੰ ਵੀ ਫੋਲੋ ਨਹੀਂ ਕਰਦੀ, ਗ੍ਰਾਮਰ ਆਪਣੇ ਆਪ ਇਕੱਲੀ ਚੱਲਦੀ ਹੈ, ਠੀਕ ਹੈ। ਤਾਂ ਟੀਚਰ ਕੀ ਕਰਦਾ, ਸਭ ਤੋਂ ਪਹਿਲਾਂ ਰੂਲ ਦੱਸਦਾ। ਹੁਣ ਰੂਲ ਦੱਸੂਗਾ ਟੀਚਰ, ਕੀ ਰੂਲ ਦੱਸੂਗਾ ਬੱਚੇ ਨੂੰ, ਕਿ ਬੱਚੇ ਪਹਿਲਾਂ ਸਬਜੈਕਟ ਲਗਾਉਣਾ, ਫਿਰ ਵਰਬ ਲਗਾਉਣੀ ਹੈ, ਫਿਰ ਆਬਜੈਕਟ ਲਗਾਉਣੀ ਹੈ, ਇਹ ਰੂਲ ਦੱਸਦਾ। ਉਸ ਤੋਂ ਬਾਅਦ ਡੈਫੀਨੇਸ਼ਨ ਦੱਸੂਗਾ। ਹੁਣ ਇਹ ਦੱਸੂਗਾ ਵੀ ਸਬਜੈਕਟ ਕੀ ਹੁੰਦਾ, ਇਹਦੀ ਡੈਫੀਨੇਸ਼ਨ ਦੱਸੂਗਾ ਕਿ ਸਬਜੈਕਟ ਉਹ ਹੁੰਦਾ ਜਿਹੜਾ ਪੂਰੇ ਸੈਂਟੈਂਸ ਦਾ ਮਤਲਬ ਕੀ ਹੁੰਦਾ, ਜਿਵੇਂ ਕਰਤਾ ਆਪਾਂ ਕਹਿ ਦਈਏ, ਠੀਕ ਹੈ, ਜਿਹੜਾ ਪੂਰੇ ਕੰਮ ਨੂੰ ਕਰ ਰਿਹਾ। ਵਰਬ ਹੈ ਜਿਹੜੀ ਹੁਣ ਕਿਰਿਆ, ਕੋਈ ਵੀ ਕੰਮ ਹੈ ਜਿਹੜਾ ਲਗਾਤਾਰ ਕੰਟੀਨਿਊਸ ਹੋ ਰਿਹਾ ਹੈਗਾ, ਠੀਕ ਹੈ, ਜਿਸ ਦੇ ਉੱਪਰ ਹੋ ਰਿਹਾ ਹੈਗਾ, ਠੀਕ ਹੈ। ਤਾਂ ਮਤਲਬ ਇੱਦਾਂ ਕੀ ਕਰੂਗਾ ਜਿਹੜਾ ਟੀਚਰ, ਇਹਨੂੰ ਕੀ ਕਰੂਗਾ, ਪੂਰੀ ਡੈਫੀਨੇਸ਼ਨ ਦੱਸੂਗਾ। ਫਿਰ ਉਸ ਤੋਂ ਬਾਅਦ ਐਗਜ਼ਾਮਪਲ ਦੇਊਗਾ। ਜਿਵੇਂ ਹੁਣ ਕੀ ਦੇਊਗਾ, ਰਾਮ ਰਾਈਟ ਅ ਲੈਟਰ। ਤਾਂ ਹੁਣ ਇਹਦੇ ਵਿੱਚ ਇਹ ਟੀਚਰ ਨੇ ਐਗਜ਼ਾਮਪਲ ਦੇਤੀ ਕਿ ਮੰਨ ਲਓ ਰਾਮ ਰਾਈਟ ਅ ਲੈਟਰ, ਰਾਮ ਇੱਕ ਲੈਟਰ ਲਿਖ ਰਿਹਾ। ਤਾਂ ਇਹਦੇ ਵਿੱਚ ਦੱਸੂਗਾ ਕਿ ਦੇਖੋ ਸਬਜੈਕਟ ਹੈ ਜਿਹੜਾ ਰਾਮ ਹੋ ਗਿਆ, ਜਿਹੜਾ ਰਾਈਟ ਹੈ ਕੀ ਹੋ ਗਈ, ਵਰਬ ਹੋ ਗਈ, ਲੈਟਰ ਕੀ ਹੋ ਗਿਆ, ਆਬਜੈਕਟ ਹੋ ਗਿਆ। ਇਹਦਾ ਕੀ ਦੇਊਗਾ, ਐਗਜ਼ਾਮਪਲ ਦੇਊਗਾ, ਠੀਕ ਹੈ। ਤਾਂ ਫਿਰ ਉਸ ਤੋਂ ਬਾਅਦ ਆਸਕ ਸਟੂਡੈਂਟਸ ਟੂ ਡੂ ਦਾ ਐਕਸਰਸਾਈਜ਼। ਉਸ ਤੋਂ ਬਾਅਦ ਟੀਚਰ ਕਹੂਗਾ ਕਿ ਉਹਨਾਂ ਨੂੰ, ਬੱਚੇ ਨੂੰ, ਕਿ ਤੁਸੀਂ ਐਕਸਰਸਾਈਜ਼ ਦੀ ਪ੍ਰੈਕਟਿਸ ਕਰੋ, ਜਿਸ ਦੇ ਨਾਲ ਤੁਹਾਡੀ ਜਿਹੜੀ ਗ੍ਰਾਮਰ ਦੀ ਪਕੜ ਹੈਗੀ ਉਹ ਕੀ ਹੋ ਜੂਗੀ, ਹੋਰ ਬਹੁਤ ਜ਼ਿਆਦਾ ਵਧੀਆ ਹੋ ਜੂਗੀ। ਤਾਂ ਦੇਖੋ ਇਸ ਦੇ ਵਿੱਚ ਕੀ ਕਿਹਾ ਗਿਆ ਗਾ, ਇਸ ਦੇ ਵਿੱਚ ਇੱਥੇ ਦਿਖਾਇਆ ਗਿਆ ਗਾ, ਦਾ ਟੀਚਰ ਸੇਜ਼ ਅ ਨਾਊਨ ਇਜ਼ ਅ ਨੇਮ। ਮਤਲਬ ਇੱਥੇ ਟੀਚਰ ਦੇਖੋ ਦੱਸ ਰਿਹਾ ਕਿ ਜਿਹੜਾ ਨਾਊਨ ਹੁੰਦਾ ਗਾ ਇਹ ਹੁੰਦਾ ਨੇਮ, ਕਿਸੇ ਪਰਸਨ ਦਾ, ਕਿਸੇ ਪਲੇਸ ਦਾ, ਕਿਸੇ ਥਿੰਗ ਦਾ, ਕਿਸੇ ਆਦਮੀ ਦਾ, ਪਰਸਨ ਦਾ ਨਾਮ, ਠੀਕ ਹੈ, ਕਿਸੇ ਥਾਂ ਦਾ, ਪਲੇਸ ਦਾ ਹੋ ਗਿਆ, ਕਿਸੇ ਚੀਜ਼ ਦਾ ਨਾਮ ਹੋ ਗਿਆ। ਤਾਂ ਫਿਰ ਇਸ ਨੇ ਟੀਚਰ ਨੇ ਦੱਸਤਾ ਵੀ ਨਾਊਨ ਕੀ ਹੈਗਾ, ਠੀਕ ਹੈ। ਨਾਊਨ ਹੈ ਜਿਹੜਾ, ਨਾਵ ਅਸੀਂ ਕਹਿੰਦੇ ਹਾਂ ਪੰਜਾਬੀ ਦੇ ਵਿੱਚ, ਹੈ ਨਾ, ਨਾਵ, ਇਹ ਕੀ ਹੈਗਾ। ਤਾਂ ਟੀਚਰ ਨੇ ਇਹਦੀ ਡੈਫੀਨੇਸ਼ਨ ਦੱਸਤੀ। ਉਸ ਤੋਂ ਬਾਅਦ ਇਹਦੇ ਰੂਲ, ਸਭ ਤੋਂ ਪਹਿਲਾਂ ਰੂਲ ਦੱਸਤਾ ਇਹਦਾ, ਉਸ ਤੋਂ ਬਾਅਦ ਡੈਫੀਨੇਸ਼ਨ ਦੱਸਤੀ, ਤੇ ਫਿਰ ਉਸ ਤੋਂ ਬਾਅਦ ਐਗਜ਼ਾਮਪਲਸ ਟੀਚਰ ਦੱਸ ਦੂਗਾ, ਤੇ ਬੱਚੇ ਨੂੰ ਕਹੂਗਾ ਕਿ ਤੁਸੀਂ ਹੁਣ ਆਪਣੇ ਆਪ ਕੀ ਕਰ ਸਕਦੇ ਹੋ, ਕਰ ਸਕਦੇ ਹੋ। ਤਾਂ ਹੁਣ ਦੇਖੋ ਅਸੀਂ ਟ੍ਰੈਡੀਸ਼ਨਲ ਮੈਥਡ ਪੜ੍ਹਿਆ। ਟ੍ਰੈਡੀਸ਼ਨਲ ਮੈਥਡ ਦੇ ਵਿੱਚ ਦੇਖਦੇ ਹਾਂ ਅਸੀਂ ਕੀ ਚੀਜ਼ਾਂ ਪੜ੍ਹੀਆਂ ਨੇ। ਅਸੀਂ ਟ੍ਰੈਡੀਸ਼ਨਲ ਮੈਥਡ ਦੇ ਵਿੱਚ ਪੜ੍ਹਿਆ ਵੀ ਗ੍ਰਾਮਰ ਹੈ ਜਿਹੜੀ ਉਹ ਮੋਸਟ ਇੰਪੋਰਟੈਂਟ ਹੈ, ਇੰਡੀਪੈਂਡੈਂਟ ਹੁੰਦੀ ਹੈ, ਕਿਸੇ 'ਤੇ ਡਿਪੈਂਡ ਨਹੀਂ ਹੁੰਦੀ। ਗ੍ਰਾਮਰ ਦੇ ਵਿੱਚ ਟੀਚਰ ਪਹਿਲਾਂ ਰੂਲ ਦੱਸੂਗਾ, ਫਿਰ ਡੈਫੀਨੇਸ਼ਨ ਦੱਸੂਗਾ ਉਸਦੀ, ਫਿਰ ਐਗਜ਼ਾਮਪਲ ਦੇਊਗਾ, ਤੇ ਫਿਰ ਬੱਚੇ ਨੂੰ ਐਕਸਰਸਾਈਜ਼ ਕਰਨ ਵਾਸਤੇ ਦੱਸੂਗਾ। ਮਤਲਬ ਮੁੱਖ ਦੀ ਗੱਲ ਅਸੀਂ ਇਹ ਪੜ੍ਹੀ ਹੈ ਕਿ ਟ੍ਰੈਡੀਸ਼ਨਲ ਮੈਥਡ ਦੇ ਵਿੱਚ, ਪੁਰਾਣੇ ਮੈਥਡ ਦੇ ਵਿੱਚ, ਟ੍ਰੈਡੀਸ਼ਨਲ ਮੈਥਡ ਦੇ ਵਿੱਚ ਕੀ ਹੈਗੀ, ਜਿਹੜੀ ਗ੍ਰਾਮਰ ਹੈਗੀ ਇਹ ਕੀ ਹੈ, ਮੋਸਟ ਇੰਪੋਰਟੈਂਟ ਮੰਨਿਆ ਗਿਆ। ਹੁਣ ਦੇਖੋ ਇਨਫੋਰਮਲ ਮੈਥਡ, ਨਾਮ ਤੋਂ ਹੀ ਸਾਨੂੰ ਪਤਾ ਲੱਗ ਰਿਹਾ, ਦਿਸ ਮੈਥਡ ਇੰਪਲਾਈਜ਼ ਟੀਚਿੰਗ ਆਫ ਗ੍ਰਾਮਰ ਬਾਈ ਰੂਲਸ ਬਟ ਨੋਟ ਬਾਈ ਯੂਜ਼ੇਸ। ਕਹਿੰਦੇ ਮਤਲਬ ਕੀ ਹੈ, ਇਨਫੋਰਮਲ ਮੈਥਡ ਦੇ ਵਿੱਚ ਅਸੀਂ ਕੀ ਕਰਦੇ ਹਾਂ, ਇਹ ਮੈਥਡ ਹੈ ਜਿਹੜਾ ਇੰਪਲਾਈ ਹੁੰਦਾ ਟੀਚਿੰਗ ਦੇ ਵਿੱਚ ਗ੍ਰਾਮਰ ਬਾਈ ਰੂਲਸ। ਮਤਲਬ ਗ੍ਰਾਮਰ ਹੈ ਜਿਹੜੀ ਉਹ ਰੂਲਸ ਦੇ ਅਕੋਰਡਿੰਗ ਕੀ ਕਰੀ ਜਾਂਦੀ ਹੈ, ਟੀਚ ਕਰੀ ਜਾਂਦੀ ਹੈ, ਪੜ੍ਹਾਈ ਜਾਂਦੀ ਹੈ। ਪਰ ਇਹਦੇ ਵਿੱਚ ਅਸੀਂ ਗ੍ਰਾਮਰ ਨੂੰ ਯੂਜ਼ ਨਹੀਂ ਕਰਦੇ ਹੈਗੇ। ਜਿਵੇਂ ਹੁਣ ਦੇਖੋ ਟ੍ਰੈਡੀਸ਼ਨਲ ਮੈਥਡ ਦੇ ਵਿੱਚ ਗ੍ਰਾਮਰ ਦੇ ਟੀਚਰ ਨੇ ਰੂਲ ਦੱਸੇ ਤੇ ਉਹਦੀਆਂ ਐਗਜ਼ਾਮਪਲਸ ਦੇਤੀਆਂ। ਹੁਣ ਜਦੋਂ ਐਗਜ਼ਾਮਪਲ ਦਿੱਤੀਆਂ ਤਾਂ ਉਹ ਐਕਸਰਸਾਈਜ਼ ਕਰਨ ਨੂੰ ਕਿਹਾ। ਇਹਦਾ ਮਤਲਬ ਕੀ ਹੈ ਵੀ ਜਿਹੜੇ ਗ੍ਰਾਮਰ ਦੇ ਰੂਲ ਟੀਚਰ ਨੇ ਪੜ੍ਹਾਏ ਸੀ ਉਹਨਾਂ ਨੂੰ ਯੂਜ਼ ਕੀਤਾ, ਉਹਨਾਂ ਨੂੰ ਵਰਤਿਆ,
ठीक है। ਤਾਂ ਹੀ ਟੀਚਰ ਨੇ ਐਗਜ਼ਾਮਪਲ ਦਿੱਤੀ ਹੈ। ਐਗਜ਼ਾਮਪਲ ਦੇਊਗਾ ਜਦੋਂ ਇਹਦਾ ਮਤਲਬ ਕੀ ਹੈ ਵੀ ਉਹ ਜਿਹੜੇ ਗ੍ਰਾਮਰ ਦੇ ਰੂਲ ਨੇ ਉਹਨਾਂ ਨੂੰ ਕੀ ਕਰੇਗਾ, ਯੂਜ਼ ਕਰੂਗਾ। ਪਰ ਇਹਦੇ ਵਿੱਚ ਇਨਫੋਰਮਲ ਮੈਥਡ ਦੇ ਵਿੱਚ ਕੀ ਹੈ, ਉਹਨਾਂ ਨੂੰ ਗ੍ਰਾਮਰ ਦੇ ਰੂਲਸ ਨੂੰ ਕੀ ਨਹੀਂ ਕਰੂਗਾ, ਉਹ ਯੂਜ਼ ਨਹੀਂ ਕਰੂਗਾ। ਪਤਾ ਲੱਗ ਗਿਆ। ਤਾਂ ਗ੍ਰਾਮਰ ਦੇ ਰੂਲਸ ਨੂੰ ਇੰਪਲਾਈ ਜ਼ਰੂਰ ਕਰੂਗਾ, ਠੀਕ ਹੈ, ਫੋਲੋ ਜ਼ਰੂਰ ਕਰੂਗਾ, ਪਰ ਉਹਨਾਂ ਨੂੰ ਯੂਜ਼ ਨਹੀਂ ਕਰੂਗਾ। ਕੰਟੀਨਿਊਸ ਪ੍ਰੈਕਟਿਸ ਆਫ ਯੂਜ਼ਿੰਗ ਵਰਡ ਵਾਈਲ ਸਪੀਕਿੰਗ, ਰੀਡਿੰਗ ਐਂਡ ਰਾਈਟਿੰਗ ਗ੍ਰਾਮਰ ਕੈਨ ਬੀ ਟੌਟ ਐਂਡ ਦੇਅਰਫੋਰ ਲਰਨਡ ਬਾਈ ਦਾ ਸਟੂਡੈਂਟ। ਮਤਲਬ ਕਹਿੰਦੇ ਕੰਟੀਨਿਊਸ ਪ੍ਰੈਕਟਿਸ ਕੀਤੀ ਜਾਂਦੀ ਹੈ ਆਫ ਯੂਜ਼ਿੰਗ ਵਰਡਸ, ਠੀਕ ਹੈ, ਜਦੋਂ ਤੁਸੀਂ ਸਪੀਕ ਕਰ ਰਹੇ ਹੋ। ਹੁਣ ਜਿਹੜੇ ਗ੍ਰਾਮਰ ਦੇ ਰੂਲਸ ਨੇਗੇ ਉਹਨਾਂ ਨੂੰ ਅਸੀਂ ਕੰਟੀਨਿਊਸ ਪ੍ਰੈਕਟਿਸ ਕਰਾਂਗੇ ਜਦੋਂ ਅਸੀਂ ਬੋਲ ਰਹੇ ਹਾਂ, ਸਪੀਕ ਕਰ ਰਹੇ ਹਾਂ, ਜਾਂ ਕੁਛ ਵੀ ਅਸੀਂ ਰੀਡ ਕਰ ਰਹੇ ਹਾਂ, ਰਾਈਟ ਕਰ ਰਹੇ ਹਾਂ, ਠੀਕ ਹੈ। ਤਾਂ ਕਹਿੰਦੇ ਗ੍ਰਾਮਰ ਕੈਨ ਬੀ ਟੌਟ ਐਂਡ ਦੇਅਰਫੋਰ ਬਾਈ ਆ ਸਟੂਡੈਂਟਸ। ਇਸ ਤਰੀਕੇ ਨਾਲ ਕੀ ਹੈਗਾ, ਜਿਹੜਾ ਸਟੂਡੈਂਟਸ ਹੁੰਦੇ ਨੇ ਉਹ ਕੀ ਕਰ ਲੈਂਦੇ ਨੇ, ਲਰਨਡ ਕਰ ਲੈਂਦੇ ਨੇ, ਸਿੱਖ ਲੈਂਦੇ ਨੇਗੇ ਗ੍ਰਾਮਰ ਦੇ ਰੂਲਸ ਨੂੰ। ਪਤਾ ਲੱਗਿਆ। ਦਿਸ ਇਜ਼ ਅ ਡਨ ਵਾਈਲ ਟੀਚਿੰਗ ਆਫ ਟੈਕਸਟ ਬੁੱਕਸ ਔਰ ਡਿਟੇਲ ਟਰਾਂਸਲੇਸ਼ਨ ਆਫ ਟੈਕਸਟ ਬੁੱਕ ਇਜ਼ ਕੈਰੀਡ ਔਨ। ਮਤਲਬ ਕਹਿੰਦੇ ਇਹ ਕਦੋਂ ਹੁੰਦੀ ਹੈ, ਡਨ ਹੁੰਦੀ ਹੈ, ਠੀਕ ਹੈ। ਦਿਸ ਇਜ਼ ਅ ਡਨ, ਇਹ ਉਦੋਂ ਮਤਲਬ ਜਿਹੜੀ ਸਿੱਖੀ ਜਾਂਦਾ ਹੈਗਾ ਮੈਥਡ ਹੈ ਜਿਹੜਾ ਇਨਫੋਰਮਲ ਮੈਥਡ, ਵਾਈਲ ਜਦੋਂ ਅਸੀਂ ਕੀ ਕਰਦੇ ਹਾਂ, ਟੀਚ ਕਰਦੇ ਹਾਂ ਟੈਕਸਟ ਬੁੱਕਸ ਨੂੰ, ਜਾਂ ਫਿਰ ਡਿਟੇਲ ਦੇ ਵਿੱਚ ਟਰਾਂਸਲੇਸ਼ਨ ਕਰਦੇ ਹਾਂ, ਮਤਲਬ ਜਿਵੇਂ ਇੰਗਲਿਸ਼ ਟੂ ਪੰਜਾਬੀ ਟਰਾਂਸਲੇਸ਼ਨ ਕਰਦੇ ਹਾਂ ਉਸ ਟਾਈਮ 'ਤੇ। ਪਤਾ ਲੱਗ ਗਿਆ ਰਾਜੇ। ਤਾਂ ਦੇਖੋ ਹੁਣ ਅਸੀਂ ਟ੍ਰੈਡੀਸ਼ਨਲ ਮੈਥਡ ਦੇ ਵਿੱਚ ਪੜ੍ਹਿਆ ਸੀ ਕਿ ਗ੍ਰਾਮਰ ਰੂਲ ਜਿਹੜੇ ਹੁੰਦੇ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਮੰਨੇ ਜਾਂਦੇ ਨੇ। ਗ੍ਰਾਮਰ ਰੂਲ ਟੀਚਰ ਪਹਿਲਾਂ ਦੱਸਦਾ ਅਤੇ ਉਹਨੂੰ ਯੂਜ਼ ਕਰਦਾ। ਇਹਦੇ ਵਿੱਚ ਗ੍ਰਾਮਰ ਰੂਲਸ ਨੇ ਜਿਹੜੇ ਇੰਪਲਾਈ ਕੀਤੇ ਜਾਂਦੇ ਨੇ, ਪਰ ਉਹਨਾਂ ਨੂੰ ਕੀ ਨਹੀਂ ਕੀਤਾ ਜਾਂਦਾ, ਯੂਜ਼ ਨਹੀਂ ਕੀਤਾ ਜਾਂਦਾ। ਸਪੀਕਿੰਗ, ਰੀਡਿੰਗ, ਰਾਈਟਿੰਗ ਦੇ ਟਾਈਮ 'ਤੇ ਅਸੀਂ ਕੀ ਕਰਦੇ ਹਾਂ, ਕੰਟੀਨਿਊਸ ਪ੍ਰੈਕਟਿਸ ਕਰਦੇ ਹਾਂ। ਸਮਝ ਲੱਗ ਗਈ। ਤਾਂ ਨੈਕਸਟ ਦੇਖੋ ਜਿਹੜਾ ਮੋਸਟ ਐਂਡ ਮੋਸਟ ਇੰਪੋਰਟੈਂਟ ਮੈਥਡ ਹੈ, ਇਸ ਦੇ ਵਿੱਚ ਇੰਡਕਟਿਵ ਅਤੇ ਡਿਡਕਟਿਵ ਮੈਥਡ ਹੈ। ਇੰਡਕਟਿਵ ਅਤੇ ਡਿਡਕਟਿਵ ਮੈਥਡ ਦੇਖੋ ਰਾਜੇ, ਇਸ ਦੇ ਵਿੱਚ ਕੀ ਹੈ, ਥਰੂ ਦਿਸ ਮੈਥਡ ਸਟੂਡੈਂਟ ਦੈਮਸੈਲਫ ਫਾਰਮੂਲੇਟ ਰੂਲ ਵਿਦ ਦੀ ਹੈਲਪ ਆਫ ਐਗਜ਼ਾਮਪਲ ਹੈ, ਠੀਕ ਹੈ। ਕਹਿੰਦੇ ਇਸ ਮੈਥਡ ਦੇ ਵਿੱਚ ਕੀ ਹੈਗਾ, ਜਿਹੜੇ ਸਟੂਡੈਂਟ ਹੁੰਦੇ ਨੇ, ਵਿਦਿਆਰਥੀ ਹੁੰਦੇ ਨੇ, ਆਪਣੇ ਆਪ ਦੈਮਸੈਲਵਸ ਫਾਰਮੂਲੇਟ ਕਰ ਲੈਂਦੇ ਨੇ, ਬਣਾ ਲੈਂਦੇ ਨੇ ਰੂਲਸ, ਕਿਸ ਦੇ ਨਾਲ, ਐਗਜ਼ਾਮਪਲਸ ਦੇ ਨਾਲ, ਠੀਕ ਹੈ। ਸਮ ਸਟੈਪ ਆਫ ਦਿਸ ਮੈਥਡਸ ਆਰ ਐਜ਼ ਫੋਲੋ। ਮਤਲਬ ਕੀ ਹੈਗਾ ਕਿ ਸਭ ਤੋਂ ਪਹਿਲਾਂ ਐਗਜ਼ਾਮਪਲਸ ਦੇ ਨਾਲ ਬੱਚਾ ਕੀ ਕਰਦਾ, ਆਪਣੇ ਆਪ ਰੂਲ ਬਣਾਉਂਦਾ। ਸਭ ਤੋਂ ਪਹਿਲਾਂ ਕੀ ਆਉਂਦੀ ਹੈ, ਐਗਜ਼ਾਮਪਲ ਆਉਂਦੀ ਹੈ, ਅਤੇ ਫਿਰ ਕੀ ਆਉਂਦਾ ਹੈ, ਰੂਲ ਹੁੰਦਾ ਇੰਡਕਟਿਵ ਦੇ ਵਿੱਚ। ਸਮਝ ਲੱਗੀ ਰਾਜੇ। ਇੰਡਕਟਿਵ ਦੇ ਵਿੱਚ ਈਅਰ ਦੇ ਨਾਲ ਇੱਦਾਂ, ਮਤਲਬ ਹੈ ਨਾ, ਤੁਸੀਂ ਆਪਾਂ ਦੇਖੋ ਈਅਰ ਇੱਦਾਂ ਪਾਉਂਦੇ ਹੁੰਦੇ ਹਾਂ, ਤਾਂ ਇਹਨੂੰ ਆਈ ਦੀ ਥਾਂ 'ਤੇ ਇੱਥੇ ਆਈ ਇੱਦਾਂ ਮੰਨ ਲਓ, ਠੀਕ ਹੈ, ਏ ਦੀ ਥਾਂ 'ਤੇ ਆਈ। ਈਅਰ ਮਤਲਬ ਪਹਿਲਾਂ ਐਗਜ਼ਾਮਪਲ ਆਊਗੀ, ਫਿਰ ਉਸ ਤੋਂ ਬਾਅਦ ਬੱਚਾ ਕੀ ਬਣਾ ਲੂਗਾ, ਰੂਲ ਆਪਣੇ ਆਪ ਬਣਾ ਲੂਗਾ ਇੰਡਕਟਿਵ ਦੇ ਵਿੱਚ। ਪਤਾ ਲੱਗ ਗਿਆ। ਸਟੂਡੈਂਟਸ ਆਰ ਗਿਵਨ ਸਮ ਐਗਜ਼ਾਮਪਲਸ ਆਫ ਸਿਮਿਲਰ ਟਾਈਪ। ਸਭ ਮਤਲਬ ਕਹਿੰਦੇ ਸਿਮਿਲਰ ਟਾਈਪਸ ਦੀਆਂ ਬੱਚਿਆਂ ਨੂੰ ਕੀ ਦਿੱਤੀਆਂ ਜਾਂਦੀਆਂ ਨੇ, ਐਗਜ਼ਾਮਪਲ ਦਿੱਤੀਆਂ ਜਾਂਦੀਆਂ ਨੇ। ਸਟੂਡੈਂਟ ਸੀ ਦੀਜ਼ ਐਗਜ਼ਾਮਪਲਸ ਐਂਡ ਟਰਾਈ ਟੂ ਫਾਈਂਡ ਆਊਟ ਸਿਮਿਲੈਰਿਟੀਜ਼ ਆਰ ਆਸਕਡ ਡਰੋ ਔਨ ਸਮ ਕਨਕਲੂਜਨ। ਮਤਲਬ ਬੱਚੇ ਨੂੰ ਉੱਦਾਂ ਦੀਆਂ ਕੀ ਦਿੱਤੀਆਂ ਜਾਂਦੀਆਂ ਨੇ, ਐਗਜ਼ਾਮਪਲ ਦਿੱਤੀਆਂ ਜਾਂਦੀਆਂ ਨੇ। ਬੱਚਾ ਜਿਹੜਾ ਕੀ ਹੈਗਾ ਉਸ ਦੇ ਨਾਲ ਸਿਮਿਲੈਰਿਟੀ ਕਰਕੇ ਉਸ ਦੇ ਨਾਲ ਕੀ ਕਰ ਲੈਂਦਾ ਹੈਗਾ, ਉਹਨਾਂ ਦੀ ਜਿਹੜੇ ਰੂਲਸ ਹੁੰਦੇ ਨੇ ਉਹਨਾਂ ਨੂੰ ਕੀ ਕਰ ਲੈਂਦਾ ਹੈਗਾ, ਫਾਈਂਡ ਆਊਟ ਕਰ ਲੈਂਦਾ ਹੈ। ਦੈਨ ਟੀਚਰ ਵਿਲ ਗਿਵ ਦ ਰੂਲਸ ਐਂਡ ਗਿਵ ਨਿਊ ਐਗਜ਼ਾਮਪਲਸ। ਤਾਂ ਉਸ ਤੋਂ ਬਾਅਦ ਟੀਚਰ ਹੈ ਜਿਹੜਾ ਉਸਨੂੰ ਰੂਲਸ ਦਿੰਦਾ। ਤਾਂ ਦੇਖੋ ਹੁਣ ਇਸ ਦੇ ਵਿੱਚ ਮੈਂ ਤੁਹਾਨੂੰ ਐਗਜ਼ਾਮਪਲ ਦੇ ਕੇ ਸਮਝਾਉਂਦੀ ਹਾਂ। ਜਿਵੇਂ ਹੁਣ ਟੀਚਰ ਕਲਾਸ ਦੇ ਵਿੱਚ ਆਈ ਹੈ, ਤਾਂ ਟੀਚਰ ਨੇ ਕਿਹਾ, ਆਨਸਰ ਕਲਾਸ ਦੇ ਵਿੱਚ ਕਿਹਾ ਕਿ ਬੱਚੇ ਤੁਸੀਂ ਐਂ ਦੇਖੋ, ਤੁਹਾਡੇ ਆਲੇ ਦੁਆਲੇ ਜਿਹੜੀਆਂ ਚੀਜ਼ਾਂ ਪਈਆਂ ਨੇ ਉਹਨਾਂ ਨੂੰ ਤੁਸੀਂ ਉਹਨਾਂ ਦੇ ਮੈਨੂੰ ਨਾਮ ਦੱਸੋ। ਤਾਂ ਬੱਚੇ ਕਹਿ ਰਹੇ ਨੇ ਕਿ ਮੈਡਮ ਸਾਡੇ ਆਲੇ ਦੁਆਲੇ ਟੇਬਲ ਪਿਆ ਗਾ, ਸਾਡੀ ਨੋਟਬੁੱਕ ਪਈ ਹੈ, ਸਾਡੀ ਪੈਨਸਿਲ ਪਈ ਹੈ, ਸਾਡੇ ਆਲੇ ਦੁਆਲੇ ਵਿੰਡੋ ਹੈਗੀ, ਹੈ ਨਾ, ਬਲੈਕ ਬੋਰਡ ਹੈਗਾ। ਮਤਲਬ ਇੱਦਾਂ ਦੀਆਂ ਚੀਜ਼ਾਂ ਦੇ ਬੱਚਿਆਂ ਨੇ ਨਾਮ ਦੱਸਣੇ ਸ਼ੁਰੂ ਕਰਤੇ, ਹੈ ਨਾ। ਤਾਂ ਉਸ ਤੋਂ ਬਾਅਦ ਟੀਚਰ ਨੇ ਦੱਸਿਆ ਕਿ ਦੇਖੋ ਜਿਹੜੀਆਂ ਚੀਜ਼ਾਂ ਦੇ ਅਸੀਂ ਨਾਮ ਲੈ ਰਹੇ ਹਾਂ, ਠੀਕ ਹੈ, ਇਹ ਕੀ ਨੇ, ਇਹਨਾਂ ਚੀਜ਼ਾਂ ਦੇ ਨਾਮ ਨੇਗੇ ਜਿਸ ਦੇ ਨਾਲ ਅਸੀਂ ਇਹਨਾਂ ਨੂੰ ਪ੍ਰੋਨਾਊਂਸ ਕਰਦੇ ਹਾਂ, ਬੁਲਾਉਂਦੇ ਆਗੇ ਇਹਨਾਂ ਚੀਜ਼ਾਂ ਨੂੰ, ਠੀਕ ਹੈ। ਤਾਂ ਇਹ ਕੀ ਹੈਗਾ ਰਾਜੇ, ਇਹ ਇੱਕ ਗ੍ਰਾਮਰ ਦਾ ਜਿਹੜਾ ਤੁਹਾਡਾ ਗ੍ਰਾਮਰ ਦਾ ਪਾਰਟ ਹੈਗਾ, ਉਹ ਕੀ ਹੈਗਾ, ਇੱਕ ਨਾਊਨ ਹੈਗਾ ਜਿਸ ਦੇ ਵਿੱਚ ਕੀ ਹੈ, ਅਸੀਂ ਕਿਸੇ ਵੀ ਚੀਜ਼ ਨੂੰ ਨਾਮ ਦੇ ਨਾਲ ਬੁਲਾਉਂਦੇ ਹਾਂ। ਤਾਂ ਦੇਖੋ ਟੀਚਰ ਨੇ ਪਹਿਲਾਂ ਐਗਜ਼ਾਮਪਲਸ ਦੱਸੀਆਂ, ਉਹਨਾਂ ਐਗਜ਼ਾਮਪਲਸ ਤੋਂ ਹੀ ਟੀਚਰ ਨੇ ਕੀ ਦਿਖਾਤਾ, ਤੁਹਾਨੂੰ ਇੱਕ ਗ੍ਰਾਮਰ ਦਾ ਰੂਲ ਦੱਸਤਾ। ਤਾਂ ਇਹ ਕੀ ਹੋ ਗਿਆ ਰਾਜੇ, ਤੁਹਾਡਾ ਇੰਡਕਟਿਵ ਮੈਥਡ ਹੋ ਗਿਆ। ਪਤਾ ਲੱਗ ਗਿਆ। ਇੰਡਕਟਿਵ ਮੈਥਡ ਦੇ ਵਿੱਚ ਯਾਦ ਰੱਖਿਓ, ਪਹਿਲਾਂ ਐਗਜ਼ਾਮਪਲ ਆਊਗੀ, ਫਿਰ ਉਸ ਤੋਂ ਬਾਅਦ ਕੀ ਆਊਗਾ, ਰੂਲ ਆਊਗਾ। ਸਮਝ ਲੱਗ ਗਈ ਰਾਜੇ ਤੁਹਾਨੂੰ। ਦਿਸ ਮੈਥਡ ਆਲਸੋ ਸਟੀਮੂਲੇਟ ਦੀ ਪਾਵਰ ਆਫ ਥਿੰਕਿੰਗ ਐਂਡ ਰੀਜ਼ਨਿੰਗ। ਇਹ ਕੀ ਸਟੀਮੂਲੇਟ ਕਰਦਾ ਹੈਗਾ, ਸਾਡੀ ਥਿੰਕਿੰਗ ਨੂੰ ਅਤੇ ਸਾਡੀ ਰੀਜ਼ਨਿੰਗ ਨੂੰ। ਤਾਂ ਦੇਖੋ ਹੁਣ ਉਸ ਤੋਂ ਬਾਅਦ ਜਦੋਂ ਆਪਾਂ ਕਲਾਸ ਦੇ ਵਿੱਚ ਪਹਿਲਾਂ ਮਤਲਬ ਇਹ ਚੀਜ਼ਾਂ ਫਾਈਂਡ ਆਊਟ ਕਰਕੇ ਬਾਅਦ ਦੇ ਵਿੱਚ ਸਾਨੂੰ ਰੂਲ ਪਤਾ ਲੱਗਿਆ ਕਿ ਅੱਛਾ ਇਹ ਰੂਲ ਹੈਗਾ ਕਿ ਇਹ ਨਾਊਨ ਹੁੰਦਾ। ਤਾਂ ਹੁਣ ਅਸੀਂ ਘਰ ਦੇ ਵਿੱਚ ਵੀ ਜਾ ਕੇ ਉਹ ਚੀਜ਼ ਨੂੰ ਕੀ ਕਰਾਂਗੇ, ਫੋਲੋ ਕਰਾਂਗੇ। ਸਾਡੇ ਆਲੇ ਦੁਆਲੇ ਦੀਆਂ ਚੀਜ਼ਾਂ ਜਿਹੜੀਆਂ ਪਈਆਂ ਹੋਣਗੀਆਂ ਸਾਡੇ ਉਹ ਇੱਕਦਮ ਸਾਡੇ ਮਾਈਂਡ ਦੇ ਵਿੱਚ ਉਹ ਯਾਦ ਆ ਜਾਊਗਾ, ਹੈ ਨਾ। ਅਸੀਂ ਥਿੰਕ ਕਰਾਂਗੇ, ਸੋਚਾਂਗੇ, ਅਸੀਂ ਰੀਜ਼ਨ ਲੱਭਾਂਗੇ ਕਿ ਇਹਨਾਂ ਨੂੰ ਆਖਿਰਕਾਰ ਅਸੀਂ
ਨਾਊਨ ਕਿਉਂ ਕਹਿੰਦੇ ਆ ਜਿਹੜੀਆਂ ਸਾਡੇ ਆਲੇ ਦੁਆਲੇ ਦੀਆਂ ਚੀਜ਼ਾਂ ਪਈਆਂ ਨੇ। ਜਿਵੇਂ ਅਸੀਂ ਸਕੂਲ ਦੇ ਵਿੱਚ ਸਾਡੀ ਕਲਾਸਰੂਮ ਦੇ ਵਿੱਚ ਅਸੀਂ ਦੇਖਿਆ ਸੀ ਜਿਹੜੀਆਂ ਚੀਜ਼ਾਂ, ਅਸੀਂ ਉਹਨਾਂ ਨੂੰ ਨਾਊਨ ਕਿਉਂ ਕਿਹਾ ਸੀ, ਕੀ ਰੀਜ਼ਨ ਸੀ ਉਹਦੇ ਵਾਸਤੇ, ਹੈ ਨਾ। ਤਾਂ ਟੀਚਰ ਉਹਨਾਂ ਨੂੰ ਅੱਗੇ ਪੂਰੀ ਐਕਸਪਲੇਨੇਸ਼ਨ ਦੇ ਨਾਲ ਰੂਲ ਦੱਸਦੇ ਨੇਗੇ, ਡੈਫੀਨੇਸ਼ਨ ਦੱਸਦੇ ਨੇ। ਤਾਂ ਇਹਦੇ ਨਾਲ ਜਿਹੜੀ ਸਾਡੇ ਰਾਜੇ ਦਿਮਾਗ ਦੇ ਵਿੱਚ ਹੁੰਦੀ ਹੈਗੀ ਸਾਡੀ ਥਿੰਕਿੰਗ, ਸੋਚਣ ਦੀ ਸ਼ਕਤੀ ਅਤੇ ਸਾਡੀ ਰੀਜ਼ਨਿੰਗ, ਹੈ ਨਾ, ਰੀਜ਼ਨ ਕਰਨਾ, ਲੱਭਣਾ, ਤਰਕ ਕਰਨਾ, ਉਸਦੀ ਜਿਹੜੀ ਪਾਵਰ ਹੈਗੀ ਉਹ ਕੀ ਹੋ ਜਾਂਦੀ ਹੈ, ਸਟੀਮੂਲੇਟ ਹੋ ਜਾਂਦੀ ਹੈ, ਵੱਧ ਜਾਂਦੀ ਹੈ। ਪਤਾ ਲੱਗ ਗਿਆ ਰਾਜੇ। ਤਾਂ ਨੈਕਸਟ ਦੇਖੋ ਇੰਸੀਡੈਂਟਲ ਮੈਥਡ। ਅਤੇ ਰਾਜੇ ਜਿਹੜਾ ਡਿਡਕਟਿਵ ਸੀਗਾ ਉਸ ਦੇ ਵਿੱਚ ਪਹਿਲਾਂ ਸਾਨੂੰ ਟੀਚਰ ਰੂਲ ਦੱਸੂਗਾ, ਉਸ ਤੋਂ ਬਾਅਦ ਸਾਨੂੰ ਐਗਜ਼ਾਮਪਲਸ ਦੇਊਗਾ। ਮਤਲਬ ਕਲਾਸ ਦੇ ਵਿੱਚ ਟੀਚਰ ਆਇਆ, ਉਹਨੇ ਦੱਸਤਾ ਤੁਹਾਨੂੰ ਕਿ ਨਾਊਨ ਕੀ ਹੁੰਦਾ ਗਾ, ਠੀਕ ਹੈ, ਨਾਊਨ ਦੀ ਡੈਫੀਨੇਸ਼ਨ ਦੇਤੀ। ਉਸ ਤੋਂ ਬਾਅਦ ਤੁਹਾਨੂੰ ਟੀਚਰ ਕਹੂਗਾ ਕਿ ਤੁਸੀਂ ਆਪਣੇ ਆਲੇ ਦੁਆਲੇ ਦੇਖੋ, ਜਿਹੜੀ ਤੁਹਾਡੇ ਆਲੇ ਦੁਆਲੇ ਵਿੰਡੋ ਪਈ ਹੈ, ਜਿਹੜਾ ਟੇਬਲ ਹੈ, ਤੁਹਾਡੀ ਪੈਨਸਿਲ ਹੈ, ਤੁਹਾਡੀ ਨੋਟਬੁੱਕ ਹੈ, ਇਹ ਸਾਰੀਆਂ ਚੀਜ਼ਾਂ ਦੇ ਨਾਮ ਨੂੰ ਜਿਸ ਨੂੰ ਅਸੀਂ ਨਾਊਨ ਕਹਿੰਦੇ ਹਾਂ। ਪਹਿਲਾਂ ਨਾਊਨ ਦੀ ਡੈਫੀਨੇਸ਼ਨ, ਬਾਅਦ ਦੇ ਵਿੱਚ ਰੂਲ, ਠੀਕ ਹੈ, ਪਤਾ ਲੱਗ ਗਿਆ। ਇੰਸੀਡੈਂਟਲ ਮੈਥਡ ਤਾਂ ਦੇਖੋ ਇਸ ਤੋਂ ਪਹਿਲਾਂ ਅਸੀਂ ਜਿਹੜੇ ਮੈਥਡ ਪੜ੍ਹੇ ਨੇ, ਸਭ ਤੋਂ ਪਹਿਲਾਂ ਟ੍ਰੈਡੀਸ਼ਨਲ ਮੈਥਡ ਪੜ੍ਹਿਆ ਸੀ ਰਾਜੇ, ਜਿਸ ਦੇ ਵਿੱਚ ਅਸੀਂ ਦੇਖਿਆ ਸੀਗਾ ਕਿ ਜਿਹੜੇ ਗ੍ਰਾਮਰ ਰੂਲਸ ਹੁੰਦੇ ਨੇ ਉਹ ਮੋਸਟ ਇੰਪੋਰਟੈਂਟ ਹੁੰਦੇ ਨੇ, ਠੀਕ ਹੈ। ਅਸੀਂ ਉਹਨਾਂ ਨੂੰ ਕੀ ਕਰਦੇ ਹਾਂ, ਸਭ ਤੋਂ ਪਹਿਲਾਂ ਅੰਡਰਸਟੈਂਡ ਕਰਦੇ ਹਾਂ ਅਤੇ ਉਹਨਾਂ ਨੂੰ ਯੂਜ਼ ਕਰਦੇ ਆਂਗੇ, ਠੀਕ ਹੈ, ਆਪਣੀ ਡੇਲੀ ਲਾਈਫ ਦੇ ਵਿੱਚ। ਉਸ ਤੋਂ ਬਾਅਦ ਅਸੀਂ ਪੜ੍ਹ ਲਿਆ ਸੀ ਇਨਫੋਰਮਲ ਮੈਥਡ, ਜਿਸ ਦੇ ਵਿੱਚ ਅਸੀਂ ਗ੍ਰਾਮਰ ਰੂਲਸ ਪੜ੍ਹਦੇ ਹਾਂ ਪਰ ਉਹਨਾਂ ਨੂੰ ਕੀ ਨਹੀਂ ਕਰਦੇ, ਯੂਜ਼ ਨਹੀਂ ਕਰਦੇ ਹੈਗੇ। ਨੈਕਸਟ ਪੜ੍ਹਿਆ ਸੀ ਇੰਡਕਟਿਵ ਮੈਥਡ, ਜਿਸ ਦੇ ਵਿੱਚ ਪਹਿਲਾਂ ਅਸੀਂ ਐਗਜ਼ਾਮਪਲਸ ਦੇਖਦੇ ਆਂਗੇ ਕਿਸੇ ਵੀ ਚੀਜ਼ ਦੀ, ਅਤੇ ਬਾਅਦ ਦੇ ਵਿੱਚ ਅਸੀਂ ਉਹਦਾ ਰੂਲ ਕੀ ਕਰਦੇ ਹਾਂ, ਫਾਈਂਡ ਆਊਟ ਕਰਦੇ ਹਾਂ। ਡਿਡਕਟਿਵ ਮੈਥਡ ਪੜ੍ਹੇ ਆ ਅਸੀਂ। ਡਿਡਕਟਿਵ ਮੈਥਡ ਦੇ ਵਿੱਚ ਦੇਖਿਆ ਵੀ ਪਹਿਲਾਂ ਅਸੀਂ ਰੂਲ ਕਿਸੇ ਵੀ ਚੀਜ਼ ਦਾ ਪੜ੍ਹਦੇ ਹਾਂ ਅਤੇ ਉਸ ਤੋਂ ਬਾਅਦ ਉਹਦੀਆਂ ਐਗਜ਼ਾਮਪਲਸ ਦੇਖਦੇ ਹਾਂ। ਤਾਂ ਨੈਕਸਟ ਦੇਖਦੇ ਹਾਂ ਇੰਸੀਡੈਂਟਲ ਮੈਥਡ। ਦਿਸ ਮੈਥਡ ਇਜ਼ ਆਲਸੋ ਨੋਨ ਐਜ਼ ਦਾ ਕੋਰਿਲੇਸ਼ਨ ਔਰ ਰੈਫਰੈਂਸ ਮੈਥਡ ਆਫ ਟੀਚਿੰਗ। ਤਾਂ ਇਹ ਰਾਜੇ ਕੀ ਹੈ, ਕੋਰਿਲੇਸ਼ਨ ਹੈ, ਜਿਹੜਾ ਕਿਸੇ ਦੇ ਨਾਲ ਰਿਲੇਟ ਹੈਗਾ ਅਤੇ ਕਿਸੇ ਨੂੰ ਕੀ ਦਿੰਦਾ, ਰੈਫਰੈਂਸ ਮੈਥਡ ਹੈਗਾ, ਠੀਕ ਹੈ। ਦਿਸ ਮੈਥਡ ਹੈਲਪ ਸਟੂਡੈਂਟਸ ਟੂ ਕੋਰਿਲੇਟ ਗ੍ਰਾਮਰ ਵਿਦ ਅਦਰ ਰਿਲੇਟਡ ਲੌਜੀਕਲ ਸਟਰਕਚਰ। ਮਤਲਬ ਕੀ ਹੈਗਾ, ਕਹਿੰਦੇ ਇਹ ਬੱਚਿਆਂ ਨੂੰ ਇਹ ਮੈਥਡ ਹੈਲਪਫੁਲ ਹੁੰਦਾ, ਬੱਚਿਆਂ ਨੂੰ ਮਦਦ ਦਿੰਦਾ ਹੈਗਾ, ਕਾਹਦੇ ਵਾਸਤੇ, ਸਟੂਡੈਂਟਸ ਨੂੰ ਕੋਰਿਲੇਟ ਕਰਨਾ, ਜੋੜਨਾ ਗ੍ਰਾਮਰ ਨੂੰ ਵਿਦ ਅਦਰ ਰਿਲੇਟਡ ਲੌਜੀਕਲ ਸਟਰਕਚਰ। ਮਤਲਬ ਗ੍ਰਾਮਰ ਦੇ ਵਿੱਚ ਜਿਹੜੇ ਅਸੀਂ ਰੂਲਸ ਪੜ੍ਹੇ ਨੇ ਉਹਨਾਂ ਨੂੰ ਸਾਡੀ ਰੀਅਲ ਲਾਈਫ ਦੇ ਨਾਲ ਜਾਂ ਕਿਸੇ ਹੋਰ ਸਬਜੈਕਟ ਦੇ ਨਾਲ ਕੋਰਿਲੇਟ ਕਰਕੇ, ਜੋੜ ਕੇ ਪੜ੍ਹਨਾ, ਉਹਨੂੰ ਰਾਜੇ ਕੀ ਕਿਹਾ ਜਾਂਦਾ, ਇੰਸੀਡੈਂਟਲ ਮੈਥਡ। ਸਟੂਡੈਂਟ ਗੇਨ ਆ ਪ੍ਰੈਕਟੀਕਲੀ ਨੌਲੇਜ ਆਫ ਗ੍ਰਾਮਰ ਰੂਲਸ। ਗ੍ਰਾਮਰ ਰੂਲਸ ਦੀ ਉਹ ਪ੍ਰੈਕਟੀਕਲੀ ਕੀ ਲੈਂਦੇ ਨੇ, ਗਿਆਨ ਲੈ ਲੈਂਦੇ ਨੇ, ਨੌਲੇਜ ਲੈ ਲੈਂਦੇ ਨੇ। ਜਿਵੇਂ ਕਿ ਹੁਣ ਮੰਨ ਲਓ ਫੋਰ ਐਗਜ਼ਾਮਪਲ, ਜਿਵੇਂ ਮੈਂ ਤੁਹਾਨੂੰ ਸਮਝਾਉਂਦੀ ਹਾਂ, ਇੰਗਲਿਸ਼ ਦੇ ਵਿੱਚ ਇੰਗਲਿਸ਼ ਗ੍ਰਾਮਰ ਦੇ ਵਿੱਚ ਟੀਚਰ ਨੇ ਤੁਹਾਨੂੰ ਨਾਊਨ ਬਾਰੇ ਪੜ੍ਹਾਇਆ ਸੀ ਕਿ ਜਿਹੜੀਆਂ ਸਾਡੇ ਆਲੇ ਦੁਆਲੇ ਚੀਜ਼ਾਂ ਹੁੰਦੀਆਂ ਨੇ। ਹੁਣ ਤੁਸੀਂ ਜਿਹੜਾ ਤੁਹਾਡਾ ਸੈਕਿੰਡ ਲੈਕਚਰ ਆ ਉਹ ਮੰਨ ਲਓ ਤੁਹਾਡਾ ਸਾਇੰਸ ਦਾ ਲੱਗ ਗਿਆ, ਤੁਸੀਂ ਲੈਬ ਦੇ ਵਿੱਚ ਚਲੇ ਗਏ। ਤਾਂ ਲੈਬ ਦੇ ਵਿੱਚ ਜਿਹੜੇ ਤੁਸੀਂ ਇੰਸਟਰੂਮੈਂਟ ਦੇਖਦੇ ਹੋ, ਮੰਨ ਲਓ ਤੁਹਾਡਾ ਉੱਥੇ ਕੀ ਹੈਗਾ, ਇੱਕ ਬਿੱਕਰ ਪਿਆ ਹੈਗਾ, ਹੈ ਨਾ, ਇੱਦਾਂ ਦਾ ਕੋਈ ਕੀ ਹੈਗਾ, ਟਰਾਈਪੋਡ ਸਟੈਂਡ ਪਿਆ ਹੈਗਾ, ਠੀਕ ਹੈ, ਅਤੇ ਹੋਰ ਕੀ ਹੈਗਾ, ਤੁਹਾਡਾ ਕੋਈ ਕੈਮੀਕਲ ਵਗੈਰਾ ਦੀ ਬੋਟਲ ਪਈ ਹੈ। ਤਾਂ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੀ ਕਹਿ ਰਹੇ ਹੋਗੇ, ਤੁਸੀਂ ਉੱਥੇ ਆਪਣੀ ਲੈਬ ਦੇ ਵਿੱਚ ਜਾ ਕੇ ਕਹਿ ਰਹੇ ਹੋ ਕਿ ਮੈਮ ਇਹ ਸਾਰੀਆਂ ਚੀਜ਼ਾਂ ਕੀ ਨੇਗੀਆਂ, ਨਾਊਨ ਨੇਗੀਆਂ, ਜਿਨ੍ਹਾਂ ਦੇ ਨੇਮ ਨੇ। ਤਾਂ ਮਤਲਬ ਕੀ ਹੈ ਵੀ ਤੁਸੀਂ ਇੰਗਲਿਸ਼ ਦੇ ਜਿਹੜੇ ਗ੍ਰਾਮਰ ਦਾ ਰੂਲ ਸੀਗਾ ਉਹਨੂੰ ਤੁਸੀਂ ਦੂਸਰੇ ਸਬਜੈਕਟ ਦੇ ਵਿੱਚ ਜਾ ਕੇ ਕੀ ਕੀਤਾ, ਫੋਲੋ ਕੀਤਾ। ਹੁਣ ਜਦੋਂ ਤੁਸੀਂ ਸਾਇੰਸ ਦੀ ਨੋਟਬੁੱਕ ਦੇ ਉੱਪਰ ਪੜ੍ਹ ਰਹੇ ਹੋ, ਚੈਪਟਰ ਪੜ੍ਹ ਰਹੇ ਹੋ, ਲੈਸਨ ਪੜ੍ਹ ਰਹੇ ਹੋ, ਠੀਕ ਹੈ, ਮੰਨ ਲਓ ਸੈੱਲ ਇਜ਼ ਆ ਫੰਡਾਮੈਂਟਲ ਯੂਨਿਟ ਆਫ ਲਾਈਫ, ਇਹ ਪੜ੍ਹ ਰਹੇ ਹੋ, ਤਾਂ ਤੁਸੀਂ ਕਹਿ ਰਹੇ ਹੋ ਕਿ ਉੱਥੇ ਸੈੱਲ ਹੈ ਜਿਹੜਾ ਸਬਜੈਕਟ ਹੋ ਗਿਆ, ਇਜ਼ ਹੈ ਜਿਹੜਾ ਵਰਬ ਹੋ ਗਿਆ, ਠੀਕ ਹੈ। ਮਤਲਬ ਇੰਗਲਿਸ਼ ਦੇ ਰੂਲ ਨੂੰ ਤੁਸੀਂ ਕਿਸੇ ਹੋਰ ਸਬਜੈਕਟ ਦੇ ਨਾਲ ਕੋਰਿਲੇਟ ਕਰਕੇ ਕੀ ਕਰ ਰਹੇ ਹੋ, ਟੀਚ ਕਰ ਰਹੇ ਹੋ, ਪੜ੍ਹ ਰਹੇ ਹੋ, ਲਰਨ ਕਰ ਰਹੇ ਹੋ, ਸਿੱਖ ਰਹੇ ਹੋ। ਸਮਝ ਗਏ ਅੱਗੇ ਜੇ? ਤਾਂ ਉਹਨੂੰ ਕੀ ਕਹਾਂਗੇ ਅਸੀਂ, ਇੰਸੀਡੈਂਟਲ ਮੈਥਡ ਕਹਾਂਗੇ। ਸਮਝ ਗਏ ਇਹ ਮੈਥਡ ਜਿਹੜੇ ਮੋਸਟ ਇੰਪੋਰਟੈਂਟ ਨੇ, ਠੀਕ ਹੈ। ਤਾਂ ਨੈਕਸਟ ਦੇਖੋ ਜਿਹੜਾ ਤੁਹਾਡਾ ਚੈਪਟਰ ਹੈ ਇਸ ਦੇ ਵਿੱਚ ਅਸੀਂ ਕੀ ਪੜ੍ਹਦੇ ਹਾਂ, ਚੈਲੰਜਸ ਆਫ ਟੀਚਿੰਗ ਲੈਂਗੁਏਜ ਇਨ ਡਾਈਵਰਸ ਕਲਾਸਰੂਮ। ਕਹਿੰਦੇ ਕਿਹੜੇ ਕਿਹੜੇ ਚੈਲੰਜਸ ਆਉਂਦੇ ਨੇ ਜਦੋਂ ਅਸੀਂ ਟੀਚ ਕਰਦੇ ਹਾਂ ਲੈਂਗੁਏਜ ਨੂੰ ਇੱਕ ਡਾਈਵਰਸ ਕਲਾਸਰੂਮ ਦੇ ਵਿੱਚ, ਠੀਕ ਹੈ। ਡਾਈਵਰਸ ਕਲਾਸਰੂਮ ਮਤਲਬ ਜਿਸ ਦੇ ਵਿੱਚ ਅਲੱਗ-ਅਲੱਗ ਕੀ ਨੇਗੇ ਬੈਕਗਰਾਊਂਡ ਤੋਂ ਬੱਚੇ ਆਏ ਨੇ। ਮਤਲਬ ਇੱਕ ਇੰਗਲਿਸ਼ ਵਾਲਾ ਬੱਚਾ, ਇੱਕ ਪੰਜਾਬੀ ਵਾਲਾ ਬੱਚਾ, ਇੱਕ ਹਿੰਦੀ ਵਾਲਾ ਬੱਚਾ, ਇੱਕ ਫਰੈਂਚ ਵਾਲਾ, ਇੱਕ ਉਰਦੂ ਵਾਲਾ, ਮਤਲਬ ਅਲੱਗ-ਅਲੱਗ ਬੈਕਗਰਾਊਂਡ ਦੇ ਬੱਚੇ ਨੇ। ਤਾਂ ਉੱਥੇ ਟੀਚਰ ਨੂੰ ਕਿਹੜੇ ਕਿਹੜੇ ਚੈਲੰਜਸ ਮਤਲਬ ਐਕਸੈਪਟ ਕਰਨੇ ਪੈਣਗੇ, ਕਿਹੜੇ ਕਿਹੜੇ ਉਹਦੇ ਸਾਹਮਣੇ ਕਠਿਨਾਈਆਂ ਆਉਣਗੀਆਂ, ਪਰੇਸ਼ਾਨੀਆਂ ਆਉਣਗੀਆਂ ਟੀਚਰ ਦੇ ਸਾਹਮਣੇ। ਇੰਡੀਆ ਇਜ਼ ਅ ਲੈਂਡ ਆਫ ਡਾਈਵਰਸ ਲੈਂਗੁਏਜ। ਕਹਿੰਦੇ ਜਿਹੜਾ ਸਾਡਾ ਭਾਰਤ ਹੈਗਾ ਉਹ ਇੱਦਾਂ ਦੀ ਧਰਤੀ ਹੈ ਜਿੱਥੇ ਬਹੁਤ ਸਾਰੀਆਂ ਭਾਸ਼ਾਵਾਂ ਨੇ ਜਿਹੜੀਆਂ ਬੋਲੀਆਂ ਜਾਂਦੀਆਂ ਨੇ। ਮੈਜੋਰਿਟੀ ਆਫ ਇੰਡੀਅਨਸ ਜ਼ਿਆਦਾਤਰ ਜਿਹੜੇ ਸਾਡੇ ਭਾਰਤੀ ਨੇ ਯੂਜ਼ ਕਰਦੇ ਨੇ ਨੰਬਰ ਆਫ ਡਿਫਰੈਂਟ ਲੈਂਗੁਏਜ, ਬਹੁਤ ਜ਼ਿਆਦਾ ਅਲੱਗ-ਅਲੱਗ ਤਰੀਕੇ ਦੀਆਂ ਜਿਹੜੀਆਂ ਲੈਂਗੁਏਜਸ ਨੇ, ਭਾਸ਼ਾ ਨੇ, ਉਹ ਯੂਜ਼ ਕਰਦੇ ਨੇ। ਹੁਣ ਤੁਸੀਂ ਆਪਣੇ ਹੀ ਪੰਜਾਬ ਦੇ ਵਿੱਚ ਦੇਖ ਲਓ, ਆਪਣੇ ਪੰਜਾਬ ਦੇ ਵਿੱਚ ਕਈ ਲੋਕ ਨੇ ਜਿਹੜੇ ਪੰਜਾਬੀ ਨੂੰ ਵੀ ਯੂਜ਼ ਕਰਦੇ ਨੇ, ਇੰਗਲਿਸ਼ ਵੀ ਯੂਜ਼ ਕਰਦੇ ਨੇ, ਹਿੰਦੀ ਵੀ ਯੂਜ਼ ਕਰਦੇ ਨੇ। ਹੁਣ ਅਲੱਗ ਤੋਂ ਇੱਕ ਹੋਰ ਫੈਸ਼ਨ ਚੱਲਿਆ ਪਿਆ ਹੈਗਾ ਕਿ ਹਰ ਇੱਕ ਕੀ ਹੈਗਾ ਮਲਟੀ ਲੈਂਗੁਏਜ ਦਾ ਸ਼ੌਂਕ ਰੱਖਦਾ ਹੈਗਾ। ਕੋਈ ਫਰੈਂਚ ਸਿੱਖ ਰਿਹਾ ਹੈਗਾ, ਕੋਈ ਉਰਦੂ ਸਿੱਖ ਰਿਹਾ, ਕੋਈ ਸੰਸਕ੍ਰਿਤ ਸਿੱਖ ਰਿਹਾ। ਮਤਲਬ ਇੱਦਾਂ ਹਰ ਇੱਕ ਮਤਲਬ ਸਾਡੀ ਜਿਹੜੀ ਇੰਡੀਆ ਦੀ ਧਰਤੀ ਹੈਗੀ ਹੈ ਨਾ
ਉਸਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਭਾਸ਼ਾਜ਼ ਨੇ ਜਿਹੜੇ ਬੱਚੇ ਸਿੱਖ ਰਹੇ ਨੇ। ਤਾਂ ਹੁਣ ਜਦੋਂ ਪੇਰੈਂਟਸ ਸਿੱਖ ਰਹੇ ਨੇ ਉਹ ਆਪਣੇ ਬੱਚਿਆਂ ਨੂੰ ਸਿਖਾਉਂਦੇ ਨੇ, ਤਾਂ ਜਦੋਂ ਬੱਚਾ ਹੈਗਾ ਜਿਹੜਾ ਅੱਗੇ ਸਕੂਲ ਦੇ ਵਿੱਚ ਜਾ ਕੇ ਮਤਲਬ ਐਡਮਿਸ਼ਨ ਲੈਂਦਾ ਤਾਂ ਉਹ ਟੀਚਰ ਦੇ ਨਾਲ ਵੀ ਉਸ ਤਰ੍ਹਾਂ ਅਲੱਗ-ਅਲੱਗ ਭਾਸ਼ਾ ਨੂੰ ਕੀ ਕਰਦਾ ਹੈਗਾ, ਯੂਜ਼ ਕਰਦਾ, ਬੋਲਦਾ, ਤਾਂ ਉਹ ਟੀਚਰ ਦੇ ਵਾਸਤੇ ਕੀ ਹੋ ਜਾਂਦਾ, ਇੱਕ ਚੈਲੇਂਜ ਬਣ ਜਾਂਦਾ, ਕਿਉਂਕਿ ਹਰ ਇੱਕ ਬੱਚੇ ਦੇ ਵਾਸਤੇ ਕੰਸੈਪਟ, ਹਰ ਇੱਕ ਬੱਚੇ ਦਾ ਕੰਸੈਪਟ ਕਲੀਅਰ ਹੋਣਾ ਜ਼ਰੂਰੀ ਹੈਗਾ, ਹੈ ਨਾ। ਟੀਚਰ ਦੀ ਰਿਸਪੋਂਸੀਬਿਲਿਟੀ ਹੈਗੀ, ਤਾਂ ਉਸਦੇ ਵਾਸਤੇ ਕੀ ਇੱਕ ਚੈਲੇਂਜ ਬਣ ਜਾਂਦਾ ਹੈ। ਤਾਂ ਦੇਖੋ ਇਸ ਦੇ ਵਿੱਚ ਕੀ ਕਿਹਾ ਗਿਆ ਅਗਰ ਜੇ ਕਿ ਕਲਾਸਰੂਮ ਇਜ਼ ਆਲਵੇਜ਼ ਅ ਚੈਲੇਂਜ ਫॉर ਟੀਚਰ। ਕਹਿੰਦੇ ਇੱਕ ਕਲਾਸਰੂਮ ਹੈਗਾ, ਠੀਕ ਹੈ। ਕਲਾਸਰੂਮ ਕੀ ਹੁੰਦਾ ਹੈਗਾ, ਉਸ ਰੂਮ ਦੇ ਵਿੱਚ ਜਿੱਥੇ ਬਹੁਤ ਸਾਰੇ ਅਲੱਗ-ਅਲੱਗ ਟਾਈਪ ਦੇ ਕੀ ਬੈਠੇ ਨੇ, ਬੱਚੇ ਬੈਠੇ ਨੇ ਸਿੱਖਣ ਦੇ ਵਾਸਤੇ, ਲਰਨ ਕਰਨ ਦੇ ਵਾਸਤੇ। ਇਹ ਹਮੇਸ਼ਾ ਟੀਚਰ ਦੇ ਵਾਸਤੇ ਕੀ ਹੁੰਦਾ, ਇੱਕ ਚੈਲੇਂਜ ਹੁੰਦਾ ਹੈਗਾ, ਇੱਕ ਕੀ ਹੁੰਦਾ ਚੁਣੌਤੀ ਹੁੰਦੀ ਹੈ ਨਾ, ਇੱਕ ਮਤਲਬ ਇੱਕ ਤਰੀਕੇ ਦਾ ਚੈਲੇਂਜ ਹੁੰਦਾ, ਤੁਸੀਂ ਸਮਝ ਗਏ ਹੋਣੇ, ਹੈ ਨਾ। ਟੀਚਰ ਸ਼ੁੱਡ ਬੀ ਵੈਲ ਪ੍ਰੀਪੇਅਰਡ ਟੂ ਫੇਸ ਵਿਦ ਆਲ ਚੈਲੇਂਜਸ ਦੈਟ ਵਿਲ ਬੀ ਮੀਟ ਇਨ ਦੇਅਰ ਵਰਕ। ਕਹਿੰਦੇ ਜਦੋਂ ਟੀਚਰ ਹੁਣ ਕੀ ਕਰ ਰਿਹਾ, ਆਪਣਾ ਵਰਕ ਕਰ ਰਿਹਾ, ਕੰਮ ਕਰ ਰਿਹਾ, ਕਲਾਸ ਦੇ ਵਿੱਚ ਟੀਚਰ ਗਿਆ, 30 ਬੱਚਿਆਂ ਦੀ ਕਲਾਸ ਹੈਗੀ, ਅਲੱਗ-ਅਲੱਗ ਲੈਂਗੁਏਜ ਦੇ ਬਹੁਤ ਸਾਰੇ ਬੱਚੇ ਬੈਠੇ ਨੇ, ਤਾਂ ਟੀਚਰ ਨੂੰ ਪੂਰੇ ਤਰੀਕੇ ਨਾਲ ਪ੍ਰੀਪੇਅਰ ਹੋਣਾ ਹੋਊਗਾ, ਤਿਆਰ ਹੋਣਾ ਪਊਗਾ ਉਹਨਾਂ ਪਰੇਸ਼ਾਨੀਆਂ ਨੂੰ ਫੇਸ ਕਰਨ ਵਾਸਤੇ, ਉਹਨਾਂ ਦਾ ਸਾਹਮਣਾ ਕਰਨ ਵਾਸਤੇ, ਜਿਹੜੇ ਚੈਲੇਂਜ ਟੀਚਰ ਨੂੰ ਉੱਥੇ ਪੜ੍ਹਾਉਣ ਵੇਲੇ ਆਉਣਗੇ। ਹੁਣ ਟੀਚਰ ਹੈ ਜਿਹੜਾ ਮਤਲਬ ਇੱਕ ਜਿਹੜਾ ਸਾਇੰਸ ਦਾ ਕੋਈ ਲੈਸਨ ਪੜ੍ਹਾ ਰਿਹਾ, ਸਾਇੰਸ ਦਾ ਕੋਈ ਕੰਸੈਪਟ ਟੀਚਰ ਨੇ ਦੱਸਤਾ, ਠੀਕ ਹੈ। ਜਿਹੜਾ ਪੰਜਾਬੀ ਵਾਲਾ ਬੱਚਾ ਹੈਗਾ ਤਾਂ ਉਸ ਦਾ ਵੀ ਕਲੀਅਰ ਹੋਣਾ ਚਾਹੀਦਾ ਉਹ ਕੰਸੈਪਟ, ਇੰਗਲਿਸ਼ ਵਾਲੇ ਬੱਚੇ ਨੂੰ ਵੀ ਕੰਸੈਪਟ ਪੂਰੀ ਤਰੀਕੇ ਨਾਲ ਵਧੀਆ ਕਲੀਅਰ ਹੋਣਾ ਚਾਹੀਦਾ, ਪਤਾ ਹੋਣਾ ਚਾਹੀਦਾ, ਠੀਕ ਹੈ। ਹਿੰਦੀ ਵਾਲੇ ਬੱਚੇ ਨੂੰ ਵੀ ਕਲੀਅਰ ਹੋਣਾ ਚਾਹੀਦਾ, ਫਰੈਂਚ ਵਾਲਾ, ਉਰਦੂ ਵਾਲਾ, ਕੋਈ ਵੀ ਬੱਚਾ ਬੈਠਿਆ ਕਿਸੇ ਵੀ ਬੈਕਗਰਾਊਂਡ ਤੋਂ ਆਇਆ, ਕਿਸੇ ਵੀ ਭਾਸ਼ਾ ਤੋਂ ਆਏ ਹੈ, ਟੀਚਰ ਦਾ ਇਹ ਫਰਜ਼ ਬਣਦਾ, ਟੀਚਰ ਦੇ ਵਾਸਤੇ ਇਹ ਚੁਣੌਤੀ ਹੁੰਦੀ ਹੈ, ਇੱਕ ਚੈਲੇਂਜ ਹੁੰਦਾ ਹੈ ਕਿ ਜਿਹੜਾ ਵੀ ਕੋਈ ਕੰਸੈਪਟ, ਜਿਹੜਾ ਵੀ ਕੋਈ ਟੌਪਿਕ ਹੈ ਟੀਚਰ ਪੜ੍ਹਾ ਰਹੇ ਆ ਉਹ ਬੱਚੇ ਨੂੰ ਕੀ ਹੋਣਾ ਚਾਹੀਦਾ, ਕਲੀਅਰ ਹੋਣਾ ਚਾਹੀਦਾ। ਸਮਝ ਲੱਗੀ ਰਾਜੇ। ਤਾਂ ਨੈਕਸਟ ਦੇਖੋ, ਓਵਰ ਕਰਾਊਡਡ ਕਲਾਸਰੂਮ ਮਤਲਬ ਕੀ ਹੈਗਾ, ਹੁਣ ਇੱਕ ਕਲਾਸਰੂਮ ਹੈ ਜਿਸ ਦੇ ਵਿੱਚ ਕੀ ਹੈਗਾ ਕਿ 30 ਬੱਚੇ ਹੋਣਗੇ ਤੇ ਇੱਕ ਟੀਚਰ ਹੋਊਗਾ, ਇੱਕ ਟੀਚਰ 30 ਬੱਚਿਆਂ ਵਾਸਤੇ ਹੋਊਗਾ, ਠੀਕ ਹੈ। ਜਿਹੜੇ ਬੱਚੇ ਛੋਟੇ ਨੇ, ਜੇਕਰ ਬੱਚੇ ਵੱਡੇ ਨੇ 8th ਕਲਾਸ ਦੇ ਨੇ ਤਾਂ 35 ਬੱਚੇ, ਠੀਕ ਹੈ। ਤਾਂ ਦੇਖੋ ਹੁਣ ਜੇਕਰ ਓਵਰ ਕਰਾਊਡਡ ਹੈ ਮਤਲਬ ਕੀ ਹੈ, ਕਲਾਸ ਤਾਂ 30 ਬੱਚਿਆਂ ਦੀ ਹੈ, 30 ਬੈਂਚ ਨੇਗੇ ਉੱਥੇ ਬੈਠਣ ਵਾਸਤੇ ਜਵਾਕਾਂ ਦੇ, ਠੀਕ ਹੈ, ਇੱਕ ਟੀਚਰ ਹੈ, ਪਰ ਉੱਥੇ ਬੱਚੇ ਕਿੰਨੇ ਆ ਗਏ, 40 ਆ ਗਏ, ਤਾਂ ਹੀ ਕੀ ਹੋ ਗਿਆ, ਓਵਰ ਕਰਾਊਡਡ ਹੋ ਗਿਆ ਨਾ, ਬੱਚੇ ਬੈਠਣ ਦੀ ਥਾਂ ਨਹੀਂ ਹੈਗੀ, ਦਿੱਕਤ ਆਉਂਦੀ ਹੈ। ਤਾਂ ਜਨਰਲੀ ਰਿਡਿਊਸ ਦਾ ਟੀਚਰਸ ਐਬਿਲਿਟੀ ਟੂ ਟੀਚ ਇੰਗਲਿਸ਼ ਇਫੈਕਟਿਵਲੀ। ਹੁਣ ਕਿੱਥੇ ਤਾਂ ਬੱਚੇ ਮਤਲਬ ਕੀ ਹੈਗਾ 30 ਮਿੰਟ ਦੀ 35 ਮਿੰਟ ਦੀ ਕਲਾਸ ਹੈਗੀ, ਜਿਹੜੇ ਉਹ 30 ਬੱਚੇ ਸੀਗੇ ਉਹਨਾਂ ਨੂੰ ਜਿੰਨਾ ਟਾਈਮ ਮਿਲ ਰਿਹਾ ਸੀ ਟੀਚਰ ਉਹਨਾਂ ਨੂੰ ਮਤਲਬ ਕੀ ਕਰ ਰਿਹਾ ਸੀ, ਆਪਣੀ ਪੂਰਾ ਤਰੀਕੇ ਨਾਲ ਕੰਸਨਟ੍ਰੇਸ਼ਨ ਦੇ ਨਾਲ ਫੋਕਸ ਕਰਕੇ ਬੱਚਿਆਂ ਨੂੰ ਪੜ੍ਹਾ ਰਿਹਾ ਸੀ। ਤਾਂ ਉੱਥੇ ਕੀ ਹੋਊਗਾ ਜਦੋਂ ਓਵਰ ਕਰਾਊਡਡ, ਹੁਣ ਜਦੋਂ 40 ਬੱਚੇ ਹੋ ਗਏ, ਕਈ ਵਾਰ ਇੱਦਾਂ ਹੁੰਦਾ ਨਾ ਕਿ 2 ਕਲਾਸਾਂ ਨੂੰ ਕੰਬਾਈਨ ਕਰ ਦਿੰਦੇ ਨੇ, ਹੈ ਨਾ, ਤਾਂ ਇੱਕ ਟੀਚਰ ਹੁੰਦਾ, ਤਾਂ ਉੱਥੇ ਟੀਚਰ ਹੁੰਦਾ ਜਿਹੜਾ ਜਨਰਲੀ ਕੀ ਕਰਦਾ, ਰਿਡਿਊਸ ਕਰਦਾ ਟੀਚਰ ਦੀ ਜਿਹੜੀ ਐਬਿਲਿਟੀ, ਟੀਚਰ ਦੇ ਵਿੱਚ ਜਿਹੜੀ ਪਾਵਰ ਹੁੰਦੀ ਹੈ ਪੜ੍ਹਾਉਣ ਦੀ, ਹੈ ਨਾ, ਟੀਚ ਕਰਨ ਦੀ, ਉਹ ਕੀ ਹੋ ਜਾਂਦੀ ਹੈ, ਰਿਡਿਊਸ ਹੋ ਜਾਂਦੀ ਹੈ, ਘੱਟ ਹੋ ਜਾਂਦੀ ਹੈ। ਉਹ ਉਹਨਾਂ ਇਫੈਕਟਲੀ, ਉਹਨਾਂ ਵਧੀਆ ਤਰੀਕੇ ਨਾਲ ਪੜ੍ਹਾ ਨਹੀਂ ਸਕਦਾ। ਅਤੇ ਪੇ ਪਰਸਨਲਾਈਜ਼ਡ ਅਟੈਂਸ਼ਨ ਟੂ ਲਰਨਰਸ ਮਤਲਬ ਹਰ ਇੱਕ ਬੱਚੇ ਨੂੰ ਪਰਸਨਲੀ ਜਾ ਕੇ ਦੇਖ ਨਹੀਂ ਸਕਦਾ ਕਿ ਕਿਸ ਬੱਚੇ ਨੂੰ ਕਿੱਥੇ ਪ੍ਰੋਬਲਮ ਆ ਰਹੀ ਹੈ। ਹੁਣ ਦੇਖੋ ਇੱਕ ਟੀਚਰ ਪੜ੍ਹਾ ਰਿਹਾ, ਜਿੰਨੇ ਘੱਟ ਬੱਚੇ ਹੋਣਗੇ ਉਹਦਾ ਟੀਚਰ ਦਾ ਫੋਕਸ ਹਰ ਇੱਕ ਬੱਚੇ 'ਤੇ ਬਹੁਤ ਵਧੀਆ ਤਰੀਕੇ ਨਾਲ ਹੋਊਗਾ ਕਿ ਕਿਸ ਬੱਚੇ ਨੂੰ ਕਿੱਥੇ ਪ੍ਰੋਬਲਮ ਆ ਰਹੀ ਹੈ, ਬੱਚਾ ਕਿਸ ਚੀਜ਼ ਦੇ ਵਿੱਚ ਪਿੱਛੇ ਹੈ, ਅੱਗੇ ਹੈ, ਠੀਕ ਹੈ। ਪਰ ਜੇਕਰ ਬਹੁਤ ਜ਼ਿਆਦਾ ਬੱਚੇ ਹੋਣਗੇ ਤਾਂ ਟੀਚਰ ਇੱਕ ਇਕੱਲਾ ਟੀਚਰ ਹੈ ਜਿਹੜਾ ਇੰਨੇ ਬੱਚੇ ਨੂੰ ਕੀ ਨਹੀਂ ਕਰ ਸਕਦਾ, ਇਫੈਕਟਿਵਲੀ ਬਹੁਤ ਜ਼ਿਆਦਾ ਵਧੀਆ ਫੋਕਸ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੂੰ ਪੜ੍ਹਾ ਨਹੀਂ ਸਕਦਾ, ਉਹਨਾਂ 'ਤੇ ਧਿਆਨ ਨਹੀਂ ਦੇ ਸਕਦਾ। ਪਤਾ ਲੱਗ ਗਿਆ ਜੇ ਓਵਰ ਕਰਾਊਡਡ ਕਲਾਸਰੂਮ ਦਾ ਜਿਹੜਾ ਜ਼ਿਆਦਾ ਕਰਾਊਡ ਹੋਵੇ ਜਦੋਂ ਕਲਾਸ ਦੇ ਵਿੱਚ। ਲੈਕ ਆਫ ਸਟੱਡੀ ਮਟੀਰੀਅਲ, ਇਹ ਟੀਚਰ ਵਾਸਤੇ ਚੈਲੰਜ ਆ। ਹੁਣ ਇਹ ਸਾਰੇ ਚੈਲੰਜ ਨੇ ਕਿ ਇੱਕ ਜਦੋਂ ਕਲਾਸਰੂਮ ਦੇ ਵਿੱਚ ਟੀਚਰ ਹੈ ਜਿਹੜਾ ਪੜ੍ਹਾ ਰਿਹਾ ਉਹਨੂੰ ਕਿਹੜੇ ਚੈਲੰਜ, ਕਿਹੜੀਆਂ ਮਤਲਬ ਜਿਹੜੀਆਂ ਦਿੱਕਤਾਂ ਆ ਸਕਦੀਆਂ ਨੇ। ਹੁਣ ਪਹਿਲਾ ਚੈਲੰਜ ਹੋ ਗਿਆ ਕਿ ਜੇਕਰ ਕਲਾਸਰੂਮ ਦੇ ਵਿੱਚ ਬੱਚੇ ਜ਼ਿਆਦਾ ਨੇ, ਓਵਰ ਕਰਾਊਡਡ ਹੈ, ਹੁਣ ਜੇਕਰ ਟੀਚਰ ਕੋਲ ਸਟੱਡੀ ਮਟੀਰੀਅਲ ਨਹੀਂ ਉਹ ਵਿਚਾਰਾ ਕਿਵੇਂ ਪੜ੍ਹਾਊਗਾ। ਇਟਸ ਅਨਦਰ ਚੈਲੰਜ, ਇੱਕ ਇਹ ਵੀ ਚੈਲੰਜ ਹੁੰਦਾ ਹੈ ਕਿ ਫॉर ਇੰਗਲਿਸ਼ ਟੀਚਿੰਗ ਇਨ ਇੰਡੀਆ, ਜਦੋਂ ਟੀਚਰ ਕੀ ਕਰਦੇ ਨੇ, ਹੁਣ ਜਿਵੇਂ ਮੰਨ ਲਓ ਪ੍ਰਿੰਸੀਪਲ ਨੇ ਕਿਹਾ ਸੀਗਾ ਕਿ ਹੈ ਨਾ ਬੱਚਿਆਂ ਨੂੰ ਇੰਗਲਿਸ਼ ਦੀ ਇੱਕ ਕਲਾਸ ਦੇਣੀ ਹੈਗੀ, ਜੇਕਰ ਉੱਥੇ ਸਟੱਡੀ ਮਟੀਰੀਅਲ ਨਹੀਂ ਤਾਂ ਟੀਚਰ ਵਿਚਾਰਾ ਕਿਵੇਂ ਪੜ੍ਹਾਊਗਾ। ਇੰਡੀਆ ਦੇ ਵਿੱਚ ਕਹਿੰਦੇ ਇੱਕ ਬਹੁਤ ਵੱਡਾ ਚੈਲੰਜ ਹੈ। ਦਿਸ ਇਜ਼ ਜਰਨਲੀ ਟਰੂ ਇਨ ਦਾ ਰਿਮੋਟ ਏਰੀਆਜ਼ ਵਿਲੇਜਸ ਵੇਅਰ ਐਟ ਟਾਈਮ ਆਫ ਕੋਰਸ। ਮਤਲਬ ਕੀ ਹੈਗਾ, ਕਹਿੰਦੇ ਹੁਣ ਜਿਹੜੇ ਵਿਲੇਜਸ ਹੁੰਦੇ ਨੇ, ਪਿੰਡ ਵਾਲੇ ਹੁੰਦੇ ਨੇ, ਹੈ ਨਾ, ਲੋਕ, ਜਾਂ ਫਿਰ ਥੋੜ੍ਹਾ ਜਿਹਾ ਬੈਕਗਰਾਊਂਡ ਮਤਲਬ ਉਹਨਾਂ ਦਾ ਉਹ ਹੁੰਦਾ ਹੈਗਾ, ਹੈ ਨਾ, ਬੈਕਵਰਡ ਏਰੀਆ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਜਿੱਥੇ ਕੀ ਹੈਗਾ ਸਟੱਡੀ ਮਟੀਰੀਅਲ ਬਹੁਤ ਵਧੀਆ ਤਰੀਕੇ ਨਾਲ ਨਹੀਂ ਮਿਲ ਪਾਉਂਦਾ, ਹਰ ਇੱਕ ਚੀਜ਼ ਬਹੁਤ ਵਧੀਆ ਤਰੀਕੇ ਨਾਲ, ਇੰਟਰਨੈਟ ਕੀ ਹੋ ਗਿਆ, ਹੋਰ ਰਿਸੋਰਸਿਸ ਕੀ ਹੋ ਗਿਆ, ਬੱਚੇ ਨੂੰ ਨਹੀਂ ਮਿਲ ਪਾਉਂਦੇ, ਟੀਚਰ ਨੂੰ ਨਹੀਂ ਮਿਲ ਪਾਉਂਦੇ। ਹੁਣ ਜਿੱਥੇ ਟੀਚਰਸ ਦੇ ਕੋਲ ਰਿਸੋਰਸਿਸ ਦੀ ਕਮੀ ਹੈ ਤਾਂ ਟੀਚਰ ਦੇ ਕੋਲ ਮਟੀਰੀਅਲ ਦੀ ਕਮੀ ਹੈਗੀ, ਤਾਂ ਉਹ ਵਧੀਆ ਤਰੀਕੇ ਨਾਲ ਨਹੀਂ ਪੜ੍ਹਾ ਸਕਦਾ।
ਉਹਨਾਂ ਦੋ ਸਕੂਲ ਨੇ। ਇੱਕ ਟੀਚਰ ਹੈ ਜਿਹੜਾ ਇੰਗਲਿਸ਼ ਪੜ੍ਹਾ ਰਿਹਾ, ਉਹਦੇ ਕੋਲੇ ਟੀਚਰਸ ਕੋਲੇ ਮਤਲਬ ਅਲੱਗ ਤੋਂ ਐਕਸਟਰਾ ਬਹੁਤ ਸਾਰੇ ਮਤਲਬ ਪ੍ਰੋਜੈਕਟ ਹੋ ਗਿਆ ਹੈ ਨਾ, ਪ੍ਰੋਜੈਕਟਰ ਹੈਗਾ ਜਾਂ ਅਲੱਗ ਦੀਆਂ ਹੋਰ ਬਹੁਤ ਸਾਰੇ ਟੀਚਿੰਗ ਏਡਸ ਨੇਗੀਆਂ, ਕੋਈ ਚਾਰਟ ਵਗੈਰਾ ਗਾ, ਕੋਈ ਇੱਦਾਂ ਦੀਆਂ ਆਡੀਓ ਵਿਜ਼ੂਅਲ ਏਡਸ ਨੇਗੀਆਂ ਹੈ ਨਾ। ਮਤਲਬ ਬਹੁਤ ਸਾਰਾ ਤਰੀਕੇ ਨੇਗੇ ਕਿ ਟੀਚਰ ਉਹਨਾਂ ਨੂੰ ਪੜ੍ਹਾ ਸਕਦਾ ਹੈਗਾ, ਕਿਤੇ ਵਿਜ਼ਿਟ ਕਰਾ ਸਕਦਾ ਹੈ ਕਿਸੇ ਸਪੀਚ ਵਗੈਰਾ ਦੇ ਵਿੱਚ, ਕਿਸੇ ਇੰਟਰਵਿਊ ਵਗੈਰਾ ਦੇ ਵਿੱਚ। ਦੂਸਰੇ ਪਾਸੇ ਟੀਚਰ ਕੋਲੇ ਕੀ ਹੈ, ਇੱਕ ਸਿੰਪਲ ਬਸ ਕਲਾਸਰੂਮ ਹੈਗਾ ਜਿੱਥੇ ਜਾ ਕੇ ਟੀਚਰ ਨੇ ਪੜ੍ਹਾਉਣਾ, ਤਾਂ ਉੱਥੋਂ ਉਹ ਸਿਰਫ ਆਪਣਾ ਬੋਲ ਕੇ ਬੱਚਿਆਂ ਨੂੰ ਪੜ੍ਹਾ ਸਕਦਾ ਹੈਗਾ। ਠੀਕ ਹੈ, ਤਾਂ ਦੇਖੋ ਜਿਹੜੀਆਂ ਸਟੱਡੀ ਮਟੀਰੀਅਲ ਚੀਜ਼ਾਂ ਹੁੰਦੀਆਂ ਨੇ ਇਹ ਵੀ ਟੀਚਰ ਵਾਸਤੇ ਇੱਕ ਬਹੁਤ ਕੀ ਹੁੰਦਾ ਨੇ, ਚੈਲੰਜ ਹੁੰਦਾ ਹੈਗਾ। ਉਸ ਤੋਂ ਬਾਅਦ ਹੈਗਾ ਜਿਹੜਾ ਫੋਲਟੀ ਰੀਡਿੰਗ ਹੈਬਿਟ, ਮਤਲਬ ਜਿਹੜਾ ਮਤਲਬ ਪੜ੍ਹਨ ਦਾ ਜਿਹੜੀ ਹੈਬਿਟ ਹੁੰਦੀ ਆ ਸਾਡੀ, ਪੜ੍ਹਨ ਦੀ ਆਦਤ। ਠੀਕ ਹੈ, ਅਮੰਗ ਲਰਨਰਸ ਪੋਜ਼ ਆ ਮੇਜਰ ਚੈਲੰਜ ਫॉर ਟੀਚਰਸ ਹੂ ਹੈਵ ਆ ਟੀਚ ਇੰਗਲਿਸ਼ ਟੂ ਦੈਮ। ਸਮ ਸਟੂਡੈਂਟਸ ਰੀਡ ਬਾਈ ਪੁਟਿੰਗ ਫਿੰਗਰਸ ਔਨ ਦੀ ਵਰਡਸ ਵਿੱਚ ਹਾਈਂਡਰਿੰਗ ਦੇਅਰ ਕੰਸਨਟ੍ਰੇਸ਼ਨ। ਮਤਲਬ ਕਈ ਬੱਚੇ ਕੀ ਕਰਦੇ ਨੇ, ਦੇਖੋ ਹੁਣ ਬੱਚਿਆਂ ਦੀ ਪੜ੍ਹਨ ਦੀਆਂ ਆਦਤਾਂ ਨੇ ਜਿਹੜੀਆਂ ਹੈ ਨਾ, ਉਹ ਵੀ ਟੀਚਰ ਦੇ ਵਾਸਤੇ ਇੱਕ ਬਹੁਤ ਵੱਡਾ ਚੈਲੰਜ ਹੁੰਦੀਆਂ ਨੇਗੀਆਂ। ਜਿਹੜੀਆਂ ਫੋਲਟੀ ਆਦਤਾਂ ਹੁੰਦੀਆਂ ਨੇ, ਖਰਾਬ ਆਦਤਾਂ ਹੁੰਦੀਆਂ ਨੇ। ਹੁਣ ਕਈ ਵਾਰੀ ਬੱਚਾ ਕੀ ਕਰਦਾ, ਪੜ੍ਹਦਾ ਹੈਗਾ, ਜਦੋਂ ਆਪਣੀਆਂ ਫਿੰਗਰਸ ਨੂੰ ਹੈ ਨਾ ਪੁੱਟ ਕਰਦਾ ਹੈਗਾ ਹਰ ਇੱਕ ਅੱਖਰ ਦੇ ਉੱਪਰ, ਪੂਰਾ ਐਵੇਂ ਧਿਆਨ ਨਾਲ ਪੜ੍ਹਦਾ, ਜਿਵੇਂ ਇਹਨੂੰ ਪੜ੍ਹ ਰਿਹਾ ਮਤਲਬ ਟੀਚ ਇੰਗਲਿਸ਼ ਟੂ ਦੈਮ ਸਮ ਸਟੂਡੈਂਟਸ, ਇੱਦਾਂ ਪੜ੍ਹਦਾ। ਤਾਂ ਬੱਚਾ ਕੀ ਕਰ ਰਿਹਾ, ਉਹ ਸਿਰਫ ਅੱਖਰ ਨੂੰ, ਜਿਵੇਂ ਸਮ ਹੈਗਾ, ਸਟੂਡੈਂਟ ਹੈ, ਉਹਨੂੰ ਪੂਰੇ ਧਿਆਨ ਨਾਲ ਫੋਕਸ ਨਾਲ ਪੜ੍ਹਦਾ, ਪਰ ਇਹਦੇ ਉੱਪਰ ਕੰਸਨਟ੍ਰੇਸ਼ਨ ਨਹੀਂ ਦਿੰਦਾ। ਤਾਂ ਉਹ ਟੀਚਰ ਵਾਸਤੇ ਇੱਕ ਬਹੁਤ ਵੱਡਾ ਚੈਲੰਜ ਹੁੰਦਾ। ਇੱਦਾਂ ਬੱਚਿਆਂ ਦੀਆਂ ਜਿਹੜੀਆਂ ਹੈਬਿਟਸ ਨੂੰ ਬ੍ਰੇਕ ਡਾਊਨ ਕਰਨਾ, ਬੱਚਿਆਂ ਦੀ ਹੈਬਿਟਸ ਨੂੰ ਸੁਧਾਰਨਾ ਹੈ ਨਾ, ਮਤਲਬ ਬੱਚਿਆਂ ਦੇ ਵਿੱਚ ਜਿਹੜੀ ਕੋਈ ਵੀ ਆਦਤ ਪਈ ਹੁੰਦੀ ਹੈਗੀ, ਉਸ ਆਦਤ ਨੂੰ ਕੀ ਕਰਨਾ, ਸੁਧਾਰਨਾ। ਸਿਰਫ ਰੀਡਿੰਗ 'ਤੇ ਧਿਆਨ ਦੇਣਾ, ਪੜ੍ਹਨ 'ਤੇ ਧਿਆਨ ਦੇਣਾ, ਉਹਦੇ ਕੰਸਨਟ੍ਰੇਸ਼ਨ, ਉਹਦੇ ਕੰਸੈਪਟ ਨੂੰ ਸਮਝਣਾ, ਉਹਦੀ ਮੀਨਿੰਗ ਨੂੰ ਨਾ ਸਮਝਣਾ। ਠੀਕ ਹੈ, ਇਹ ਬੱਚਿਆਂ ਦੇ ਵਿੱਚ ਬਹੁਤ ਇੱਕ ਆਦਤ ਹੁੰਦੀ ਹੈ। ਤਾਂ ਉਹ ਟੀਚਰ ਕੀ ਕਰਦਾ, ਉਹਨਾਂ ਆਦਤਾਂ ਨੂੰ ਸੁਧਾਰਦਾ ਹੈਗਾ। ਇਹ ਵੀ ਇੱਕ ਟੀਚਰ ਵਾਸਤੇ ਬਹੁਤ ਵੱਡਾ ਚੈਲੰਜ ਹੈ। ਸਕੂਲ ਦਾ ਇਨਵਾਇਰਨਮੈਂਟ ਮੋਸਟ ਇੰਪੋਰਟੈਂਟ ਹੈਗਾ ਜਿਹੜਾ। ਠੀਕ ਹੈ, ਹਰ ਕਿਸੇ ਵੀ ਸਬਜੈਕਟ ਵਾਸਤੇ ਇਟ ਸ਼ੁੱਡ ਬੀ ਅ ਲਰਨਰਸ ਫਰੈਂਡਲੀ, ਮਤਲਬ ਜਿਹੜਾ ਸਕੂਲ ਦਾ ਇਨਵਾਇਰਨਮੈਂਟ ਹੈ ਉਹ ਸਟੂਡੈਂਟਸ ਦੇ, ਜਿਹੜਾ ਲਰਨਰ ਹੈ ਜਿਹੜਾ ਸਿੱਖ ਰਿਹਾ, ਉਹਦੇ ਫਰੈਂਡਲੀ ਹੋਣਾ ਚਾਹੀਦਾ ਹੈਗਾ। ਠੀਕ ਹੈ, ਜਿੱਥੇ ਉਹ ਈਜ਼ਲੀ ਹਰ ਇੱਕ ਚੀਜ਼ ਨੂੰ ਸਿੱਖ ਸਕਦਾ ਹੈ। ਮਤਲਬ ਕਲਾਸ ਜਿਹੜਾ ਸਕੂਲ ਦਾ ਇਨਵਾਇਰਨਮੈਂਟ ਆ ਉਹ ਇੰਨਾ ਜ਼ਿਆਦਾ ਸਟ੍ਰਿਕਟ ਨਹੀਂ ਹੋਣਾ ਚਾਹੀਦਾ ਕਿ ਬੱਚਾ ਆਪਣਾ ਕੁਐਸਚਨ ਰੱਖਣ ਤੋਂ ਵੀ ਘਬਰਾਵੇ ਹੈ ਨਾ। ਮਤਲਬ ਉਸਨੂੰ ਇਹ ਨਹੀਂ ਹੋਣਾ ਚਾਹੀਦਾ ਹੈਗਾ, ਮਤਲਬ ਈਜ਼ਲੀ ਉਹ ਆਪਣਾ ਫਰੈਂਡਲੀ ਕਿਸੇ ਵੀ ਟੀਚਰ ਤੋਂ ਕੋਈ ਵੀ ਕੁਐਸਚਨ, ਕੋਈ ਵੀ ਡਾਊਟ ਹੈ ਪੁੱਛ ਸਕਦਾ ਹੈਗਾ। ਦ ਇੰਗਲਿਸ਼ ਲੈਂਗੁਏਜ ਟੀਚਿੰਗ ਨੀਡ ਆ ਨਿਊ ਐਂਡ ਫੰਕਸ਼ਨਲ ਇਨਵਾਇਰਨਮੈਂਟ। ਮਤਲਬ ਜੇਕਰ ਤੁਸੀਂ ਇੰਗਲਿਸ਼ ਲੈਂਗੁਏਜ ਟੀਚ ਕਰਨੀ ਹੈ ਤਾਂ ਤੁਹਾਨੂੰ ਨੀਡ ਹੈਗੀ, ਜ਼ਰੂਰਤ ਹੈ ਇੱਕ ਨਵੇਂ ਐਂਡ ਫੰਕਸ਼ਨਲ ਇਨਵਾਇਰਨਮੈਂਟ ਦੀ, ਮਤਲਬ ਇੱਕ ਵਧੀਆ ਨਵੀਂ ਕਲਾਸਰੂਮ ਦੀ। ਠੀਕ ਹੈ, ਐਂਡ ਦਿਸ ਮੇ ਹਾਰਡ ਟੂ ਹੈਵ, ਪਰ ਇਹ ਕਰਨਾ ਕੀ ਹੈਗਾ, ਥੋੜ੍ਹਾ ਜਿਹਾ ਹਾਰਡ ਹੈਗਾ, ਥੋੜ੍ਹਾ ਜਿਹਾ ਡਿਫੀਕਲਟ ਹੋ ਸਕਦਾ ਹੈਗਾ। ਠੀਕ ਹੈ, ਪਤਾ ਲੱਗ ਰਿਹਾ ਜੀ। ਤਾਂ ਨੈਕਸਟ ਹੈਗਾ ਐਗਜ਼ਾਮ ਓਰੀਐਂਟਡ। ਤਾਂ ਦੇਖੋ ਇੰਗਲਿਸ਼ ਲੈਂਗੁਏਜ ਇਜ਼ ਲਰਨਿੰਗ ਸਿਲੇਬਸ ਇਜ਼ ਕ੍ਰੀਏਟਡ ਹੋਲੀ ਫਰੋਮ ਦਾ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ। ਐਜ਼ ਅ ਰਿਜ਼ਲਟ ਦਾ ਕੰਟੈਂਟ ਡਜ਼ ਨਾਟ ਫੋਕਸ ਔਨ ਰੇਜ਼ਿੰਗ ਦੀ ਲੈਵਲ ਆਫ ਕਮਿਊਨੀਕੇਟਿੰਗ ਕੰਪੀਟੈਂਸ। ਮਤਲਬ ਕੀ ਹੈਗਾ ਕਿ ਜਦੋਂ ਅਸੀਂ ਕੋਈ ਵੀ ਸਬਜੈਕਟ ਹੈਗਾ ਟੀਚ ਕਰ ਰਹੇ ਹਾਂ, ਇੰਗਲਿਸ਼ ਦੀ ਗੱਲ ਕਰ ਰਹੇ ਹਾਂ, ਅਸੀਂ ਇੰਗਲਿਸ਼ ਟੀਚ ਕਰ ਰਹੇ ਹਾਂ, ਤਾਂ ਕਲਾਸਰੂਮ ਕੀ ਹੁੰਦੀ ਹੈ, ਜ਼ਿਆਦਾਤਰ ਜਿਹੜਾ ਸਿਲੇਬਸ ਹੁੰਦਾ ਕਿ ਉਹ ਕੀ ਕਰ ਲੈਂਦੇ ਨੇ, ਐਗਜ਼ਾਮ ਓਰੀਐਂਟਡ। ਮਤਲਬ ਜ਼ਿਆਦਾ ਅਸੀਂ ਐਗਜ਼ਾਮ 'ਤੇ ਧਿਆਨ ਦਿੰਦੇ ਹਾਂਗੇ। ਠੀਕ ਹੈ, ਜਿਵੇਂ ਹੁਣ ਅਸੀਂ ਬੱਚਿਆਂ ਨੂੰ ਪੜ੍ਹਾ ਰਹੇ ਹਾਂ, ਇੰਗਲਿਸ਼ ਸਿਖਾ ਰਹੇ ਹਾਂ, ਤਾਂ ਉੱਥੇ ਅਸੀਂ ਇਹ ਨਹੀਂ ਫੋਕਸ ਕਰਨਾ ਹੈਗਾ ਕਿ ਬੱਚਿਆਂ ਦੇ ਐਗਜ਼ਾਮ ਦੇ ਵਿੱਚ ਨੰਬਰ ਵਧੀਆ ਆਉਣੇ ਚਾਹੀਦੇ ਨੇ, ਬੱਚਿਆਂ ਦੇ ਟੈਸਟ ਜ਼ਿਆਦਾ ਤੋਂ ਜ਼ਿਆਦਾ ਲਓ, ਬੱਚਿਆਂ ਨੂੰ ਇਹ ਕਰੋ। ਉੱਥੇ ਇਹ ਚੀਜ਼ ਦਾ ਧਿਆਨ ਨਹੀਂ ਰੱਖਣਾ ਚਾਹੀਦਾ। ਬੱਚਿਆਂ ਦੀ ਜਿਹੜੀ ਕਮਿਊਨੀਕੇਟਿਵ ਕੰਪੀਟੈਂਸ ਹੈਗਾ, ਕਮਿਊਨੀਕੇਸ਼ਨ ਹੈ ਜਿਹੜੀ ਬੱਚਿਆਂ ਨੂੰ ਇੰਗਲਿਸ਼ ਦੇ ਵਿੱਚ ਸਪੀਕਿੰਗ, ਲਿਸਨਿੰਗ, ਇਹ ਜ਼ਿਆਦਾ ਵਧੀਆ ਹੋਣੀ ਚਾਹੀਦੀ ਹੈ, ਨਾ ਕਿ ਐਗਜ਼ਾਮ ਦੇ ਵਿੱਚ ਨੰਬਰ ਲੈਣੇ। ਠੀਕ ਹੈ, ਮਤਲਬ ਕੀ ਹੈਗਾ, ਜਿੱਦਾਂ ਕਿ ਹੁਣ ਦੇਖੋ ਮੈਂ ਵੀ ਆਪਣੀ ਕਲਾਸ ਦੇ ਵਿੱਚ ਤੁਹਾਨੂੰ ਦੱਸਦੀ ਹਾਂ ਕਿ ਤੁਸੀਂ ਇਹ ਨਹੀਂ ਦੇਖਣਾ ਹੈਗਾ ਕਿ ਜਿਹੜੇ ਨੋਟਸ ਨੇ ਉਹ ਕਿਸ ਲੈਂਗੁਏਜ ਦੇ ਵਿੱਚ ਨੇ, ਜਾਂ ਅਸੀਂ ਕਿਵੇਂ ਇਕੱਠੇ ਕਰੀਏ, ਸਾਡੇ ਕੋਲ ਜ਼ਿਆਦਾ ਤੋਂ ਜ਼ਿਆਦਾ PDF ਆ ਜਾਣ। ਤੁਸੀਂ ਫੋਨ ਭਰ ਲੈਂਦੇ ਹੋ ਆਪਣੀਆਂ PDFs ਦੇ ਨਾਲ ਹੈ ਨਾ, ਮਤਲਬ ਇਹਨਾਂ ਲਿਖ ਕੇ ਆਪਣੀਆਂ ਨੋਟਬੁੱਕਸ ਭਰ ਲੈਂਦੇ ਹੋ। ਇਹ ਜ਼ਿਆਦਾ ਜ਼ਰੂਰੀ ਨਹੀਂ ਹੈਗਾ, ਇਹ ਤੁਹਾਡੇ ਵਾਸਤੇ ਇੰਨਾ ਜ਼ਰੂਰੀ ਨਹੀਂ ਹੈਗਾ, ਕਿਉਂਕਿ ਤੁਹਾਡੇ ਵਾਸਤੇ ਸਮਝਣਾ ਜ਼ਿਆਦਾ ਜ਼ਰੂਰੀ ਹੈ, ਤੁਹਾਡੀ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ। ਠੀਕ ਹੈ, 150 ਜਿਹੜੇ ਕੁਐਸਚਨਸ ਦੀ ਕਲਾਸ ਤੁਸੀਂ ਦੇਖ ਰਹੇ ਹੋ, ਤੁਹਾਡੇ ਉੱਪਰੋਂ ਦੀ ਲੰਘ ਗਿਆ, ਇਹਦਾ ਫਸਟ ਦਾ A ਆਊਗਾ, ਸੈਕਿੰਡ ਦਾ B ਆਊਗਾ, ਥਰਡ ਦਾ C, ਤੁਸੀਂ ਇੱਦਾਂ ਲਗਾ ਰਹੇ ਹੋ, ਉਹਦਾ ਕੋਈ ਫਾਇਦਾ ਨਹੀਂ ਹੈਗਾ ਰਾਜੇ। ਚਾਹੇ ਤੁਸੀਂ ਕੋਈ ਵੀ ਕਲਾਸ ਹੈਗੀ ਜਿਹੜੇ ਚਾਹੇ 20 ਕੁਐਸਚਨਸ ਵਾਲੀ ਲਗਾ ਲਓ, ਪਰ ਕਮ ਸੇ ਕਮ ਉਹ 20 ਕੁਐਸਚਨਸ ਦੀ ਕਲਾਸ ਹੈ ਜਿਹੜੀ ਤੁਹਾਡੇ ਸਮਝ ਆਉਣੀ ਚਾਹੀਦੀ ਹੈ। ਸਮਝ ਲੱਗੇ? ਤਾਂ ਤੁਸੀਂ ਐਗਜ਼ਾਮ ਓਰੀਐਂਟਡ ਨਹੀਂ ਹੋਣਾ ਚਾਹੀਦਾ ਕਿ ਜਿਹੜਾ ਤੁਸੀਂ ਪੜ੍ਹਾਇਆ ਹੈਗਾ ਟੀਚਰ ਨੇ ਹੈ ਨਾ ਬੱਚੇ ਨੂੰ, ਕਿ ਬਸ ਉਸ ਦੇ ਵਾਸਤੇ ਬੱਚਾ ਐਗਜ਼ਾਮ ਦੇ ਵਾਸਤੇ ਆਪਣੀ ਪ੍ਰੀਪੇਅਰ ਹੋ ਜੇ ਹੈ ਨਾ, ਬੱਚਾ ਪੇਪਰ ਦੇ ਵਿੱਚ ਵਧੀਆ ਨੰਬਰ ਲਵੇ ਅਤੇ ਵਧੀਆ ਫਸਟ ਆਵੇ। ਇਹ ਨਹੀਂ ਹੋਣਾ ਚਾਹੀਦਾ। ਇਹ ਹੋਣਾ ਚਾਹੀਦਾ ਕਿ ਬੱਚੇ ਦੀ ਕਮਿਊਨੀਕੇਸ਼ਨ ਵਧੀਆ ਹੋਣੀ ਚਾਹੀਦੀ ਹੈ। ਜੇਕਰ ਬੱਚੇ ਨੂੰ ਅਸੀਂ ਇੰਗਲਿਸ਼ ਦੀ ਕਲਾਸ ਦੇ ਰਹੇ ਹਾਂ ਤਾਂ ਇਟ ਮੀਨਸ ਬੱਚੇ ਦੀ ਇੰਗਲਿਸ਼ ਦੀ ਸਪੀਕਿੰਗ ਬਹੁਤ ਵਧੀਆ ਹੋਣੀ ਚਾਹੀਦੀ ਹੈ। ਬੱਚਾ ਕਿਸੇ ਨਾਲ ਗੱਲਬਾਤ ਕਰ ਰਿਹਾ ਹੈਗਾ, ਉਹਦੀ ਕਮਿਊਨੀਕੇਸ਼ਨ
ਉਹਦੇ ਗੱਲਬਾਤ ਦਾ ਤਰੀਕਾ ਜਿਹੜਾ ਕੀ ਹੋਣਾ ਚਾਹੀਦਾ, ਬਹੁਤ ਵਧੀਆ ਹੋਣਾ ਚਾਹੀਦਾ। ਪਤਾ ਲੱਗ ਗਿਆ ਰਾਜੇ। ਤਾਂ ਨੈਕਸਟ ਦੇਖੋ ਜਿਹੜਾ ਸਾਡਾ ਚੈਪਟਰ 3 ਹੈਗਾ, ਇਸ ਦੇ ਵਿੱਚ ਅਸੀਂ ਕੀ ਕਰਦੇ ਹਾਂ, ਲੈਂਗੁਏਜ ਸਕਿੱਲ LSRW ਮੋਸਟ ਇੰਪੋਰਟੈਂਟ ਟੌਪਿਕ ਹੈ, ਜਿਸ ਦੇ ਵਿੱਚੋਂ ਹਰ ਵਾਰ ਬਹੁਤ ਸਾਰੇ ਕੁਐਸਚਨਸ ਪੁੱਛੇ ਜਾਂਦੇ ਨੇਗੇ। ਠੀਕ ਹੈ। ਲੈਂਗੁਏਜ ਆਰ ਜਨਰਲੀ ਟੌਟ ਐਂਡ ਐਗਜ਼ਿਸਟ ਇਨ ਟਰਮਸ ਆਫ 4 ਸਕਿੱਲ। ਜਿਹੜੀ ਲੈਂਗੁਏਜ ਹੈਗੀ ਇਹ ਪੜ੍ਹਾਈ ਜਾਂਦੀ ਹੈ 4 ਸਕਿੱਲਸ ਦੇ ਅਕੋਰਡਿੰਗ, ਲਿਸਨਿੰਗ, ਸਪੀਕਿੰਗ, ਰੀਡਿੰਗ ਅਤੇ ਰਾਈਟਿੰਗ। ਇਹਨੂੰ ਤੁਸੀਂ ਇੱਦਾਂ ਹੀ ਯਾਦ ਕਰਨਾ ਹੈ। ਸਭ ਤੋਂ ਪਹਿਲਾਂ ਅਸੀਂ ਸੁਣਾਂਗੇ ਕਿਸੇ ਵੀ ਚੀਜ਼ ਨੂੰ, ਛੋਟਾ ਜਿਹਾ ਬੱਚਾ ਦੇਖੋ ਅਸੀਂ ਉਹਨੂੰ ਆਵਾਜ਼ ਦੇ ਕੇ ਬੁਲਾਉਂਦੇ ਹਾਂ, ਸਭ ਤੋਂ ਪਹਿਲਾਂ ਉਹ ਸੁਣਦਾ, ਫਿਰ ਉਸਨੂੰ ਬ ਤ ਲਾ ਇੱਦਾਂ ਕਹਿ ਕੇ ਸਪੀਕ ਕਰਨ ਦੀ ਕੋਸ਼ਿਸ਼ ਕਰਦਾ ਹੈ। ਠੀਕ ਹੈ। ਜਦੋਂ ਸਪੀਕ ਕਰਦਾ ਹੈਗਾ ਉਸ ਤੋਂ ਬਾਅਦ ਛੋਟਾ ਜਿਹਾ ਬੱਚਾ ਨੋਟਬੁੱਕ ਪਕੜਦਾ ਹੈਗਾ, ਹੈ ਨਾ, ਨੋਟਬੁੱਕ ਪਕੜ ਕੇ ਉਹ ਚੀਜ਼ ਨੂੰ ਦੇਖਦਾ ਹੈਗਾ, ਪੜ੍ਹਨ ਦੀ ਕੋਸ਼ਿਸ਼ ਕਰਦਾ, ਰੀਡ ਕਰਦਾ, ਤੇ ਉਸ ਤੋਂ ਬਾਅਦ ਪੈਨਸਿਲ ਪਕੜ ਕੇ ਬਿਲਕੁਲ ਲਾਸਟ ਤੇ ਉਹ ਚੀਜ਼ ਨੂੰ ਕੀ ਕਰਦਾ, ਰਾਈਟ ਕਰਦਾ। LSRW ਇੱਦਾਂ ਹੀ ਤੁਸੀਂ ਇਹਨੂੰ ਕੀ ਕਰਨਾ, ਯਾਦ ਕਰਨਾ। ਦੀ ਪ੍ਰੋਪਰ ਆਰਡਰ ਔਰ ਪ੍ਰੋਸੀਜਰ ਇਨਵੋਲਵ ਇਨ ਲਰਨਿੰਗ ਅ ਲੈਂਗੁਏਜ। ਠੀਕ ਹੈ। ਮਤਲਬ ਕਹਿੰਦੇ ਇੱਕ ਪ੍ਰੋਪਰ ਆਰਡਰ ਹੈ, ਇਹੀ ਬਸ ਪ੍ਰੋਪਰ ਸਹੀ ਤਰੀਕਾ ਹੈਗਾ। ਠੀਕ ਹੈ। ਪ੍ਰੋਸੀਜਰ ਹੈਗਾ ਕੀ ਕਰਨ ਦਾ, ਕਿਸੇ ਵੀ ਲੈਂਗੁਏਜ ਨੂੰ ਲਰਨ ਕਰਨ ਦਾ, ਸਿੱਖਣ ਦਾ। ਚਾਹੇ ਇਕੱਲੀ ਇੰਗਲਿਸ਼ ਨਹੀਂ ਹੈਗੀ, ਚਾਹੇ ਤੁਸੀਂ ਹਿੰਦੀ ਸਿੱਖਣੀ ਹੈ, ਪੰਜਾਬੀ ਸਿੱਖਣੀ ਹੈਗੀ, ਠੀਕ ਹੈ, ਜਾਂ ਫਰੈਂਚ ਸਿੱਖਣੀ ਹੈ, ਕੋਈ ਵੀ। ਸਭ ਤੋਂ ਪਹਿਲਾਂ ਤੁਸੀਂ ਉਹਨੂੰ ਲਿਸਨ ਕਰੋ, ਸੁਣੋ ਵੀ ਕਿਵੇਂ ਅਗਲਾ ਬੋਲ ਰਿਹਾ, ਕਿਸ ਤਰੀਕੇ ਨਾਲ ਬੋਲ ਰਿਹਾ, ਫਿਰ ਉਹਨੂੰ ਬੋਲਣ ਦੀ ਕੋਸ਼ਿਸ਼ ਕਰੋ, ਫਿਰ ਉਹਨੂੰ ਲਿਖੀ ਹੋਈ ਨੂੰ ਪੜ੍ਹੋ, ਤੁਹਾਨੂੰ ਲਿਖੇ ਹੋਏ ਰੂਲ ਯਾਦ ਹੋਣਗੇ, ਸਮਝੇ ਆਉਣਗੇ, ਪਤਾ ਲੱਗਣਗੇ, ਤੇ ਬਾਅਦ ਦੇ ਵਿੱਚ ਉਹਨੂੰ ਰਾਈਟ ਕਰਨ ਦੀ ਕੋਸ਼ਿਸ਼ ਕਰੋ। ਪਹਿਲਾਂ ਲਿਸਨਿੰਗ ਹੈ, ਸਪੀਕਿੰਗ ਹੈ, ਰੀਡਿੰਗ ਹੈ, ਤੇ ਰਾਈਟਿੰਗ ਹੈਗੀ। ਸਮਝ ਲੱਗ ਗਈ ਰਾਜੇ। ਤਾਂ ਦੇਖੋ ਦਾ ਪ੍ਰੋਪਰ ਆਰਡਰ ਔਰ ਪ੍ਰੋਸੀਜਰ ਇਨਵੋਲਵ ਇਨ ਲਰਨਿੰਗ ਅ ਲੈਂਗੁਏਜ, ਲਿਸਨਿੰਗ, ਸਪੀਕਿੰਗ, ਰੀਡਿੰਗ ਐਂਡ ਰਾਈਟਿੰਗ। ਇਨ ਦੀ ਕੰਟੈਕਸਟ ਆਫ ਫਸਟ ਲੈਂਗੁਏਜ ਐਕੁਆਜੀਸ਼ਨ ਦੀ 4 ਸਕਿੱਲਸ ਆਰ ਮੋਸਟ ਆਫਨ ਐਕਵਾਇਰਡ ਇਨ ਆਰਡਰ ਆਫ ਲਿਸਨਿੰਗ ਫਸਟ। ਕਹਿੰਦੇ ਜਦੋਂ ਕੀ ਕਰਦੇ ਹਾਂ ਅਸੀਂ, ਫਸਟ ਲੈਂਗੁਏਜ ਜਿਹੜੀ ਸਾਡੀ ਮਦਰ ਟੰਗ ਹੁੰਦੀ ਆ, ਅਸੀਂ ਪੜ੍ਹਿਆ ਸੀ ਨੇਟਿਵ ਲੈਂਗੁਏਜ ਹੁੰਦੀ ਹੈ, ਜਿਹੜੀ ਅਸੀਂ ਆਪਣੇ ਆਲੇ ਦੁਆਲੇ ਤੋਂ ਐਕਵਾਇਰ ਕਰਦੇ ਹਾਂ, ਹੈ ਨਾ, ਵੀ ਐਕੁਆਜੀਸ਼ਨ ਕਰਦੇ ਹਾਂ, ਬਿਨਾਂ ਕਿਸੇ ਐਫਰਟਸ ਦੇ ਸਿੱਖ ਲੈਂਦੇ ਹੈਗੇ। ਅਸੀਂ ਉਸ ਨੂੰ ਅਸੀਂ ਇੱਦਾਂ ਹੀ ਇੱਕ ਆਰਡਰ ਦੇ ਵਿੱਚ ਕੀ ਕਰ ਦਿਆਂਗੇ, ਗੇਨ ਕਰਦੇ ਹਾਂ, ਸਿੱਖਦੇ ਹਾਂ। ਪਹਿਲਾਂ ਅਸੀਂ ਲਿਸਨਿੰਗ ਕਰਦੇ ਹਾਂ, ਲਿਸਨ ਕਰਦਾ ਬੱਚਾ, ਫਿਰ ਉਹਨੂੰ ਬੋਲਣ ਦੀ ਕੋਸ਼ਿਸ਼ ਕਰਦਾ, ਫਿਰ ਉਹ ਰੀਡ ਉਹਦੀ ਪੋਸੀਬਿਲਿਟੀ ਹੁੰਦੀ ਹੈ, ਅਤੇ ਫਿਰ ਬਾਅਦ ਦੇ ਵਿੱਚ ਕੀ ਕਰਦਾ, ਰਾਈਟ ਕਰ ਦੇਗਾ। ਪਤਾ ਲੱਗਿਆ ਜੀ। ਤਾਂ ਫੋਰ ਦੇਖੋ ਨੈਕਸਟ ਦੇ ਵਿੱਚ ਕੀ ਹੈਗਾ, ਫੋਰ ਦਿਸ ਰੀਜ਼ਨ ਥੀਸ ਕੈਪੇਬਿਲਿਟੀਜ਼ ਆਰ ਆਫਨ ਕਾਲਡ LSRW ਸਕਿੱਲ। ਇਹ ਇਸ ਦੇ ਕਰਕੇ ਅਸੀਂ ਇਹਨੂੰ ਕੀ ਕਹਿੰਦੇ ਹਾਂ, LSRW ਸਕਿੱਲਸ ਆ। ਠੀਕ ਹੈ। ਇਹਨਾਂ ਨੂੰ ਅਸੀਂ LSRW ਸਕਿੱਲਸ ਦੇ ਨਾਮ ਨਾਲ ਜਾਣਦੇ ਹਾਂ। ਸਮਝ ਲੱਗ ਗਿਆ। ਤਾਂ ਦੇਖੋ ਥੀਸ ਸਕਿੱਲਸ ਆਰ ਡਿਵਾਈਡਡ ਇਨ 2 ਟਾਈਪਸ। ਕਹਿੰਦੇ ਅਸੀਂ ਇਹਨਾਂ ਸਕਿੱਲਸ ਨੂੰ LSRW, ਠੀਕ ਹੈ, ਇਹਨਾਂ ਨੂੰ ਅਸੀਂ 2 ਤਰੀਕਿਆਂ ਦੇ ਵਿੱਚ ਕੀ ਕਰ ਦਿੰਦੇ ਆਂਗੇ, ਜਿਹੜੀਆਂ 2 ਟਾਈਪਸ ਦੇ ਵਿੱਚ ਕੀ ਕਰਦੇ ਹਾਂ, ਡਿਵਾਈਡ ਕਰਦੇ ਹਾਂ। ਸਭ ਤੋਂ ਪਹਿਲਾਂ ਹੈਗੀਆਂ ਨੇ ਰਾਜੇ ਜਿਹੜੀਆਂ ਰਿਸੈਪਟਿਵ ਮਤਲਬ ਜਿਹੜੀਆਂ ਰਿਸੀਵ ਕਰ ਰਹੀਆਂ ਨੇ, ਰਿਸੀਵ ਮਤਲਬ ਲੈਣਾ, ਹੈ ਨਾ। ਰਿਪਰੋਡਕਟਿਵ ਸਕਿੱਲ, ਰਿਪਰੋਡਕਟਿਵ ਮਤਲਬ ਪ੍ਰੋਡਕਟਿਵ, ਜਦੋਂ ਪ੍ਰੋਡਕਟ ਕਰਨਾ, ਪ੍ਰੋਡਿਊਸ ਕਰਨਾ, ਮਤਲਬ ਪੈਦਾ ਕਰਨਾ, ਉਤਪਾਦ ਕਰਨਾ। ਠੀਕ ਹੈ। ਤਾਂ ਦੇਖੋ ਇਸ ਦੇ ਵਿੱਚ ਵੀ ਪੀ ਆ ਗਈ, ਹੈ ਨਾ, ਰਿਸੈਪਟਿਵ ਦੇ ਵਿੱਚ ਵੀ, ਰਿਪਰੋਡਕਟਿਵ ਦੇ ਵਿੱਚ ਵੀ ਪੀ ਹੈ। ਤਾਂ ਇਹ ਰਾਜੇ ਕੀ ਹੈਗੀ, ਪੈਸਿਵ ਹੈਗੀ। ਠੀਕ ਹੈ। ਇੱਦਾਂ ਥੋੜ੍ਹਾ ਜਿਹਾ ਤੁਸੀਂ ਮਤਲਬ ਕੋਰ ਰਿਲੇਟ ਜੇ ਕਰਕੇ ਇਹਨੂੰ ਯਾਦ ਕਰ ਲਿਆ ਕਰੋ। ਠੀਕ ਹੈ। ਕੋਰ ਰਿਲੇਟ ਜੇ ਨਾਲ ਤੁਹਾਨੂੰ ਜਿਹੜਾ ਹੈਗਾ ਇਹ ਈਜ਼ਲੀ ਯਾਦ ਹੋ ਜਾਇਆ ਕਰੇਗਾ। ਠੀਕ ਹੈ। ਤਾਂ ਦੇਖੋ ਰਾਜੇ ਰਿਪਰੋਡਕਟਿਵ ਸਕਿੱਲ ਦੇ ਵਿੱਚ ਜਿਹੜਾ ਅਸੀਂ ਪੜ੍ਹਿਆ ਹੈਗਾ, ਰਿਸੈਪਟਿਵ ਸਕਿੱਲਸ ਨੇਗੀਆਂ, ਰਿਸੈਪਟਿਵ, ਰਿਪਰੋਡਕਟਿਵ ਅਤੇ ਪੈਸਿਵਲੀ। ਠੀਕ ਹੈ। ਲਿਸਨਿੰਗ ਅਤੇ ਰੀਡਿੰਗ। ਹੁਣ ਦੇਖੋ ਤੁਸੀਂ LSRW, ਇਸ ਦੇ ਵਿੱਚ ਦੇਖੋ ਜਦੋਂ ਤੁਸੀਂ ਲਿਸਨ ਕਰ ਰਹੇ ਹੋ, ਤੁਸੀਂ ਕਿਸੇ ਚੀਜ਼ ਨੂੰ ਸੁਣ ਰਹੇ ਹੋ। ਠੀਕ ਹੈ। ਜਦੋਂ ਹੁਣ ਤੁਸੀਂ ਸਪੀਕ ਕਰ ਰਹੇ ਹੋ, ਉਦੋਂ ਤਾਂ ਤੁਸੀਂ ਬੋਲ ਰਹੇ ਹੋ, ਆਪਣੇ ਮੂੰਹੋਂ ਆਵਾਜ਼ ਨੂੰ ਬਾਹਰ ਕੱਢ ਰਹੇ ਹੋ। ਤੁਸੀਂ ਰਾਈਟ ਕਰ ਰਹੇ ਹੋ, ਲਿਖ ਰਹੇ ਹੋ, ਮਤਲਬ ਆਪਣੇ ਦਿਮਾਗ ਦੀ ਚੀਜ਼ ਨੂੰ ਬਾਹਰ ਕੱਢ ਰਹੇ ਹੋ। ਜਦੋਂ ਤੁਸੀਂ ਆਪਣੀ ਬੋਡੀ ਦੇ ਅੰਦਰ ਚੀਜ਼ ਨੂੰ ਲੈ ਕੇ ਜਾ ਰਹੇ ਹੋ, ਇਹਦਾ ਮਤਲਬ ਤੁਸੀਂ ਰਿਸੀਵ ਕਰ ਰਹੇ ਹੋ। ਜਦੋਂ ਬੋਡੀ ਤੋਂ ਬਾਹਰ ਕੱਢ ਰਹੇ ਹੋ, ਇਹਦਾ ਮਤਲਬ ਤੁਸੀਂ ਕੀ ਕਰ ਰਹੇ ਹੋ, ਬਾਹਰ ਪ੍ਰੋਡਿਊਸ ਕਰ ਰਹੇ ਹੋਗੇ। ਪਤਾ ਲੱਗ ਗਿਆ, ਤੁਸੀਂ ਕੀ ਕਰ ਰਹੇ ਹੋ, ਪ੍ਰੋਡਿਊਸ ਕਰ ਰਹੇ ਹੋਗੇ। ਤਾਂ ਦੇਖੋ ਹੁਣ ਇਹਦੇ ਵਿੱਚ ਰਾਜੇ ਰਿਸੈਪਟਿਵ ਸਕਿੱਲ ਕਿਹੜੀ ਹੈ, ਇੱਕ ਲਿਸਨਿੰਗ ਹੈਗੇ, ਤੇ ਸੈਕਿੰਡ ਕੀ ਹੈਗੀ, ਰੀਡਿੰਗ ਹੈਗੀ, ਜਦੋਂ ਅਸੀਂ ਰੀਡ ਕਰ ਰਹੇ ਹਾਂਗੇ। ਠੀਕ ਹੈ। ਇਹ ਰਿਸੈਪਟਿਵ ਸਕਿੱਲਸ ਨੇਗੀਆਂ। ਕਹਿੰਦੇ ਬਿਕੋਜ਼ ਲਰਨਰ ਡੋਂਟ ਨੀਡ ਪ੍ਰੋਡਿਊਸ ਲੈਂਗੁਏਜ ਦੇ ਰਿਸੀਵ ਐਂਡ ਅੰਡਰਸਟੈਂਡ। ਜਿਹੜਾ ਲਰਨਰ ਹੈ ਉਹ ਕੀ ਕਰਦਾ ਹੈਗਾ, ਲੈਂਗੁਏਜ ਨੂੰ ਕੀ ਕਰਦਾ, ਅੰਡਰਸਟੈਂਡ ਕਰਦਾ ਅਤੇ ਰਿਸੀਵ ਕਰਦਾ। ਪਤਾ ਲੱਗ ਗਿਆ ਰਾਜੇ। ਹੁਣ ਤਾਂ ਦੇਖੋ ਇਸ ਦੇ ਵਿੱਚ ਕੀ ਹੈਗਾ, ਜਿਹੜੀਆਂ ਤੁਹਾਡੀਆਂ ਲਿਸਨਿੰਗ ਸਕਿੱਲਸ ਨੇ, ਇਸ ਦੇ ਵਿੱਚ ਕੀ ਹੈਗਾ, ਲਿਸਨਿੰਗ ਇਜ਼ ਦੀ ਫਸਟ ਲੈਂਗੁਏਜ ਸਕਿੱਲ। ਕਹਿੰਦੇ ਇਹ ਪਹਿਲੀ ਲੈਂਗੁਏਜ ਸਕਿੱਲ ਹੈ LSRW। ਤਾਂ ਦੇਖੋ ਫਸਟ ਲੈਂਗੁਏਜ ਸਕਿੱਲ ਕੀ ਹੈ, ਜਿਹੜੀ ਲਿਸਨਿੰਗ ਹੈ, ਵੀ ਅਕੁਆਇਰ ਇਨ ਆਵਰ ਨੇਟਿਵ ਲੈਂਗੁਏਜ। ਠੀਕ ਹੈ। ਮਤਲਬ ਇਹਨੂੰ ਕੀ ਕਰਦੇ ਆ, ਅਕੁਆਇਰ ਕਰਦੇ ਆ, ਐਕੁਆਜੀਸ਼ਨ ਕਰਦੇ ਆ। ਲਿਸਨਿੰਗ ਸਕਿੱਲ ਕੁਡ ਵੀ ਇਨਹਾਂਸਡ ਬਾਈ ਦਾ ਫੋਕਸ ਔਨ ਮੇਕਿੰਗ ਸਟੂਡੈਂਟ ਲਿਸਨ ਟੂ ਦੀ ਪਰਟੀਕੂਲਰ ਲੈਂਗੁਏਜ। ਮਤਲਬ ਅਸੀਂ ਇਹਨੂੰ ਕੀ ਕਰ ਸਕਦੇ ਹਾਂ, ਇਨਹਾਂਸ ਕਰ ਸਕਦੇ ਹਾਂ, ਵਧਾ ਸਕਦੇ ਹਾਂ ਬੱਚਿਆਂ ਦੇ ਵਿੱਚ, ਕਿ ਬੱਚੇ ਨੇ ਜਿਹੜੇ ਪ੍ਰੋਪਰ ਤਰੀਕੇ ਨਾਲ ਹਰ ਇੱਕ ਚੀਜ਼ ਨੂੰ ਕੀ ਕਰਨ, ਲਿਸਨ ਕਰਨ। ਬੱਚੇ ਦੇ ਸਾਹਮਣੇ ਸਾਨੂੰ ਕੋਈ ਵੀ ਚੀਜ਼ ਬੋਲਣੀ ਹੈ ਤਾਂ ਪ੍ਰੋਪਰ ਤਰੀਕੇ ਨਾਲ ਬੋਲਣੀ, ਕਿਸੇ ਵੀ ਲੈਂਗੁਏਜ ਨੂੰ, ਕਿਸੇ ਵੀ ਅੱਖਰ ਨੂੰ ਬਿਲਕੁਲ ਸਹੀ ਤਰੀਕੇ ਨਾਲ ਬੋਲਣਾ ਹੈ।
ਇਟ ਇਜ਼ ਅ ਰਿਸੈਪਟਿਵ ਸਕਿੱਲ, ਅਸੀਂ ਇਹਦੇ ਨਾਲ ਰਿਸੀਵ ਕਰਦੇ ਹਾਂ। ਪੈਸਿਵਲੀ ਅਸੀਂ ਦੇਖੋ ਹੁਣ ਮੈਂ ਤੁਹਾਡੇ ਸਾਹਮਣੇ ਬੋਲ ਰਹੀ ਹਾਂ, ਤੁਸੀਂ ਚੁੱਪ-ਚਾਪ ਸੁਣ ਰਹੇ ਹੋ, ਤਾਂ ਤੁਸੀਂ ਉੱਥੇ ਕੁਛ ਬੋਲ ਨਹੀਂ ਰਹੇ, ਤੁਸੀਂ ਪ੍ਰੋਡਿਊਸ ਨਹੀਂ ਕਰ ਰਹੇ, ਤਾਂ ਤੁਸੀਂ ਮਤਲਬ ਕੀ ਹੋ, ਪੈਸਿਵ ਹੋਗੇ। ਠੀਕ ਹੈ। ਇਟ ਰਿਕੁਆਇਰਸ ਇਜ਼ ਓਨਲੀ ਈਅਰਸ ਦੇ ਨਾਲ ਅਸੀਂ ਸੁਣਦੇ ਆਂਗੇ ਅਤੇ ਆਪਣੇ ਬ੍ਰੇਨ ਦੇ ਨਾਲ ਉਸ ਚੀਜ਼ ਨੂੰ ਕੀ ਕਰਦੇ ਆਂਗੇ, ਕੰਪਰੀਹੈਂਡ ਕਰਦੇ ਆ। ਸਮਝ ਲੱਗ ਗਿਆ ਰਾਜੇ? ਸਮਝ ਗਏ ਆ। ਤਾਂ ਲਿਸਨਿੰਗ ਸਕਿੱਲ ਰਾਜੇ ਕੀ ਹੈਗੀ, ਜਿਸ ਦੇ ਕੀ ਐਕੁਇਜੀਸ਼ਨ ਹੈਗੀ, ਅਸੀਂ ਆਪਣੇ ਆਪ ਆਪਣੇ ਐਨਵਾਇਰਨਮੈਂਟ ਦੇ ਵਿੱਚ ਸੁਣ ਲੈਂਦੇ ਹਾਂ। ਤਾਂ ਜ਼ਿਆਦਾ ਤੋਂ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਕਿ ਜਿਹੜਾ ਛੋਟਾ ਬੱਚਾ ਉਹਨੂੰ ਐਨਵਾਇਰਨਮੈਂਟ ਦੇ ਵਿੱਚ ਜਿਹੜੀਆਂ ਚੀਜ਼ਾਂ ਉਹ ਸੁਣ ਰਿਹਾ ਗਾ ਉਹ ਬਿਲਕੁਲ ਵਧੀਆ ਤਰੀਕੇ ਨਾਲ ਹੋਣ, ਸਹੀ ਹੋਣ। ਠੀਕ ਹੈ। ਅਸੀਂ ਪੈਸਿਵਲੀ ਹੁੰਦੇ ਆਂਗੇ, ਪੈਸਿਵਲੀ ਕਿਸੇ ਚੀਜ਼ ਨੂੰ ਕੀ ਕਰ ਰਹੇ ਹਾਂ, ਸੁਣ ਰਹੇ ਆਂਗੇ, ਰਿਸੀਵ ਕਰ ਰਹੇ ਹਾਂ, ਸਾਡਾ ਬ੍ਰੇਨ ਉਹਨੂੰ ਕੀ ਕਰਦਾ, ਅੰਡਰਸਟੈਂਡ ਕਰਦਾ। ਸਮਝ ਗਏ ਰਾਜੇ? ਨੈਕਸਟ ਦੇ ਵਿੱਚ ਦੇਖੋ ਤੁਸੀਂ ਜਿਹੜੀ ਹੈਗੀ ਸਪੀਕਿੰਗ ਸਕਿੱਲ, ਇਸ ਦੇ ਵਿੱਚ ਕੀ ਕਿਹਾ ਗਿਆ ਗਾ। ਸਪੀਕਿੰਗ ਦੇ ਵਿੱਚ ਦੇਖੋ ਰਾਜੇ ਕੀ ਹੈ, ਸਪੀਕਿੰਗ ਇਜ਼ ਅ ਸੈਕਿੰਡ ਲੈਂਗੁਏਜ ਸਕਿੱਲ। ਦੂਜੀ ਹੈ, ਪਹਿਲੀ ਕੀ ਸੀ ਐਲ, ਸੈਕਿੰਡ ਕੀ ਸੀ ਐਸ। ਸੈਕਿੰਡ ਲੈਂਗੁਏਜ ਸਕਿੱਲ ਹੈ, ਇਟ ਇਜ਼ ਨੋਨ ਐਜ਼ ਅ ਪ੍ਰੋਡਕਟਿਵ ਸਕਿੱਲ। ਹੁਣ ਦੇਖੋ ਜਦੋਂ ਤੁਸੀਂ ਸਪੀਕ ਕਰ ਰਹੇ ਹੋ, ਹੁਣ ਮੈਂ ਬੋਲ ਰਹੀ ਹਾਂ, ਮਤਲਬ ਮੈਂ ਕੁਛ ਪ੍ਰੋਡਿਊਸ ਕਰ ਰਹੀ ਹਾਂ। ਐਜ਼ ਇਟ ਰਿਕੁਆਇਰ ਐਜ਼ ਐਨ ਯੂਜ਼ ਇਨ ਆਵਰ ਵੋਕਲ ਟਰੈਕ। ਠੀਕ ਹੈ। ਲੈਂਗੁਏਜ ਇਜ਼ ਅ ਟੂਲ ਫॉर ਕਮਿਊਨੀਕੇਸ਼ਨ, ਗੱਲਬਾਤ ਕਰਨ ਦਾ ਇੱਕ ਕੀ ਹੈਗਾ, ਟੂਲ ਹੈਗਾ। ਠੀਕ ਹੈ। ਵੀ ਕਮਿਊਨੀਕੇਟ ਵਿਦ ਅਦਰ ਟੂ ਐਕਸਪ੍ਰੈਸ ਆਵਰ ਆਈਡੀਆਜ਼, ਨੋਜ਼ ਅਦਰਸ ਆਈਡੀਆਜ਼। ਠੀਕ ਹੈ। ਮਤਲਬ ਕੀ ਹੈਗਾ, ਅਸੀਂ ਕਹਿੰਦੇ ਆਪਣੇ ਦਿਮਾਗ ਦੇ ਆਈਡੀਆਜ਼ ਨੂੰ ਦੂਜੇ ਦੇ ਸਾਹਮਣੇ ਕੀ ਕਰਦੇ ਆ, ਪ੍ਰੋਡਿਊਸ ਕਰਦੇ ਆ, ਦੂਜੇ ਦੇ ਸਾਹਮਣੇ ਰੱਖਦੇ ਆਂਗੇ ਬੋਲ ਕੇ, ਜਾਂ ਫਿਰ ਕੋਈ ਸਾਹਮਣੇ ਸਾਡੇ ਸਾਹਮਣੇ ਬੋਲ ਰਿਹਾ ਗਾ, ਅਸੀਂ ਉਹਦੇ ਆਈਡੀਆਜ਼ ਨੂੰ ਕੀ ਕਰ ਸਕਦੇ ਹਾਂ, ਸੁਣ ਕਰ ਸਕਦੇ ਹਾਂ, ਹੈ ਨਾ। ਤਾਂ ਇਨ ਦਿਸ ਅਰਲੀਅਰ ਸਟੇਜ ਸਟੂਡੈਂਟਸ ਯੂਜ਼, ਤਾਂ ਦੇਖੋ ਇਸ ਦੇ ਵਿੱਚ ਕੀ ਹੈਗਾ, ਇਨ ਅਰਲੀਅਰ ਸਟੇਜ ਜਿਹੜੇ ਸਟੂਡੈਂਟਸ ਨੇ ਕੈਨ ਲਰਨ ਵੋਕੈਬਲਰੀ ਫॉर ਬੇਸਿਕ ਕੰਸੈਪਟ। ਠੀਕ ਹੈ। ਅਤੇ ਰੂਟੀਨ ਦੇ ਵਾਸਤੇ ਮਤਲਬ ਕੀ ਕਰਦੇ ਨੇ, ਸਪੀਕ ਕਰਦੇ ਨੇ। ਮਤਲਬ ਜਦੋਂ ਬੱਚੇ ਛੋਟੇ ਹੁੰਦੇ ਨੇ ਤਾਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਕੀ ਕਰਦੇ ਨੇ, ਯੂਜ਼ ਕਰਦੇ ਨੇ। ਤਾਂ ਤੁਸੀਂ ਦੇਖੋ LSRW ਦੇ ਵਿੱਚ ਅਸੀਂ ਕੀ ਪੜ੍ਹਿਆ, ਸਭ ਤੋਂ ਪਹਿਲਾਂ ਜਿਹੜੀ ਲਿਸਨਿੰਗ ਹੈਗੀ ਇਹ ਕੀ ਹੈਗੀ, ਪੈਸਿਵਲੀ ਹੁੰਦੀ ਹੈਗੀ। ਠੀਕ ਹੈ। ਜਿਹੜੀ ਸਪੀਕਿੰਗ ਹੁੰਦੀ ਹੈ ਕੀ ਹੁੰਦੀ, ਐਕਟਿਵਲੀ, ਸਾਨੂੰ ਐਕਟਿਵ ਹੋ ਕੇ ਬੋਲਣਾ ਪੈਂਦਾ। ਹੁਣ ਜਦੋਂ ਤੁਸੀਂ ਸਪੀਚ ਰਹੇ ਹੋ ਤਾਂ ਤੁਸੀਂ ਪੂਰੇ ਐਕਟਿਵ ਹੋ। ਹੁਣ ਮੈਂ ਤੁਹਾਡੇ ਸਾਹਮਣੇ ਸਪੀਕ ਕਰ ਰਹੀ ਹਾਂ, ਮੈਂ ਬੋਲ ਰਹੀ ਹਾਂ, ਮੈਂ ਪੂਰੀ ਕੀ ਆਂਗੀ, ਐਕਟਿਵ ਆਂਗੀ। ਠੀਕ ਹੈ। ਤੁਸੀਂ ਇੱਥੇ ਕੀ ਹੋ, ਪੈਸਿਵ ਹੋ, ਕਿਉਂਕਿ ਤੁਸੀਂ ਸੁਣ ਰਹੇ ਹੋ। ਹੁਣ ਮੈਂ ਸਪੀਕ ਕਰ ਰਹੀ ਹਾਂ, ਮਤਲਬ ਕੀ ਕਰ ਰਹੀ ਹਾਂ, ਮੈਂ ਪ੍ਰੋਡਿਊਸ ਕਰ ਰਹੀ ਹਾਂ। ਤੁਸੀਂ ਕੀ ਕਰ ਰਹੇ ਹੋ, ਰਿਸੀਵ ਕਰ ਰਹੇ ਹੋ, ਰਿਸੈਪਟਿਵ ਹੋ ਗਏ। ਠੀਕ ਹੈ। ਸਮਝ ਲੱਗੀ ਰਾਜੇ? ਤਾਂ ਨੈਕਸਟ ਦੇ ਵਿੱਚ ਦੇਖੋ ਕੀ ਹੈਗਾ, ਤੁਹਾਡਾ ਜਿਹੜਾ ਰੀਡਿੰਗ ਸਕਿੱਲ ਹੈਗੀ। ਠੀਕ ਹੈ। ਰੀਡਿੰਗ ਦੇ ਵਿੱਚ ਰਾਜੇ ਕੀ ਹੈਗਾ, ਰੀਡਿੰਗ ਇਜ਼ ਅ ਥਰਡ ਲੈਂਗੁਏਜ ਸਕਿੱਲ ਐਜ਼ SRW। ਮੈਂ ਦੁਬਾਰਾ ਤਾਂ ਲਿਖ ਰਹੀ ਹਾਂ, ਤੁਹਾਡੇ ਯਾਦ ਹੋ ਗਏ। ਹੁਣ ਜਿਹੜੀ ਆਰ ਹੈਗੀ ਇਹ ਕੀ ਹੈਗੀ, ਥਰਡ ਲੈਂਗੁਏਜ ਸਕਿੱਲ ਹੈ। ਇਟ ਇਜ਼ ਆਲਸੋ ਨੋਨ ਐਜ਼ ਰਿਸੈਪਟਿਵ ਜਾਂ ਫਿਰ ਪੈਸਿਵ। ਠੀਕ ਹੈ। ਰਿਸੈਪਟਿਵ ਤੇ ਪੈਸਿਵ ਨੂੰ ਯਾਦ ਰੱਖਿਓ, ਕਿਉਂਕਿ ਦੇਖੋ ਤੁਸੀਂ ਪੜ੍ਹ ਰਹੇ ਹੋ, ਲਿਖਿਆ ਹੋਇਆ ਪੜ੍ਹ ਰਹੇ ਹੋ, ਤੁਸੀਂ ਉੱਥੇ ਆਪਣਾ ਕੁਛ ਵੀ ਨਹੀਂ ਲਗਾਇਆ ਹੈਗਾ। ਜਿਵੇਂ ਹੁਣ ਮੈਂ ਤੁਹਾਨੂੰ ਦੇਖੋ ਇਹ ਜਿਹੜੀ PDF ਹੈ, PDF ਦਿੱਤੀ, ਤੁਸੀਂ ਪੜ੍ਹ ਰਹੇ ਹੋ, ਮੇਰੀ ਪ੍ਰੋਡਿਊਸ ਕੀਤੀ ਹੋਈ ਹੈ, ਪਰ ਤੁਸੀਂ ਕੀ ਕਰ ਰਹੇ ਹੋ, ਰਿਸੀਵ ਕਰ ਰਹੇ ਹੋ ਮੇਰੀ ਨੌਲੇਜ ਨੂੰ। ਠੀਕ ਹੈ। ਤੁਸੀਂ ਉੱਥੇ ਆਪਣਾ ਕੁਛ ਨਹੀਂ ਕਰ ਰਹੇ, ਤਾਂ ਤੁਸੀਂ ਪੈਸਿਵਲੀ ਹੋਗੇ। ਇਟ ਰਿਕੁਆਇਰ ਅਸ ਟੂ ਯੂਜ਼ ਆਵਰ ਆਈਜ਼, ਬ੍ਰੇਨ। ਠੀਕ ਹੈ। ਮਤਲਬ ਹੁਣ ਦੇਖੋ ਤੁਸੀਂ ਆਹ ਚੀਜ਼ ਹੈ ਜਿਹੜੀ ਮੇਰੀ ਲਿਖੀ ਹੋਈ ਸਕਰੀਨ ਦੇ ਉੱਪਰ ਤੁਹਾਨੂੰ ਦਿਖ ਰਹੀ ਹੈ, ਇਹ ਪੜ੍ਹ ਰਹੇ ਹੋ, ਤੁਸੀਂ ਕਿਵੇਂ ਪੜ੍ਹ ਰਹੇ ਹੋ, ਆਪਣੀਆਂ ਅੱਖਾਂ ਦੇ ਨਾਲ ਅਤੇ ਆਪਣੇ ਬ੍ਰੇਨ ਦੇ ਨਾਲ ਉਹਨੂੰ ਕੀ ਕਰ ਰਹੇ ਹੋ, ਕੰਪਰੀਹੈਂਡ ਕਰ ਰਹੇ ਹੋ, ਸਮਝ ਰਹੇ ਹੋ। ਰੀਡਿੰਗ ਇਜ਼ ਅ ਲਰਨਿੰਗ ਸਕਿੱਲ ਹੈਗੀ। ਠੀਕ ਹੈ। ਇਟ ਹੈਲਪਸ ਟੂ ਇੰਪਰੂਵ ਆਲ ਪਾਰਟਸ ਆਫ ਇੰਗਲਿਸ਼ ਲੈਂਗੁਏਜ, ਵੋਕੈਬਲਰੀ, ਸਪੈਲਿੰਗ, ਗ੍ਰਾਮਰ, ਰਾਈਟਿੰਗ। ਵਾਈਲ ਰੀਡਿੰਗ ਅੰਡਰਲਾਈਨ ਦਾ ਕੀ ਵਰਡਸ ਮਸਟ। ਮਤਲਬ ਇਸ ਪੈਰਾਗ੍ਰਾਫ ਦੇ ਵਿੱਚ ਜਿਹੜੇ ਤੁਹਾਨੂੰ ਇੰਪੋਰਟੈਂਟ ਕੋਈ ਵਰਡ ਲੱਗਣਗੇ, ਤੁਸੀਂ ਉਹਨਾਂ ਨੂੰ ਕੀ ਕਰ ਸਕਦੇ ਹੋ, ਅੰਡਰਸਟੈਂਡ ਕਰ ਸਕਦੇ ਹੋ, ਅੰਡਰਲਾਈਨ ਕਰ ਸਕਦੇ ਹੋ। ਠੀਕ ਹੈ। ਇਹਦੇ ਨਾਲ ਰਾਜੇ ਰੀਡਿੰਗ ਦੇ ਨਾਲ ਦੇਖੋ ਸਭ ਤੋਂ ਪਹਿਲਾਂ ਤਾਂ ਇੱਥੇ ਜਿਹੜੇ ਅੱਖਰ ਲਿਖੇ ਹੋਏ ਨੇ, ਜਿਵੇਂ ਹੁਣ ਰੀਡਿੰਗ ਇਜ਼ ਦਾ ਥਰਡ, ਹੈ ਨਾ, ਤੁਹਾਨੂੰ ਇਹਦੇ ਵਿੱਚ ਰੂਲ ਪਤਾ ਲੱਗ ਜੂਗਾ ਕਿ ਜਿਹੜੀ ਦੇਖੋ ਇੱਥੇ ਸਬਜੈਕਟ ਯੂਜ਼ ਕੀਤਾ, ਇੱਥੇ ਵਰਬ ਯੂਜ਼ ਕੀਤੀ ਹੈ, ਉਸ ਤੋਂ ਬਾਅਦ ਤੁਹਾਨੂੰ ਵੋਕੈਬਲਰੀ ਵਧੀਆ ਆ ਜੂਗੀ। ਇਹ ਲੈਂਗੁਏਜ ਆ ਜਿਹੜਾ ਇਹ ਵਰਡ ਕਿਵੇਂ ਲਿਖਿਆ ਜਾਂਦਾ, ਇਹਦੇ ਸਪੈਲਿੰਗ ਨੇ ਜਿਹੜੇ ਤੁਸੀਂ ਵਧੀਆ ਤਰੀਕੇ ਨਾਲ ਕੀ ਕਰ ਸਕਦੇ ਹੋ, ਅੰਡਰਸਟੈਂਡ ਕਰ ਸਕਦੇ ਹੋ ਰੀਡਿੰਗ ਦੇ ਵਿੱਚ। ਸਮਝ ਲੱਗ ਗਈ? ਤਾਂ ਨੈਕਸਟ ਦੇ ਵਿੱਚ ਦੇਖੋ ਕਿਹੜਾ ਹੈਗਾ, ਤੁਹਾਡਾ ਰਾਈਟਿੰਗ ਹੈ। ਰਾਈਟਿੰਗ ਕੀ ਹੈਗੀ, ਤੁਹਾਡੀ ਜਿਹੜੀ ਫੋਰਥ ਲੈਂਗੁਏਜ ਸਕਿੱਲ ਹੈਗੀ। ਇਟ ਇਜ਼ ਪ੍ਰੋਡਕਟਿਵ। ਜਦੋਂ ਹੁਣ ਅਸੀਂ ਰਾਈਟ ਕਰ ਰਹੇ ਹਾਂ, ਹੁਣ ਮੰਨ ਲਓ ਇੱਥੇ ਦੇਖੋ ਮੈਂ ਲਿਖ ਰਹੀ ਹਾਂ ਕੁਛ, ਹੈ ਨਾ, ਮੈਂ ਕੁਛ ਵੀ ਆ ਦੇਖੋ ਇੱਥੇ ਲਿਖਿਆ, ਹੈ ਨਾ। ਤਾਂ ਮਤਲਬ ਕੀ ਹੈ ਕਿ ਮੈਂ ਪੂਰੀ ਐਕਟਿਵਲੀ ਲਿਖ ਰਹੀ ਹਾਂ, ਕਿਉਂਕਿ ਮੈਨੂੰ ਪੂਰਾ ਐਕਟਿਵਲੀ ਪੂਰਾ ਮਤਲਬ ਚੁਸਤ ਹੋ ਕੇ ਪਤਾ ਹੈਗਾ ਕਿ ਮੈਂ ਕੀ ਲਿਖ ਰਹੀ ਹੈਗੀ। ਉਸ ਤੋਂ ਬਾਅਦ ਜਦੋਂ ਮੈਂ ਲਿਖ ਰਹੀ ਹਾਂ ਕੁਛ ਕੀ ਕਰ ਰਹੀ ਹਾਂ, ਪ੍ਰੋਡਿਊਸ ਕਰ ਰਹੀ ਹੈਗੀ। ਤਾਂ ਮੈਂ ਪੂਰੀ ਕੀ ਹੈਗੀ, ਐਕਟਿਵਲੀ ਹਾਂ, ਅਤੇ ਮੈਂ ਪ੍ਰੋਡਿਊਸ ਕਰ ਰਹੀ ਹਾਂ, ਕੁਛ ਪੈਦਾ ਕਰ ਰਹੀ ਹਾਂ। ਠੀਕ ਹੈ। ਇਟ ਰਿਕੁਆਇਰ ਅਸ ਟੂ ਯੂਜ਼ ਆਵਰ ਬ੍ਰੇਨ, ਆਵਰ ਹੈਂਡ। ਜਦੋਂ ਹੁਣ ਆ ਦੇਖੋ ਮੈਂ ਇੱਥੇ ਤੁਹਾਡੇ ਸਾਹਮਣੇ ਕੁਛ ਲਿਖਿਆ, ਤਾਂ ਮਤਲਬ ਕੀ ਹੈ, ਮੈਂ ਆਪਣੇ ਹੈਂਡ ਦੇ ਨਾਲ ਲਿਖ ਲਿਆ ਅਤੇ ਆਪਣਾ ਬ੍ਰੇਨ ਯੂਜ਼ ਕੀਤਾ ਨਾ, ਮੇਰੇ ਦਿਮਾਗ ਨੇ ਪਹਿਲਾਂ ਹੀ ਚੀਜ਼ ਨੂੰ, ਹੈ ਨਾ, ਮਤਲਬ ਕੀ ਕੀਤਾ, ਪ੍ਰੋਸੈਸ ਕੀਤਾ, ਫਿਰ ਹੀ ਮੈਂ ਲਿਖਿਆ। ਇਟ ਹੈਲਪਸ ਕੰਸੋਲੀਡੇਟ ਦੇਅਰ ਗ੍ਰੈਪਸ ਆਫ ਵੋਕੈਬਲਰੀ, ਸਟਰਕਚਰ, ਕੰਪਰੀਹੈਂਡ। ਰਾਈਟਿੰਗ ਇਜ਼ ਰਿਲੇਟਿਵਲੀ ਡਿਫੀਕਲਟ ਫॉर ਆਵਰ ਸਟੂਡੈਂਟਸ। ਰਾਈਟਿੰਗ ਹੈ ਜਿਹੜੀ ਸਾਡੇ ਬੱਚਿਆਂ ਵਾਸਤੇ ਬਹੁਤ ਜ਼ਿਆਦਾ ਡਿਫੀਕਲਟ ਹੈ। ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ, ਹੁਣ ਮੰਨ ਲਓ ਤੁਹਾਡੇ ਦਿਮਾਗ ਦੇ ਵਿੱਚ ਕਿੰਨੇ ਜ਼ਿਆਦਾ ਥਾਊਟ ਨੇ, ਕਿੰਨੇ ਵਿਚਾਰ ਨੇ। ਜੇਕਰ ਮੈਂ ਤੁਹਾਨੂੰ ਕਹਿ ਦਾਂ ਕਿ ਮੈਨੂੰ ਇੱਕ ਪੈਰਾਗ੍ਰਾਫ ਦੇ ਵਿੱਚ, ਹੈ ਨਾ, ਇੱਕ ਸ਼ੀਟ ਦੇ ਵਿੱਚ, ਵਾਈਟ ਸ਼ੀਟ ਦੇ ਉੱਪਰ ਸਾਰੇ ਆਪਣੇ ਵਿਚਾਰ ਇੰਗਲਿਸ਼ ਦੇ ਵਿੱਚ ਲਿਖੋ, ਪਰ ਤੁਸੀਂ ਉੱਥੇ ਰਾਈਟਿੰਗ ਦੇ ਵਿੱਚ ਪ੍ਰੋਬਲਮ ਕਰੋਗੇ। ਠੀਕ ਹੈ। ਤਾਂ ਕਰਕੇ ਬੱਚੇ ਇਹ ਚਾਰੋਂ ਸਕਿੱਲ ਨੇਗੇ ਜਿਹੜੀਆਂ ਬੱਚੇ ਦੇ ਵਿੱਚ ਡਿਵੈਲਪ ਹੋਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ। LSRW ਦੇ ਵਿੱਚ ਅਸੀਂ ਪੜ੍ਹ ਲਿਆ ਵੀ ਅਸੀਂ ਜਦੋਂ ਲਿਸਨ ਕਰ ਰਹੇ ਹਾਂ ਅਤੇ ਅਸੀਂ ਰੀਡ ਕਰ ਰਹੇ ਹਾਂ, ਉਹਦੇ ਵਿੱਚ ਸਾਡੇ ਹੱਥ ਦੀ ਕੋਈ
ਮੂਵਮੈਂਟ ਨਹੀਂ ਹੋ ਰਹੀ। ਜਦੋਂ ਤੁਸੀਂ ਸੁਣ ਰਹੇ ਹੋ ਤੁਹਾਡੇ ਹੱਥ ਨਹੀਂ ਚੱਲ ਰਹੇ, ਨਾ ਤੁਹਾਡਾ ਮੂੰਹ ਚੱਲ ਰਿਹਾ ਹੈਗਾ। ਜਦੋਂ ਤੁਸੀਂ ਰੀਡ ਕਰ ਰਹੇ ਹੋ, ਪੜ੍ਹ ਰਹੇ ਹੋ, ਉੱਥੇ ਵੀ ਤੁਹਾਡਾ ਕੁਝ ਨਹੀਂ ਚੱਲ ਰਿਹਾ। ਤਾਂ ਇੱਥੇ ਕੀ ਹੈ, ਤੁਸੀਂ ਪੈਸਿਵਲੀ ਹੋ, ਤੁਸੀਂ ਚੁੱਪ-ਚਾਪ ਬੈਠੇ ਹੋ ਅਤੇ ਤੁਸੀਂ ਰਿਸੀਵ ਕਰ ਰਹੇ ਹੋ। ਹੁਣ ਜਦੋਂ ਤੁਸੀਂ ਸਪੀਕ ਕਰ ਰਹੇ ਹੋਗੇ, ਤੁਸੀਂ ਕੁਛ ਬੋਲ ਰਹੇ ਹੋ, ਤੁਹਾਡਾ ਦਿਮਾਗ ਕੰਮ ਕਰਦਾ। ਜਦੋਂ ਤੁਸੀਂ ਕੁਛ ਰਾਈਟ ਕਰਦੇ ਹੋ, ਤੁਹਾਡਾ ਦਿਮਾਗ ਕੰਮ ਕਰਦਾ। ਇਹਨਾਂ ਦੋਨਾਂ ਦੇ ਵਿੱਚ ਮਤਲਬ ਤੁਹਾਡਾ ਦਿਮਾਗ ਕੰਮ ਕਰ ਰਿਹਾ ਹੈਗਾ, ਤਾਂ ਇਹਦਾ ਮਤਲਬ ਕੀ ਹੈ ਵੀ ਤੁਸੀਂ ਕੀ ਹੋ, ਐਕਟਿਵ ਹੋ। ਪੂਰੇ ਐਕਟਿਵ ਤਰੀਕੇ ਨਾਲ, ਪੂਰੇ ਚੁਸਤ ਤਰੀਕੇ ਨਾਲ ਤੁਸੀਂ ਕੀ ਕਰ ਰਹੇ ਹੋ, ਕੁਛ ਪ੍ਰੋਡਿਊਸ ਕਰ ਰਹੇ ਹੋਗੇ। ਸਮਝ ਗਏ ਰਾਜੇ। ਤਾਂ ਨੈਕਸਟ ਦੇ ਵਿੱਚ ਦੇਖੋ ਹੈਗਾ ਜਿਹੜਾ ਤੁਹਾਡਾ ਇੰਗਲਿਸ਼ ਪੈਡਾਗੋਜੀ ਦੇ PYQs ਜਿਹੜੇ ਟੀਚਿੰਗ ਲਰਨਿੰਗ ਮਟੀਰੀਅਲ ਚੈਪਟਰ ਤੁਹਾਡਾ 9 ਹੈਗਾ। ਇਸ ਦੇ ਵਿੱਚ ਅਸੀਂ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਲਰਨਿੰਗ ਐਂਡ ਟੀਚਿੰਗ ਇਜ਼ ਐਨ ਗੋਇੰਗ ਪ੍ਰੋਸੈਸ ਐਂਡ ਵਿਚ ਟੀਚਰਸ ਟਰਾਈ ਟੂ ਫਾਈਂਡ ਆਊਟ ਟੂ ਮੇਕ ਟੀਚਿੰਗ ਪ੍ਰੋਸੈਸ ਇਫੈਕਟਿਵਲੀ ਐਂਡ ਇੰਟਰਸਟਿੰਗਲੀ। ਮਤਲਬ ਕਹਿੰਦੇ ਲਰਨਿੰਗ ਅਤੇ ਟੀਚਿੰਗ। ਹੁਣ ਲਰਨਿੰਗ ਮਤਲਬ ਸਿੱਖਣਾ, ਸਟੂਡੈਂਟ ਜਿਹੜੇ ਤੁਸੀਂ ਸਟੂਡੈਂਟਸ ਹੋ ਗਏ ਹੈ ਨਾ, ਸਿੱਖ ਰਹੇ ਹੋ, ਅਤੇ ਟੀਚਿੰਗ ਜਿਹੜਾ ਕੋਈ ਟੀਚ ਕਰ ਰਿਹਾ, ਜਿਹੜਾ ਪੜ੍ਹਾ ਰਿਹਾ ਹੈਗਾ। ਇਹ ਪ੍ਰੋਸੈਸ ਹੈਗਾ ਰਾਜੇ ਜਿਹੜਾ ਇਸ ਦੇ ਵਿੱਚ ਟੀਚਰ ਕੀ ਕਰਦਾ, ਟਰਾਈ ਕਰਦਾ, ਕੋਸ਼ਿਸ਼ ਕਰਦਾ। ਜਿਵੇਂ ਕਿ ਹੁਣ ਮੈਂ ਵੱਧ ਤੋਂ ਵੱਧ ਇਹੀ ਕੋਸ਼ਿਸ਼ ਕਰਦੀ ਹਾਂ ਹਰ ਇੱਕ ਚੀਜ਼ ਨੂੰ ਫਾਈਂਡ ਆਊਟ ਕਰਨਗੇ, ਮਤਲਬ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਐਗਜ਼ਾਮਪਲ ਲੈ ਕੇ ਆਉਂਦੀ, ਵਧੀਆ ਤੋਂ ਵਧੀਆ ਤਰੀਕਾ ਮਟੀਰੀਅਲ ਲੈ ਕੇ ਆਉਂਦੀ ਹੈ ਨਾ, ਜਿਸ ਦੇ ਨਾਲ ਜਿਹੜਾ ਮੇਰਾ ਪੜ੍ਹਾਉਣ ਦਾ ਤਰੀਕਾ ਹੈ, ਪ੍ਰੋਸੈਸ ਹੈਗਾ, ਉਹ ਬਹੁਤ ਵਧੀਆ ਇਫੈਕਟਿਵ ਹੋ ਜੇ ਅਤੇ ਇੰਟਰਸਟਿੰਗ ਹੋਵੇ, ਵੀ ਮਤਲਬ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਸਮਝ ਆਵੇ। ਠੀਕ ਹੈ। ਤਾਂ ਦੇਖੋ ਰਾਜੇ ਟੀਚਰ ਦਾ ਇੱਕ ਇਹੀ ਮੋਟਿਵ ਹੁੰਦਾ ਹੈਗਾ, ਠੀਕ ਹੈ, ਕਿ ਉਹਦਾ ਜਿਹੜਾ ਬੱਚਾ ਹੈਗਾ ਉਹ ਪੜ੍ਹ ਰਿਹਾ, ਜਦੋਂ ਟੀਚਰ ਤੋਂ ਪੂਰੇ ਆਪਣੇ ਮਤਲਬ 100% ਦੇ ਰਿਹਾ ਹੈਗਾ ਹੈ ਨਾ, ਪੂਰੀ ਉਮੀਦ ਲੈ ਕੇ ਆਇਆ, ਪੂਰੀ ਹੋਪ ਲੈ ਕੇ ਆਇਆ। ਤਾਂ ਇੱਕ ਟੀਚਰ ਨੂੰ ਇਹੀ ਹੁੰਦਾ ਕਿ ਬੱਚੇ ਦਾ ਕਨਸੈਪਟ ਬਿਲਕੁਲ ਕਲੀਅਰ ਹੋਵੇ। ਠੀਕ ਹੈ। ਤਾਂ ਹੁਣ ਦੇਖੋ ਤੁਹਾਡਾ ਪੇਪਰ ਬਹੁਤ ਵਧੀਆ ਨੰਬਰਾਂ ਨਾਲ ਪਾਸ ਹੋਵੇ, ਤਾਂ ਇੱਕ ਟੀਚਰ ਦਾ ਜਿਹੜਾ ਇਹੀ ਮਕਸਦ ਹੁੰਦਾ ਹੈਗਾ। ਸਮਝ ਲੱਗ ਗਿਆ ਰਾਜੇ। ਤਾਂ ਦੇਖੋ ਟੀਚਿੰਗ ਜਿਹੜਾ ਲਰਨਿੰਗ ਮਟੀਰੀਅਲ ਹੈਗਾ ਉਹਨੂੰ ਬਹੁਤ ਜ਼ਿਆਦਾ ਇੰਟਰਸਟਿੰਗ ਬਣਾਉਣਾ, ਇਫੈਕਟਿਵ ਬਣਾਉਣਾ ਬਹੁਤ ਵਧੀਆ ਤਰੀਕੇ ਨਾਲ ਇਹ ਟੀਚਰ ਦੀ ਇੱਕ ਕੀ ਹੁੰਦੀ ਹੈ, ਕੋਸ਼ਿਸ਼ ਹੁੰਦੀ ਹੈਗੀ। ਸਮਝ ਲੱਗ ਗਈ ਰਾਜੇ। ਤਾਂ ਨੈਕਸਟ ਦੇ ਵਿੱਚ ਦੇਖੋ ਕਿ ਕੀ ਹੈਗਾ ਇਸ ਦੇ ਵਿੱਚ ਕਿ ਟੀਚਿੰਗ ਮਟੀਰੀਅਲ ਸ਼ੁੱਡ ਬੀ ਸਿਲੈਕਟਡ ਕੀਪਿੰਗ ਇਨ ਮਾਈਂਡ ਦਾ ਓਬਜੈਕਟਿਵਸ ਆਫ ਇੰਗਲਿਸ਼ ਸੋ ਦੈਟ ਸਕਿੱਲਸ ਆਫ ਰੀਡਿੰਗ, ਅੰਡਰਸਟੈਂਡਿੰਗ, ਲਿਸਨਿੰਗ ਐਂਡ ਸਪੀਕਿੰਗ ਕੈਨ ਬੀ ਡਿਵੈਲਪਡ। ਮਤਲਬ ਕਹਿੰਦੇ ਜਿਹੜਾ ਟੀਚਿੰਗ ਮਟੀਰੀਅਲ ਹੈਗਾ ਉਹ ਇੱਕ ਟੀਚਰ ਹੈਗਾ, ਜਿਵੇਂ ਹੁਣ ਉਹ ਕੀ ਹੁੰਦਾ, ਪੂਰਾ ਸਿਲੈਕਟਡ ਹੁੰਦਾ। ਹੁਣ ਦੇਖੋ ਤੁਸੀਂ ਇੰਗਲਿਸ਼ ਪੈਡਾਗੋਜੀ ਦੇ ਵਿੱਚ ਕਿੰਨੀਆਂ ਜ਼ਿਆਦਾ ਚੀਜ਼ਾਂ ਹੁੰਦੀਆਂ ਨੇਗੀਆਂ, ਤੁਸੀਂ ਕੋਈ ਵੀ ਕਨਸੈਪਟ, ਕੋਈ ਵੀ ਸਬਜੈਕਟ ਦੇਖ ਲਓ, ਠੀਕ ਹੈ, ਉਹਦੇ ਵਿੱਚ ਕੀ ਹੈਗਾ ਬਹੁਤ ਜ਼ਿਆਦਾ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ। ਪਰ ਜਦੋਂ ਹੁਣ ਟੀਚਰ ਹੈਗਾ ਜਿਹੜਾ ਤੁਹਾਨੂੰ ਪੜ੍ਹਾਉਣਾ ਹੈਗਾ, ਤਾਂ ਸਾਡੇ ਦਿਮਾਗ ਦੇ ਵਿੱਚ, ਮਾਈਂਡ ਦੇ ਵਿੱਚ, ਠੀਕ ਹੈ, ਇਹ ਪਹਿਲਾਂ ਤੋਂ ਹੀ ਮਤਲਬ ਕੀ ਹੈਗਾ ਆ ਜਾਂਦੀ ਹੈ ਚੀਜ਼ ਕਿ ਅਸੀਂ ਸਿਲੈਕਟਡ ਮਟੀਰੀਅਲ ਜਿਹੜਾ ਤੁਹਾਡੇ ਵਾਸਤੇ ਯੂਜ਼ਫੁਲ ਹੈ ਅਸੀਂ ਉਸੇ ਨੂੰ ਲੈ ਕੇ ਆਉਣੇ ਆਗੇ। ਠੀਕ ਹੈ। ਮਤਲਬ ਜਿਹੜਾ ਤੁਸੀਂ ਈਜ਼ਲੀ ਰੀਡ ਕਰ ਸਕੋ, ਜਿਹੜੇ ਨੂੰ ਤੁਸੀਂ ਈਜ਼ਲੀ ਸਮਝ ਸਕੋ, ਤੁਸੀਂ ਸੁਣ ਸਕੋ, ਠੀਕ ਹੈ, ਤੁਸੀਂ ਉਹਨੂੰ ਬੋਲ ਵੀ ਸਕੋ, ਤਾਂ ਉੱਦਾਂ ਦਾ ਮਟੀਰੀਅਲ ਹੈਗਾ ਜਿਹੜਾ ਰਾਜੇ ਤੁਹਾਡੇ ਵਾਸਤੇ ਲੈ ਕੇ ਆਂਦਾ ਜਾਂਦਾ ਹੈਗਾ, ਜਿਸ ਕਰਕੇ ਤੁਹਾਡੇ ਵਾਸਤੇ ਉਹ ਯੂਜ਼ਫੁਲ ਹੋਵੇ। ਹੁਣ ਇੱਥੇ ਮੈਂ ਬਹੁਤ ਜ਼ਿਆਦਾ ਡਿਫੀਕਲਟ ਵੋਕੈਬਲਰੀ ਵਰਡ ਯੂਜ਼ ਕਰਦਾ, ਜਾਂ ਬਹੁਤ ਜ਼ਿਆਦਾ ਡਿਫੀਕਲਟ ਲੈਂਗੁਏਜ ਨੂੰ ਯੂਜ਼ ਕਰੀਏ ਹੈ ਨਾ, ਬਹੁਤ ਵੱਡੇ ਵੱਡੇ ਪੈਰਾਗ੍ਰਾਫ ਲੈ ਕੇ ਆਈਏ, ਤਾਂ ਤੁਸੀਂ ਉਹਨਾਂ ਨੂੰ ਦੇਖ ਕੇ ਹੀ ਡਰ ਜਾਓਗੇ। ਮਤਲਬ ਤੁਸੀਂ ਉਹਨਾਂ ਨੂੰ ਰੀਡ ਨਹੀਂ ਕਰ ਸਕਦੇ, ਅੰਡਰਸਟੈਂਡ ਨਹੀਂ ਕਰ ਪਾਓਗੇ, ਕੁਛ ਸੁਣ ਨਹੀਂ ਸਕੋਗੇ, ਉਹਨਾਂ ਨੂੰ ਬੋਲ ਨਹੀਂ ਸਕੋਗੇ, ਤਾਂ ਉਦੋਂ ਤੁਹਾਡੇ ਵਾਸਤੇ ਕੀ ਜ਼ਿਆਦਾ ਯੂਜ਼ਫੁਲ ਹੋਣਗੀਆਂ। ਠੀਕ ਹੈ। ਤਾਂ ਜਿਹੜਾ ਟੀਚਿੰਗ ਮਟੀਰੀਅਲ ਹੈਗਾ ਉਹ ਸਿਲੈਕਟਡ ਹੋਵੇ, ਬਹੁਤ ਵਧੀਆ ਤਰੀਕੇ ਦਾ ਹੋਵੇ, ਕਿ ਜਿਹੜਾ ਤੁਹਾਡੇ ਬਿਲਕੁਲ ਈਜ਼ਲੀ ਸਮਝ ਆ ਜੇ, ਤੁਸੀਂ ਅੰਡਰਸਟੈਂਡ ਕਰ ਸਕੋ, ਤੁਸੀਂ ਆਪਣੀ ਲਾਈਫ ਦੇ ਵਿੱਚ ਵੀ ਅੱਗੇ ਉਹ ਚੀਜ਼ ਨੂੰ ਯੂਜ਼ ਕਰ ਸਕਦੇ ਹੋ। ਠੀਕ ਹੈ। ਤਾਂ ਕਰੈਕਟਰਿਸਟਿਕਸ ਆਫ ਟੀਚਿੰਗ ਏਡਸ ਦੀਆਂ ਜਿਹੜੀਆਂ ਟੀਚਿੰਗ ਏਡਸ ਕੀ ਹੁੰਦੀਆਂ ਨੇ ਜੇ, ਉਹ ਚੀਜ਼ਾਂ ਜਿਹੜੀਆਂ ਇੱਕ ਟੀਚਰ ਤੁਹਾਨੂੰ ਪੜ੍ਹਾਉਣ ਵਾਸਤੇ ਆਪਣੀਆਂ ਵਰਤਦਾ ਹੈਗਾ। ਠੀਕ ਹੈ। ਮੰਨ ਲਓ ਹੁਣ ਟੀਚਰ ਨੇ ਤੁਹਾਨੂੰ ਕੀ ਕਰਨਾ ਹੈਗਾ, ਸਾਇੰਸ ਦਾ ਸੈੱਲ ਦੇ ਬਾਰੇ ਪੜ੍ਹਾਉਣਾ ਹੈਗਾ। ਠੀਕ ਹੈ। ਤਾਂ ਟੀਚਰ ਜਦੋਂ ਕਲਾਸ ਦੇ ਵਿੱਚ ਆਇਆ ਤਾਂ ਉਹ ਕੀ ਕਰ ਰਿਹਾ, ਤੁਹਾਨੂੰ ਆਲੇ ਦੁਆਲੇ ਦਿਖਾ ਰਿਹਾ ਕਿ ਦੇਖੋ ਰਾਜੇ ਜਿੱਦਾਂ ਆਪਣੀਆਂ ਜਿਹੜੀਆਂ ਵਾਲਸ ਨੇ, ਕੰਧਾਂ ਬਣੀਆਂ ਹੋਈਆਂ ਨੇ, ਉਹ ਬ੍ਰਿਕਸ ਦੀਆਂ ਬਣੀਆਂ ਹੋਈਆਂ ਨੇ, ਇੱਟਾਂ ਦੀਆਂ, ਤੁਸੀਂ ਇਹਨਾਂ ਦੀ ਸ਼ੇਪ ਦੇਖੋ। ਇੱਦਾਂ ਹੀ ਜਿਹੜੇ ਸਾਡੀ ਬੋਡੀ ਦੇ ਵਿੱਚ ਹੁੰਦੇ ਨੇ, ਸੈੱਲ ਹੁੰਦੇ ਨੇ, ਇੱਦਾਂ ਹੀ ਉਹ ਸਾਡੀ ਬੋਡੀ ਨੂੰ ਕੀ ਕਰਦੇ ਨੇ, ਮਿਲ ਕੇ ਬਣਾਉਂਦੇ ਨੇ। ਠੀਕ ਹੈ। ਤਾਂ ਉਸ ਤੋਂ ਬਾਅਦ ਦੇਖੋ ਟੀਚਰ ਕਹਿ ਰਿਹਾ ਕਿ ਤੁਸੀਂ ਆਪਣੇ ਆਲੇ ਦੁਆਲੇ ਦੀ ਚੀਜ਼ਾਂ ਨੋਟ ਕਰੋ, ਜਿਵੇਂ ਪਲਾਂਟਸ ਹੋ ਗਿਆ, ਐਨੀਮਲ, ਜਿਹੜੀ ਚੀਜ਼ਾਂ ਮੂਵ ਕਰ ਰਹੀਆਂ ਨੇ, ਸਾਹ ਲੈ ਰਹੀਆਂ ਨੇ, ਖਾ ਰਹੀਆਂ ਨੇ, ਇਹਦਾ ਮਤਲਬ ਇਹ ਲਿਵਿੰਗ ਨੇ। ਜਿਹੜੀਆਂ ਤੁਹਾਡੇ ਸਾਹਮਣੇ ਚੇਅਰ ਹੈ, ਟੇਬਲ ਹੈਗੀ, ਮਤਲਬ ਇੱਦਾਂ ਟੀਚਰ ਹੈ ਜਿਹੜਾ ਤੁਹਾਡੇ ਆਲੇ ਦੁਆਲੇ ਦੀਆਂ ਚੀਜ਼ਾਂ ਦੇ ਨਾਲ ਕੀ ਕਰ ਰਿਹਾ, ਰਿਲੇਟ ਕਰ ਰਿਹਾ। ਟੀਚਰ ਤੁਹਾਨੂੰ ਕੋਈ ਚਾਰਟ ਲੈ ਕੇ ਆਇਆ, ਉਹ ਦਿਖਾ ਰਿਹਾ ਹੈਗਾ। ਠੀਕ ਹੈ। ਕੋਈ ਲਿਵਿੰਗ ਚੀਜ਼ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ, ਉਹ ਦਿਖਾ ਰਿਹਾ। ਉਹ ਕੀ ਹੋ ਗਿਆ, ਸਾਰੀਆਂ ਟੀਚਿੰਗ ਏਡਸ ਹੋ ਗਈਆਂ, ਉਹ ਚੀਜ਼ਾਂ ਹੋ ਗਈਆਂ ਜਿਹੜੀਆਂ ਕੀ ਕਰ ਰਿਹਾ ਟੀਚਰ ਇੱਕ ਪੜ੍ਹਾਉਣ ਦੇ ਵਾਸਤੇ ਕੀ ਕਰ ਰਿਹਾ, ਕੰਮ ਕਰ ਰਿਹਾ। ਤਾਂ ਉਹਨਾਂ ਦੇ ਕਰੈਕਟਰਿਸਟਿਕਸ ਅਸੀਂ ਪੜ੍ਹਨੇ ਨੇ। ਥੀਸ ਏਡਸ ਹੈਲਪਸ ਟੂ ਅੰਡਰਸਟੈਂਡ ਐਂਡ ਕੰਪਰੀਹੈਂਡ ਡਿਫੀਕਲਟ ਆਈਡੀਆਜ਼ ਐਂਡ ਕਨਸੈਪਟ। ਤਾਂ ਦੇਖੋ ਸਾਨੂੰ ਪਤਾ ਹੈਗਾ ਵੀ ਜਿਹੜੀਆਂ ਇਹ ਏਡਸ ਹੁੰਦੀਆਂ ਨੇਗੀਆਂ, ਠੀਕ ਹੈ,
ਇਹਨਾਂ ਏਡਸ ਦੇ ਨਾਲ ਅਸੀਂ ਕੀ ਕਰ ਸਕਦੇ ਹਾਂ, ਕਿਸੇ ਵੀ ਡਿਫੀਕਲਟ ਆਈਡੀਆ ਨੂੰ, ਹੁਣ ਦੇਖੋ ਸੈੱਲ ਹੈ ਜਿਹੜਾ ਤੁਹਾਡੇ ਵਾਸਤੇ ਇਹ ਮਤਲਬ ਬਹੁਤ ਡਿਫੀਕਲਟ ਸੀਗਾ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਸੀ ਵੀ ਲਿਵਿੰਗ ਕੀ ਹੁੰਦਾ, ਨੋਨ ਲਿਵਿੰਗ ਕੀ ਹੁੰਦਾ, ਪਰ ਜਦੋਂ ਤੁਹਾਨੂੰ ਟੀਚਰ ਨੇ ਤੁਹਾਡੇ ਆਲੇ ਦੁਆਲੇ ਚੀਜ਼ਾਂ ਦਿਖਾਤੀਆਂ ਕਿ ਆਹ ਦੇਖੋ ਇਹ ਮੂਵ ਕਰ ਰਿਹਾ, ਇਹ ਖਾ ਪੀ ਰਹੇ ਨੇ, ਹੈ ਨਾ, ਤਾਂ ਉਹ ਕਨਸੈਪਟ ਨੂੰ, ਉਸ ਆਈਡੀਆ ਨੂੰ ਤੁਸੀਂ ਈਜ਼ਲੀ ਕੀ ਕਰ ਲਓਗੇ, ਅੰਡਰਸਟੈਂਡ ਕਰ ਲਓਗੇ। ਸਮਝ ਲੱਗ ਗਈ ਰਾਜੇ। ਤਾਂ ਨੈਕਸਟ ਦੇ ਵਿੱਚੋਂ ਦੇ ਹੈਲਪ ਟੂ ਡਿਵੈਲਪ ਇੰਟਰਸਟ ਆਫ ਲਰਨਰਸ, ਓਬਵੀਅਸ ਹੀ ਗੱਲ ਹੈਗੀ। ਹੁਣ ਇੱਕ ਟੀਚਰ ਹੈ ਜਿਹੜਾ ਤੁਹਾਨੂੰ ਲੈਕਚਰ ਦੇਈ ਜਾ ਰਿਹਾ, ਪੜ੍ਹਾਈ ਜਾ ਰਿਹਾ ਕਲਾਸ ਦੇ ਵਿੱਚ, ਤੇ ਦੂਸਰੇ ਪਾਸੇ ਇੱਕ ਟੀਚਰ ਤੁਹਾਡੇ ਸਾਹਮਣੇ ਬਹੁਤ ਸਾਰੀਆਂ ਇੰਟਰਸਟਿੰਗ ਚੀਜ਼ਾਂ ਲੈ ਕੇ ਆਉਂਦਾ ਹੈ। ਮੰਨ ਲਓ ਤੁਹਾਨੂੰ ਕਲਾਸਰੂਮ ਤੋਂ ਬਾਹਰ ਲੈ ਕੇ ਜਾਂਦਾ ਹੈਗਾ, ਦਿਖਾਉਂਦਾ ਹੈਗਾ ਤੁਹਾਨੂੰ ਕਿ ਇਹ ਦੇਖੋ ਬੱਚੇ ਪਲਾਂਟਸ ਨੇਗੇ, ਇਹਨਾਂ ਦੇ ਪੱਤੇ ਨੇ, ਲੀਵਸ ਨੇਗੇ, ਇਹ ਫੋਟੋਸਿੰਥੇਸਿਸ ਕਰਦੇ ਨੇ, ਮਤਲਬ ਇੱਦਾਂ ਦੀ ਆਲੇ ਦੁਆਲੇ ਚੀਜ਼ਾਂ ਦਿਖਾ ਰਿਹਾ ਜਾਂ ਹੋਰ ਬਹੁਤ ਉਹ ਕਰ ਰਿਹਾ, ਤਾਂ ਤੁਹਾਡੇ ਵਾਸਤੇ ਉਹ ਇੰਟਰਸਟਿੰਗ ਹੋ ਜਾਊਗਾ, ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗੂਗਾ, ਇੰਟਰਸਟ ਆਊਗਾ ਤੁਹਾਡਾ ਉਸ ਦੇ ਵਿੱਚ, ਹੈ ਨਾ। ਤਾਂ ਇਹਦੇ ਨਾਲ ਰਾਜੇ ਲਰਨਰ ਹੈਗਾ ਜਿਹੜਾ, ਉਹ ਕੀ ਕਰਦਾ, ਆਪਣੇ ਜਿਹੜੇ ਇੰਟਰਸਟ ਨੂੰ ਡਿਵੈਲਪ ਕਰਦਾ। ਜਿਹੜਾ ਲਰਨਰ ਹੈ ਉਹ ਨੈਕਸਟ ਅਗਲੇ ਦਿਨ ਵੀ ਆਪਣਾ ਮਤਲਬ ਤੁਹਾਡੀ ਕਲਾਸ ਦੇ ਵਿੱਚ ਆਊਗਾ ਕਿ ਹਾਂ ਸਾਨੂੰ ਟੀਚਰ ਇੰਨੇ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਨੇ, ਠੀਕ ਹੈ। ਦੇ ਮੇਕ ਦਾ ਲਰਨਰਸ ਐਕਟਿਵ ਪਾਰਟਿਸਪੈਂਟ ਇਨ ਲਰਨਿੰਗ, ਓਬਵੀਅਸ ਜੀ ਗੱਲ ਹੈਗਾ। ਤਾਂ ਦੇਖੋ ਹੁਣ ਇੱਕ ਟੀਚਰ ਹੈ ਜਿਹੜਾ ਕਲਾਸ ਦੇ ਵਿੱਚ ਪੜ੍ਹਾਈ ਜਾ ਰਿਹਾ ਸੀ, ਤੁਸੀਂ ਸੁਣੀ ਜਾ ਰਹੇ ਸੀ ਚੁੱਪ ਕਰਕੇ ਪੈਸਿਵਲੀ, ਤਾਂ ਉੱਥੇ ਤੁਸੀਂ ਕੋਈ ਐਕਟਿਵ ਨਹੀਂ ਸੀ, ਤੁਹਾਨੂੰ ਸੁਸਤੀ ਹੋਏ ਪਏ ਸੀ, ਤੁਸੀਂ ਬਿਲਕੁਲ ਪੈਸਿਵਲੀ ਸੀਗੀ, ਤੁਹਾਨੂੰ ਨੀਂਦ ਆ ਰਹੀ ਸੀ, ਹੈ ਨਾ। ਤਾਂ ਦੂਜੇ ਪਾਸੇ ਹੁਣ ਜਿਹੜਾ ਟੀਚਰ ਹੈਗਾ ਉਹ ਤੁਹਾਨੂੰ ਕਲਾਸ ਤੋਂ ਬਾਹਰ ਲੈ ਕੇ ਜਾਂਦਾ ਹੈਗਾ, ਘੁਮਾਉਂਦਾ ਹੈਗਾ, ਉਹ ਚੀਜ਼ਾਂ ਦਿਖਾਉਂਦਾ ਹੈਗਾ ਆਲੇ ਦੁਆਲੇ, ਠੀਕ ਹੈ। ਤਾਂ ਤੁਸੀਂ ਮਤਲਬ ਆਪਣੇ ਹੱਥਾਂ ਪੈਰਾਂ ਦੀ ਮੂਵਮੈਂਟ ਦੇ ਨਾਲ ਉੱਥੇ ਜਾਂਦੇ ਹੋ, ਦੇਖਦੇ ਹੋ, ਆਪਣਾ ਦਿਮਾਗ ਚਲਾਉਂਦੇ ਹੋ, ਤਾਂ ਤੁਸੀਂ ਉੱਥੇ ਪੂਰੇ ਕੀ ਹੋ ਗਏ, ਐਕਟਿਵ ਹੋ ਗਏ, ਪੂਰੇ ਚੁਸਤ ਤਰੀਕੇ ਨਾਲ ਤੁਸੀਂ ਉੱਥੇ ਕੀ ਕਰਦੇ ਹੋ, ਪਾਰਟੀਸਪੇਟ ਕਰਦੇ ਹੋ, ਜਿਸ ਦੇ ਨਾਲ ਤੁਹਾਡੀ ਲਰਨਿੰਗ ਹੈ ਜਿਹੜੀ ਬਹੁਤ ਵਧੀਆ ਹੋ ਜਾਏਗੀ, ਠੀਕ ਹੈ। ਦੇ ਪ੍ਰੋਵਾਈਡ ਦਾ ਰੀਇਨਫੋਰਸਮੈਂਟ ਫॉर ਬੈਟਰ ਲਰਨਿੰਗ, ਇੱਕ ਕੀ ਹੁੰਦੀ ਹੈਗੀ, ਰੀਇਨਫੋਰਸਮੈਂਟ ਹੁੰਦੀ ਹੈਗੀ, ਠੀਕ ਹੈ, ਜਿਸ ਦੇ ਨਾਲ ਕੀ ਹੁੰਦੀ ਹੈ, ਸਾਡੀ ਲਰਨਿੰਗ ਹੈ ਜਿਹੜੀ, ਸਾਡੇ ਸਿੱਖਣ ਦਾ ਤਰੀਕਾ ਕੀ ਹੋ ਜਾਂਦਾ, ਬੈਟਰ ਹੋ ਜਾਂਦਾ, ਸਾਡੇ ਵਾਸਤੇ ਇਹ ਮੋਟੀਵੇਸ਼ਨ ਹੁੰਦੀ ਹੈਗੀ, ਠੀਕ ਹੈ। ਜਿਵੇਂ ਹੁਣ ਦੇਖੋ ਇੱਕ ਟੀਚਰ ਹੈਗਾ, ਜੇਕਰ ਲੈਕਚਰ ਦੇਈ ਜਾ ਰਿਹਾ ਸੀ ਤਾਂ ਤੁਸੀਂ ਉੱਥੇ ਬਹੁਤ ਵਧੀਆ ਤਰੀਕੇ ਨਾਲ ਨਹੀਂ ਸਿੱਖਦੇ, ਤੇ ਦੂਜੇ ਪਾਸੇ ਟੀਚਰ ਤੁਹਾਨੂੰ ਕਦੇ ਚਾਰਟ ਵਗੈਰਾ ਦਿਖਾਉਂਦਾ ਗਾ, ਕਦੇ ਲੈਬ ਦੇ ਵਿੱਚ ਲੈ ਕੇ ਜਾਂਦਾ ਹੈਗਾ, ਕਦੇ ਬਾਹਰ ਆਊਟਸਾਈਡ 'ਤੇ ਵਿਜ਼ਿਟ ਕਰਵਾਉਂਦਾ ਹੈਗਾ, ਤੁਹਾਨੂੰ ਉਹ ਚੀਜ਼ਾਂ ਦਿਖਾਉਂਦਾ, ਤਾਂ ਤੁਸੀਂ ਉੱਥੇ ਮੋਟੀਵੇਟ ਹੋਵੋਗੇ, ਤੁਹਾਡੇ ਵਿੱਚ ਉਤਸੁਕਤਾ ਹੋਊਗੀ ਕਿ ਅਸੀਂ ਵੱਧ ਤੋਂ ਵੱਧ, ਹੈ ਨਾ, ਚੀਜ਼ਾਂ ਨੂੰ ਜਾਣੀਏ, ਤਾਂ ਮਤਲਬ ਉਸ ਤਰੀਕੇ ਨਾਲ ਤੁਸੀਂ ਕੀ ਹੋ ਜਾਓਗੇ, ਰੀਇਨਫੋਰਸਮੈਂਟ ਹੋ ਜਾਓਗੇ, ਤੁਹਾਨੂੰ ਮੋਟੀਵੇਸ਼ਨ ਮਿਲੂਗੀ, ਠੀਕ ਹੈ। ਤਾਂ ਪਤਾ ਲੱਗ ਗਿਆ ਰਾਜੇ। ਤਾਂ ਨੈਕਸਟ ਦੇ ਵਿੱਚ ਦੇਖਦੇ ਹੋ ਓਬਜੈਕਟਿਵਸ ਆਫ ਯੂਜ਼ਿੰਗ ਟੀਚਿੰਗ ਏਡ, ਇਹਦੇ ਓਬਜੈਕਟਿਵ ਕੀ ਹੁੰਦੇ ਨੇ, ਟੂ ਮੇਕ ਲਰਨਿੰਗ ਇੰਟਰਸਟਿੰਗ ਐਂਡ ਲੌਂਗ ਲਾਸਟਿੰਗ, ਮਤਲਬ ਕੀ ਹੈ ਕਿ ਇਸ ਦੇ ਨਾਲ ਜਿਹੜੀ ਸਾਡੀ ਲਰਨਿੰਗ ਹੈ, ਸਿੱਖਣ ਹੈਗਾ, ਉਹ ਇੰਟਰਸਟਿੰਗ ਹੋ ਜਾਂਦਾ ਹੈਗਾ ਤੇ ਲੰਬੇ ਸਮੇਂ ਤੱਕ ਚੱਲਦਾ। ਹੁਣ ਜਿਹੜੀ ਚੀਜ਼ ਇੱਕ ਮੈਂ ਤੁਹਾਨੂੰ ਪੜ੍ਹਾਈ ਸੀਗੀ, ਹੈ ਨਾ, ਮੰਨ ਲਓ ਕਲਾਸ ਦੇ ਵਿੱਚ ਟੀਚਰ ਨੇ ਤੁਹਾਨੂੰ ਪਲਾਂਟਸ ਦੇ ਬਾਰੇ ਪੜ੍ਹਾਤਾ, ਪੌਦਿਆਂ ਦੇ ਬਾਰੇ ਕਿ ਲਿਵਿੰਗ ਹੁੰਦੇ ਨੇ, ਦੂਜੀਆਂ ਚੀਜ਼ਾਂ ਨੋਨ ਲਿਵਿੰਗ ਨੇ, ਤਾਂ ਇਹ ਚੀਜ਼ ਨੂੰ ਤੁਸੀਂ ਸ਼ਾਇਦ 1-2 ਦਿਨਾਂ 'ਚ ਭੁੱਲ ਜਾਓਗੇ ਜੇਕਰ ਤੁਸੀਂ ਰਿਵੀਜ਼ਨ ਨਾ ਕਰੀ। ਪਰ ਦੂਜੇ ਪਾਸੇ ਜੇਕਰ ਤੁਸੀਂ ਬੱਚਿਆਂ ਨੂੰ ਬਾਹਰ ਕਲਾਸਰੂਮ ਤੋਂ ਆਪਣੇ ਬਾਹਰ ਲੈ ਕੇ ਗਏ, ਉੱਥੇ ਦਿਖਾਏ ਕਿ ਇਹ ਦੇਖੋ ਬੱਚੇ ਪੌਦੇ ਨੇ, ਹੈ ਨਾ, ਇਹ ਮੂਵ ਕਰ ਰਹੇ ਨੇ, ਇਹਨਾਂ ਦੇ ਪੱਤੇ, ਇਹਨਾਂ ਦਾ ਸਾਈਜ਼, ਹੁਣ ਪਹਿਲਾਂ ਇਹ ਪੌਦਾ ਛੋਟਾ ਜਿਹਾ ਸੀ, ਹੁਣ ਵੱਡਾ ਹੋ ਗਿਆ, ਹੈ ਨਾ, ਤਾਂ ਮਤਲਬ ਕੀ ਹੈ, ਇਹਦੀ ਗਰੋਥ ਹੋ ਰਹੀ ਹੈ। ਤਾਂ ਉਹ ਚੀਜ਼ਾਂ ਜੇਕਰ ਤੁਸੀਂ 10-15 ਦਿਨਾਂ ਬਾਅਦ ਵੀ ਬੱਚਿਆਂ ਤੋਂ ਪੁੱਛੋਗੇ ਕਿ ਉਸ ਦਿਨ ਆਪਾਂ ਗਰਾਊਂਡ 'ਚ ਗਏ ਸੀ, ਆਪਾਂ ਇਹ ਐਕਟੀਵਿਟੀਜ਼ ਕੀਤੀਆਂ ਸੀ, ਤਾਂ ਦੱਸੋ ਤੁਸੀਂ ਕੀ ਮਹਿਸੂਸ ਕੀਤਾ ਸੀ, ਉੱਥੇ ਕੀ ਸਮਝਾਇਆ ਸੀ, ਤਾਂ ਉਹ ਚੀਜ਼ਾਂ ਨੂੰ ਤੁਸੀਂ ਲੰਬੇ ਸਮੇਂ ਤੱਕ ਆਪਣੇ ਦਿਮਾਗ ਦੇ ਵਿੱਚ ਕੀ ਕਰ ਸਕਦੇ ਹੋ, ਯਾਦ ਕਰ ਸਕਦੇ ਹੋ। ਟੂ ਸੇਵ ਟਾਈਮ ਵੀ ਬਚ ਜਾਂਦਾ ਹੈਗਾ। ਹੁਣ ਦੇਖੋ ਇੱਕ ਟੀਚਰ ਨੂੰ ਪੜ੍ਹਾਉਣ ਵਾਸਤੇ ਮਤਲਬ ਕਿੰਨਾ ਟਾਈਮ ਲੱਗਦਾ, ਹੈ ਨਾ, ਸਮਝਾਉਣਾ ਪੈਂਦਾ ਹੈਗਾ, ਇਹ ਕਰਨਾ ਪੈਂਦਾ। ਦੂਸਰੇ ਪਾਸੇ ਜਦੋਂ ਟੀਚਰ ਨੇ ਬਾਹਰ ਵਿਜ਼ਿਟ ਕਰਵਾ ਕੇ ਪਲਾਂਟ ਬਾਰੇ ਦਿਖਾਤਾ, ਤਾਂ ਉੱਥੇ ਟਾਈਮ ਵੀ ਕੰਜ਼ਿਊਮ ਹੋ ਜਾਂਦਾ, ਹੈ ਨਾ, ਆਪਣਾ ਐਨਰਜੀ ਵੀ ਘੱਟ ਲੱਗਦੀ ਆ ਪੜ੍ਹਾਉਣ 'ਤੇ। ਹੁਣ ਦੇਖੋ ਕਿੰਨਾ ਜ਼ਿਆਦਾ ਟੀਚਰ ਨੇ ਪਹਿਲਾਂ ਲਿਖਿਆ, ਬੋਰਡ 'ਤੇ ਪੜ੍ਹਾਇਆ, ਸਮਝਾਇਆ, ਹੈ ਨਾ, ਤੇ ਦੂਸਰੇ ਪਾਸੇ ਟੀਚਰ ਬਸ ਉਹਨਾਂ ਨੂੰ ਚੁੱਪ-ਚਾਪ ਗਰਾਊਂਡ ਦੇ ਵਿੱਚ ਲੈ ਗਏ, ਤਾਂ ਉੱਥੇ ਸਾਰਾ ਕੁਛ ਦਿਖਾਤਾ, ਉੱਥੇ ਐਨਰਜੀ ਵੀ ਟੀਚਰ ਦੇ ਘੱਟ ਲੱਗੀ ਤੇ ਬਰਡਨ ਵੀ ਟੀਚਰ ਦਾ ਕੀ ਹੋ ਜਾਂਦਾ, ਘੱਟ ਜਾਂਦਾ ਹੈਗਾ। ਟੂ ਸ਼ੋ ਦੀ ਐਪਲੀਕੇਸ਼ਨ ਆਫ ਥਿਓਰੈਟੀਕਲ ਨੌਲੇਜ, ਮਤਲਬ ਜਿਹੜਾ ਹੁਣ ਲਿਖੀ ਹੋਈ ਹੈ, ਥਿਊਰੀ ਲਿਖੀ ਹੋਈ ਹੈ ਬੱਚਿਆਂ ਦੇ ਜਿਹੜੀਆਂ ਨੋਟਬੁੱਕਸ ਦੇ ਉੱਪਰ, ਬੁੱਕਸ ਦੇ ਉੱਪਰ, ਟੈਕਸਟ ਬੁੱਕਸ ਦੇ ਉੱਪਰ ਜਿਹੜੀ ਥਿਊਰੀ ਲਿਖੀ ਹੋਈ ਸੀ, ਹੈ ਨਾ, ਥਿਓਰੈਟੀਕਲ ਮਟੀਰੀਅਲ ਸੀਗਾ, ਉਹਦੀ ਨੌਲੇਜ ਨੂੰ ਅਸੀਂ ਕੀ ਕਰਤਾ, ਸ਼ੋਅ ਕਰਤਾ। ਉਹ ਨੌਲੇਜ ਨੂੰ ਜਿਹੜੀ ਮਤਲਬ ਲਿਵਿੰਗ, ਨੋਨ ਲਿਵਿੰਗ ਦੀ ਬੱਚਿਆਂ ਦੀ ਨੋਟਬੁੱਕ ਦੇ ਉੱਪਰ ਇੰਨੇ ਜ਼ਿਆਦਾ ਚਾਰਟ, ਪੈਰਾਗ੍ਰਾਫਸ ਲਿਖੇ ਪਏ ਸੀ, ਉਹ ਬੱਚਿਆਂ ਨੂੰ ਅਸੀਂ ਬਾਹਰ ਜਾ ਕੇ ਪ੍ਰੈਕਟੀਕਲੀ ਬਾਹਰ ਕੀ ਕਰਤਾ, ਦਿਖਾਤਾ। ਮੋਟੀਵੇਟ ਕਰਦੇ ਆ ਸਟੂਡੈਂਟਸ ਨੂੰ ਟੂ ਲਰਨ ਬਾਈ ਅਰਾਊਜ਼ਿੰਗ ਦੇਅਰ ਇੰਟਰਸਟ ਸਬਜੈਕਟ ਦੇ ਵਿੱਚ। ਹੁਣ ਦੇਖੋ ਇੱਕ ਕੀ ਹੈਗਾ, ਇੱਕ ਜਿਹੜਾ SST ਦਾ ਤੁਹਾਡਾ ਟੀਚਰ ਹੈ, ਉਹ ਤੁਹਾਨੂੰ ਪੜ੍ਹਾਈ ਜਾ ਰਿਹਾ ਪੂਰਾ, ਹੈ ਨਾ, ਤੇ ਦੂਸਰੇ ਪਾਸੇ ਸਾਇੰਸ ਦਾ ਟੀਚਰ ਹੈ ਜਿਹੜਾ ਤੁਹਾਨੂੰ ਲੈਬ ਦੇ ਵਿੱਚ ਲੈ ਕੇ ਜਾਂਦਾ ਹੈ, ਕਦੇ ਬਾਹਰ ਆਊਟਸਾਈਡ ਦੇ ਵਿੱਚ ਵਿਜ਼ਿਟ ਕਰਾਉਂਦਾ ਹੈ, ਤਾਂ ਤੁਸੀਂ ਆਟੋਮੈਟਿਕਲੀ ਕੀ ਕਰ ਰਹੇ ਹੋ, ਸਾਇੰਸ ਦਾ ਸਬਜੈਕਟ ਹੈ ਜਿਹੜਾ ਤੁਹਾਡਾ ਫੇਵਰੇਟ ਬਣ ਜਾਊਗਾ, ਹੈ ਨਾ, ਮਤਲਬ ਇੱਕ ਸਬਜੈਕਟ ਦੇ ਵਿੱਚ ਤੁਹਾਡੇ ਇੰਟਰਸਟ ਪੈਦਾ ਹੋ ਜਾਊਗਾ, ਮਤਲਬ ਤੁਹਾਨੂੰ ਵੀ ਪੂਰੀ ਉਡੀਕ ਲੱਗੀ ਰਹੂਗੀ ਕਿ ਕਦੋਂ ਸਾਡਾ ਸਾਇੰਸ ਦਾ ਜਿਹੜਾ ਲੈਕਚਰ ਆਊਗਾ, ਸਾਨੂੰ ਟੀਚਰ ਬਾਹਰ ਵਿਜ਼ਿਟ ਕਰਵਾਊਗਾ, ਸਾਨੂੰ ਇੱਦਾਂ ਦੀਆਂ ਚੀਜ਼ਾਂ ਦਿਖਾਊਗਾ, ਅਸੀਂ ਐਕਸਪੈਰੀਮੈਂਟ ਕਰਕੇ ਦੇਖਾਂਗੇ। ਤਾਂ ਇਹਦੇ ਨਾਲ ਕੀ ਆ, ਤੁਹਾਡਾ ਜਿਹੜਾ ਸਬਜੈਕਟ ਹੈਗਾ ਉਹ ਵੀ ਫੇਵਰੇਟ ਬਣ ਜਾਂਦਾ, ਤੁਹਾਡੀ ਜਿਹੜੇ ਸਬਜੈਕਟ ਦੇ ਵਿੱਚ ਇੰਟਰਸਟ ਆ ਜਾਂਦਾ ਹੈਗਾ। ਪਤਾ ਲੱਗ ਗਿਆ ਰਾਜੇ।
ਤਾਂ ਨੈਕਸਟ ਦੇ ਵਿੱਚ ਦੇਖੋ ਅਸੀਂ ਦੇਖਦੇ ਆਂਗੇ ਟੀਚਿੰਗ ਏਡਸ ਰਾਜੇ ਜਿਹੜੀਆਂ ਕਿਹੜੀਆਂ ਹੁੰਦੀਆਂ ਨੇਗੀਆਂ ਜਿਸ ਦੇ ਨਾਲ ਅਸੀਂ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਪੜ੍ਹਾ ਸਕਦੇ ਹਾਂ, ਲਿਖਾ ਸਕਦੇ ਹਾਂ। ਤਾਂ ਸਭ ਤੋਂ ਆਡੀਓ ਏਡਸ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਕੀ ਕਰ ਸਕਦੇ ਹਾਂ, ਸੁਣ ਸਕਦੇ ਹਾਂ ਕਿ ਮਤਲਬ ਬੱਚਿਆਂ ਨੂੰ ਜਿਹੜੀ ਮਤਲਬ ਬੱਚੇ ਪੜ੍ਹ ਰਹੇ ਨੇ, ਮੰਨ ਲਓ ਸੈੱਲ ਦੀ ਡੈਫੀਨੇਸ਼ਨ ਪੜ੍ਹ ਰਹੇ ਨੇ ਜਾਂ ਕੁਝ ਵੀ ਪੜ੍ਹ ਰਹੇ ਨੇ, ਉਹ ਬੱਚਿਆਂ ਨੂੰ ਸੁਣਾ ਦਿਓ, ਸੁਣਿਆ ਹੋਇਆ ਯਾਦ ਰਹੋ। ਵਿਜ਼ੂਅਲ ਏਡਸ ਦਿਖਾ ਦਿਓ, ਜਿਵੇਂ ਹੁਣ ਲਿਵਿੰਗ ਤੇ ਨੋਨ ਲਿਵਿੰਗ ਦਾ ਡਿਫਰੈਂਸ ਤੁਸੀਂ ਪੜ੍ਹਾ ਰਹੇ ਹੋ ਹੈ ਨਾ, ਜੀਵਤ ਚੀਜ਼ਾਂ ਗੈਰ ਜੀਵਤ ਚੀਜ਼ਾਂ ਉਹਨਾਂ ਨੂੰ ਪੜ੍ਹਾ ਰਹੇ ਹੋ, ਤਾਂ ਤੁਸੀਂ ਉਹਨਾਂ ਨੂੰ ਆਪਣੇ ਅੱਖੀ ਦਿਖਾ ਦਿਓ ਵਿਜ਼ੂਅਲੀ। ਆਡੀਓ ਵਿਜ਼ੂਅਲ ਏਡਸ ਮਤਲਬ ਜਿਵੇਂ ਇੱਦਾਂ ਦਾ ਕੋਈ ਪ੍ਰੋਜੈਕਟਰ ਦਿਖਾ ਦਿਓ ਜਿਸ ਦੇ ਵਿੱਚ ਬੱਚੇ ਉਹਦੀ ਫੋਟੋ ਵੀ ਦੇਖ ਰਹੇ ਨੇ ਅਤੇ ਉਸ ਤੋਂ ਬਾਅਦ ਉਸਦੇ ਬਾਰੇ ਸੁਣ ਵੀ ਰਹੇ ਨੇ। ਇਹ 3 ਐਡਸ ਹੁੰਦੀਆਂ ਨੇ ਰਾਜੇ, ਏਡਸ ਹੁੰਦੀਆਂ ਨੇ। ਸਭ ਤੋਂ ਪਹਿਲਾਂ ਜਿਹੜੀਆਂ ਆਡੀਓ ਏਡਸ ਹੁੰਦੀਆਂ ਨੇ ਇਸ ਦੇ ਵਿੱਚ ਦੇਖਦੇ ਹਾਂ ਆਡੀਓ ਏਡਸ ਜਿਹੜੇ ਫੈਸਿਲੀਟੇਟ ਕਰਦੇ ਨੇ ਲਰਨਿੰਗ ਨੂੰ, ਕਿਉਂਕਿ ਆਡੀਓ ਕੀ ਹੁੰਦੀ ਹੈ ਮਤਲਬ ਸੁਣਨ ਵਾਲੀ, ਕੋਈ ਮਤਲਬ ਜਿਹੜੀ ਕੀ ਹੈਗਾ ਰਿਕਾਰਡਿੰਗ ਹੈ ਜਾਂ ਕੁਝ ਵੀ ਹੈਗਾ ਹੈ ਨਾ, ਤੁਸੀਂ ਉਹਨੂੰ ਸੁਣ ਰਹੇ ਹੋ ਤਾਂ ਉਹਦੇ ਨਾਲ ਤੁਹਾਡੀ ਲਰਨਿੰਗ ਹੈਗੀ ਜਿਹੜੀ ਉਹ ਕੀ ਹੋਊਗੀ, ਵਧੀਆ ਹੋਊਗੀ। ਯੂਜ਼ਿੰਗ ਦੀ ਸੈਂਸ ਆਫ ਹੀਅਰਿੰਗ, ਤੁਹਾਡੇ ਸੁਣਨ ਦੀ ਜਿਹੜੀ ਸੈਂਸ ਹੈਗੀ ਉਹ ਵਧੀਆ ਹੋ ਜੂਗੀ। ਆਡੀਓ ਏਡਸ ਹੈਲਪ ਦਾ ਟੀਚਰ ਸਪੈਸ਼ਲੀ ਇਨ ਲਰਨਿੰਗ ਟੀਚਿੰਗ, ਮਤਲਬ ਜੇਕਰ ਇੱਕ ਟੀਚਰ ਹੈਗਾ ਹੈ ਨਾ, ਉਹ ਮਤਲਬ ਬੱਚਿਆਂ ਨੂੰ ਕੀ ਕਰ ਰਿਹਾ, ਲਰਨਿੰਗ ਕਰਵਾ ਰਿਹਾ ਹੈਗਾ, ਸਿਖਾ ਰਿਹਾ ਹੈਗਾ, ਤਾਂ ਉਹਦੇ ਵਾਸਤੇ ਆਡੀਓ ਏਡਸ ਹੈ ਜਿਹੜੀ ਬਹੁਤ ਹੈਲਪਫੁਲ ਹੋਊਗੀ। ਤਾਂ ਇਹਦੇ ਵਿੱਚ ਰਾਜੇ ਤੁਹਾਡੀ ਐਗਜ਼ਾਮਪਲ ਪੁੱਛਣਗੇ, ਡੈਫੀਨੇਸ਼ਨ ਨਹੀਂ ਪੁੱਛਣਗੇ, ਇੱਦਾਂ ਪੁੱਛਣਗੇ ਮੰਨ ਲਓ ਤੁਹਾਨੂੰ ਦੇਤੀ ਟੇਪ ਰਿਕਾਰਡਿੰਗ, ਇਹ ਕੁਐਸਚਨ ਵੀ ਪਹਿਲਾਂ ਆਇਆ ਹੋਇਆ ਗਾ, ਠੀਕ ਹੈ ਕਿ ਟੇਪ ਰਿਕਾਰਡਿੰਗ ਹੈ ਤੁਹਾਡੀ ਕਿਹੜੀ ਏਡ ਹੈ, ਆਡੀਓ ਏਡ ਹੈ, ਵਿਜ਼ੂਅਲ ਏਡ ਹੈ ਜਾਂ ਆਡੀਓ ਵਿਜ਼ੂਅਲ ਐਡ ਹੈਗੀ, ਠੀਕ ਹੈ। ਤਾਂ ਤੁਸੀਂ ਉੱਥੇ ਸਿਲੈਕਟ ਕਰੋਗੇ ਕਿ ਜਿਹੜੀ ਆਡੀਓ ਏਡ ਹੈਗੀ ਹੋ ਰਾਜੇ ਕੀ ਹੈ, ਟੇਪ ਰਿਕਾਰਡਰ, ਕਿਉਂਕਿ ਦੇਖੋ ਰਿਕਾਰਡਰ ਹੈ ਤਾਂ ਉਹਦੇ ਵਿੱਚ ਆਲਰੇਡੀ ਰਿਕਾਰਡ ਕੀਤਾ ਪਿਆ ਅਸੀਂ ਸੁਣਨਾ ਗਾ। ਰੇਡੀਓ ਦੇ ਵਿੱਚ ਅਸੀਂ ਸੁਣਦੇ ਹਾਂ, ਲੈਂਗੁਏਜ ਲੈਬੋਰੇਟਰੀ ਦੇ ਵਿੱਚ ਵੀ ਕੀ ਕਰਦੇ ਹਾਂ ਅਸੀਂ ਸਾਰੀਆਂ ਚੀਜ਼ਾਂ ਨੂੰ ਸੁਣਦੇ ਹਾਂ। ਪਤਾ ਲੱਗ ਰਿਹਾ ਜੇ ਰੇਡੀਓ ਵਿਦ ਦੀ ਹੈਲਪ ਆਫ ਰੇਡੀਓ ਦਾ ਲਰਨਰ ਗੈਟ ਐਕੁਐਂਟਡ ਵਿਦ ਦੀ ਕਰੈਕਟ ਪ੍ਰੋਨੰਸੀਏਸ਼ਨ ਜਿਹੜੀ ਹੈਗੀ ਹੈ ਸਕਿੱਲ ਡਰਿਲ ਨੂੰ ਅਸੀਂ ਕੀ ਕਰ ਸਕਦੇ ਹਾਂ, ਸੁਣ ਸਕਦੇ ਹਾਂ। ਹੁਣ ਜਿਵੇਂ ਰੇਡੀਓ ਦੇ ਉੱਪਰ ਦੇਖੋ ਕੋਈ ਵੀ ਨਿਊਜ਼ ਆਉਂਦੀ ਹੈ ਜਾਂ ਕੁਝ ਵੀ ਅਸੀਂ ਸੁਣ ਰਹੇ ਹਾਂ ਤਾਂ ਸਾਨੂੰ ਜਿਹੜਾ ਉਹ ਬੋਲ ਰਹੇ ਨੇ ਉਹਨਾਂ ਚੀਜ਼ਾਂ ਨੂੰ ਕਰੈਕਟ ਬਿਲਕੁਲ ਸਹੀ ਤਰੀਕੇ ਨਾਲ ਅਸੀਂ ਉਹਨਾਂ ਦੇ ਸਪੈਲਿੰਗਸ ਨੂੰ, ਉਹਨਾਂ ਦੀਆਂ ਸਾਊਂਡ ਨੂੰ ਕੀ ਕਰ ਸਕਦੇ ਹਾਂ, ਸੁਣ ਸਕਦੇ ਹਾਂ, ਪ੍ਰੋਨਾਊਂਸ ਕਰ ਸਕਦੇ ਹਾਂ। ਪਤਾ ਲੱਗ ਰਿਹਾ ਰਾਜੇ। ਤਾਂ ਨੈਕਸਟ ਦੇ ਵਿੱਚ ਦੇਖੋ ਟੇਪ ਰਿਕਾਰਡਰ ਕੀ ਹੁੰਦਾ, ਕਰੈਕਟ ਲਰਨਰਸ ਸਪੀਚ ਐਂਡ ਆਲਸੋ ਇੰਪਰੂਵ ਰੀਡਿੰਗ ਸਕਿੱਲ ਆਫ ਲਰਨਰ, ਜਿਸ ਦੇ ਨਾਲ ਟੇਪ ਰਿਕਾਰਡਰ ਦੇ ਨਾਲ ਕੀ ਹੁੰਦਾ ਗਾ, ਜਿਹੜੀ ਲਰਨਰ ਦੀ ਉਹ ਸਪੀਚ ਹੈਗੀ ਜਿਹੜੀ ਉਹ ਵਧੀਆ ਕਰੈਕਟ ਹੋ ਜਾਂਦੀ ਹੈ, ਸਹੀ ਹੋ ਜਾਂਦੀ ਹੈ, ਅਤੇ ਨਾਲੇ ਉਹਦੀ ਕੀ ਹੁੰਦੀ ਹੈ ਇੰਪਰੂਵ ਹੁੰਦੀ ਹੈ ਰੀਡਿੰਗ ਸਕਿੱਲ ਵੀ, ਠੀਕ ਹੈ। ਪਤਾ ਲੱਗਾ ਰਾਜੇ। ਤਾਂ ਨੈਕਸਟ ਦੇ ਵਿੱਚ ਦੇਖੋ ਵਿਜ਼ੂਅਲ ਏਡਸ ਕਿਹੜੀਆਂ ਹੁੰਦੀਆਂ ਨੇ, ਦੀਜ਼ ਏਡਸ ਅਪੈਲ ਟੂ ਦਾ ਲਰਨਰਸ ਵਿਜ਼ੂਅਲ ਔਰਗਨਸ, ਮਤਲਬ ਵਿਜ਼ੂਅਲ ਜਿਹੜੇ ਦੇਖਣ ਵਾਲੇ ਦ੍ਰਿਸ਼, ਠੀਕ ਹੈ, ਇਹ ਜਿਹੜੀਆਂ ਔਰਗਨਸ ਨੇ ਉਹਨਾਂ ਨੂੰ ਵਧੀਆ ਕੀ ਹੁੰਦੇ ਨੇਗੇ, ਉਹ ਜਿਹੜੇ ਅਪੈਲ ਹੁੰਦੇ ਨੇ, ਦੇ ਹੈਲਪਸ ਦਾ ਅਟੇਨਮੈਂਟ ਆਫ ਦਾ ਕੋਗਨੇਟਿਵ ਇਫੈਕਟਿਵ ਸਾਈਕੋਮੋਟਰ ਇਫੈਕਟਿਵ ਆਫ ਟੀਚਿੰਗ। ਇਸ ਦੇ ਨਾਲ ਰਾਜੇ ਦੇਖੋ ਜਿਹੜੇ ਤਿੰਨੋਂ ਕੀ ਨੇਗੇ, ਜਿਹੜੇ ਓਬਜੈਕਟਿਵਸ ਨੇਗੇ, ਅੱਗੇ ਅਸੀਂ ਇਹਨਾਂ ਨੂੰ ਇੱਕ ਕਲਾਸ ਵੀ ਲੈ ਕੇ ਆਵਾਂਗੇ, ਪੜ੍ਹਾਂਗੇ ਅਸੀਂ ਇਹਨਾਂ ਓਬਜੈਕਟਿਵਸ ਬਾਰੇ ਵੀ, ਠੀਕ ਹੈ। ਇਹ ਤਿੰਨੋਂ ਕੀ ਹੁੰਦੇ ਨੇਗੇ ਜਿਹੜੇ ਡਿਵੈਲਪ ਹੁੰਦੇ ਨੇਗੇ। ਤਾਂ ਦੇਖੋ ਫੋਰ ਐਗਜ਼ਾਮਪਲ ਹੁਣ ਵਿਜ਼ੂਅਲ ਕੀ ਹੈਗਾ, ਚਾਕ ਬੋਰਡ ਹੋ ਗਿਆ, ਹੁਣ ਜਿਵੇਂ ਟੀਚਰ ਹੈ ਤੁਹਾਨੂੰ ਹੈ ਨਾ ਬੋਰਡ ਦੇ ਉੱਪਰ ਕੁਝ ਵੀ ਆਪਣੇ ਚਾਕ ਨਾਲ ਲਿਖ ਰਿਹਾ, ਚਾਰਟ ਹੋ ਗਿਆ, ਚਾਰਟ ਦਿਖਾ ਰਿਹਾ ਕਿਉਂਕਿ ਤੁਸੀਂ ਦੇਖ ਰਹੇ ਹੋ ਆਪਣਾ ਹੈ ਨਾ, ਮੈਪ ਹੋ ਗਿਆ ਅਤੇ ਵਰਕਿੰਗ ਮਾਡਲਸ ਹੋ ਗਏ, ਇਹ ਸਾਰੀਆਂ ਚੀਜ਼ਾਂ ਨੇ ਰਾਜੇ ਜਿਹੜੀਆਂ ਨੂੰ ਤੁਸੀਂ ਦੇਖ ਰਹੇ ਹੋ। ਤਾਂ ਚਾਕ ਹੋ ਗਏ, ਦੇਖੋ ਜਿਹੜੇ ਚਾਕ ਬੋਰਡਸ ਹੋ ਗਏ, ਇਟ ਇਜ਼ ਯੂਜ਼ਡ ਐਜ਼ ਦਾ ਟੀਚਿੰਗ, ਜਿਹੜਾ ਟੀਚਰ ਸੈਂਟੈਂਸ ਸਟਰਕਚਰ ਨਿਊਜ਼ ਗ੍ਰਾਮੈਟੀਕਲ ਐਗਜ਼ਾਮਪਲਸ, ਠੀਕ ਹੈ। ਮਤਲਬ ਜਿਵੇਂ ਹੁਣ ਦੇਖੋ ਆਹ ਵਾਲੀਆਂ ਚੀਜ਼ਾਂ ਤੁਸੀਂ ਸਾਰੀਆਂ ਇਹਨਾਂ ਨੂੰ ਦੇਖ ਰਹੇ ਹੋ, ਤਾਂ ਇਸ ਦੇ ਨਾਲ ਜਿਹੜਾ ਹੈਗਾ ਤੁਹਾਡਾ ਜਿਹੜਾ ਕੀ ਹੈਗਾ ਸੈਂਟੈਂਸ ਦੀ ਸਟਰਕਚਰ ਮਤਲਬ ਕਿਵੇਂ ਲਿਖੀ ਹੋਈ ਹੈ, ਇਹਨਾਂ ਤਰੀਕਿਆਂ ਨੂੰ ਜਿਹੜਾ ਵਧੀਆ ਤਰੀਕੇ ਨਾਲ ਕੀ ਕਰੋਗੇ ਸਮਝ ਲਓਗੇ। ਹੁਣ ਪਿਕਚਰ ਚਾਰਟ ਦਿਖਾ ਰਿਹਾ, ਦਿਸ ਕੈਨ ਬੀ ਯੂਜ਼ਡ ਟੂ ਇੰਟਰੋਡਿਊਸ ਨਿਊ ਟੋਪਿਕ, ਹੁਣ ਜਿਵੇਂ ਟੀਚਰ ਨੇ ਤੁਹਾਨੂੰ ਕੋਈ ਪਿਕਚਰ ਦਿਖਾਈ, ਚਾਰਟ ਦਿਖਾਈ, ਇਸ ਦੇ ਨਾਲ ਤੁਸੀਂ ਨਵੇਂ ਟੋਪਿਕ ਨਾਲ ਇੰਟਰੋਡਿਊਸ ਹੋ ਜਾਓਗੇ। ਟੈਲ ਅ ਸਟੋਰੀ ਟੂ ਟੀਚ ਨਿਊ ਵੋਕੈਬਲਰੀ, ਦੇ ਨਾਲ ਤੁਸੀਂ ਕੀ ਕਰ ਸਕਦੇ ਹੋ, ਚੰਗੀ ਤਰ੍ਹਾਂ ਸਮਝ ਸਕਦੇ ਹੋ। ਵਰਕਿੰਗ ਮਾਡਲ ਹੋ ਗਿਆ, ਦੇ ਕੈਨ ਬੀ ਯੂਜ਼ ਟੂ ਪ੍ਰੈਜੈਂਟ ਕੰਪਲੈਕਸ ਕੰਸੈਪਟ ਆਫ ਸਟੂਡੈਂਟ ਟੂ ਐਨਹਾਂਸ ਲੌਜੀਕਲ ਆਡੀਓ ਐਬਿਲਿਟੀ ਇਨ ਸਟੂਡੈਂਟਸ, ਮਤਲਬ ਕੋਈ ਵੀ ਬਹੁਤ ਜ਼ਿਆਦਾ ਡਿਫੀਕਲਟ ਕਿਸੇ ਦਾ ਟੋਪਿਕ ਸੀਗਾ ਜਿਹੜਾ ਤੁਹਾਨੂੰ ਕੋਈ ਸਮਝ ਨਹੀਂ ਆ ਰਿਹਾ ਸੀ, ਜਦੋਂ ਉਹਦਾ ਵਰਕਿੰਗ ਮਾਡਲ ਤੁਸੀਂ ਦੇਖ ਲਓਗੇ ਹੈ ਨਾ, ਮੰਨ ਲਓ ਜਿਹੜਾ ਟਰਾਂਸਪੋਰਟੇਸ਼ਨ ਸਿਸਟਮ ਹੁੰਦਾ ਹੈਗਾ ਹੈ ਨਾ, ਤਾਂ ਜਾਂ ਫਿਰ ਕੀ ਹੋ ਗਿਆ ਐਕਸਕ੍ਰੀਸ਼ਨ ਸਿਸਟਮ ਹੋ ਗਿਆ, ਜਿਵੇਂ ਉਹ ਦਿਖਾਇਆ ਗਿਆ ਹੈਗਾ ਕਿ ਮਤਲਬ ਇੱਦਾਂ ਦਾ ਕੋਈ ਮਾਡਲ ਹੈ ਕਿ ਕਿਡਨੀ ਦੇ ਵਿੱਚੋਂ ਹੈ ਨਾ ਇੱਦਾਂ ਕੀ ਹੈਗਾ ਜਿਹੜਾ ਵੇਸਟ ਮਟੀਰੀਅਲ ਜਾ ਰਿਹਾ ਯੂਰੀਥਰਾ ਦੇ ਵਿੱਚ, ਯੂਰੀਟਰ ਦੇ ਵਿੱਚ, ਮਤਲਬ ਜਦੋਂ ਤੁਸੀਂ ਇਹਨੂੰ ਵੈਸੇ ਆਪਣੀ ਲੈਂਗੁਏਜ ਦੇ ਵਿੱਚ ਆਪਣੀ ਬੁੱਕ ਦੇ ਵਿੱਚ ਪੜ੍ਹਿਆ ਸੀਗਾ ਉਦੋਂ ਤੁਹਾਨੂੰ ਸਮਝ ਨਹੀਂ ਆਇਆ ਸੀ, ਪਰ ਜਦੋਂ ਮਾਡਲ ਦੇ ਵਿੱਚ ਦੇਖ ਲਿਆ ਇੱਕ ਹੈ ਨਾ ਵਰਕਿੰਗ ਮਾਡਲ ਦੇ ਵਿੱਚ ਕਿ ਇੱਦਾਂ ਕਿਡਨੀਜ਼ ਨੇਗੀਆਂ ਜਿਸ ਤੋਂ ਕੀ ਹੋ ਰਿਹਾ ਵੇਸਟ ਮਟੀਰੀਅਲ, ਇੱਦਾਂ ਯੂਰੀਨ ਹੈ ਜਿਹੜਾ ਪਾਸ ਆਊਟ ਹੋ ਰਿਹਾ ਯੂਰੀਥਰਾ ਦੇ ਵਿੱਚ ਜਾ ਰਿਹਾ, ਯੂਰੀਟਰੀ ਸਿਸਟਮ ਦੇ ਵਿੱਚ ਜਾ ਰਿਹਾ, ਯੂਰੀਨਰੀ ਬਲੈਡਰ ਦੇ ਵਿੱਚ ਸਟੋਰ ਹੋ ਰਿਹਾ, ਤਾਂ ਜਦੋਂ ਇਹਨੂੰ ਤੁਸੀਂ ਮਤਲਬ ਇੱਦਾਂ ਚੱਲਦਾ ਦੇਖ ਲਓਗੇ ਤਾਂ ਉਹ ਕਨਸੈਪਟ ਤੁਹਾਡੇ ਦਿਮਾਗ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਬਹਿ ਜਾਊਗਾ, ਤੁਸੀਂ ਉਹਨੂੰ ਇਨ ਫਿਊਚਰ ਬਹੁਤ ਲੰਬੇ ਸਮੇਂ ਤੱਕ ਕੀ ਕਰ ਸਕਦੇ ਹੋ, ਯਾਦ ਕਰ ਸਕਦੇ ਹੋ, ਠੀਕ ਹੈ। ਹੁਣ ਰਾਜੇ ਆਡੀਓ ਵਿਜ਼ੂਅਲ ਏਡਸ ਆ ਗਈਆਂ, ਮਤਲਬ ਜਿਹਨੂੰ ਤੁਸੀਂ ਸੁਣ ਵੀ ਸਕਦੇ ਹੋ ਅਤੇ ਦੇਖ ਵੀ ਸਕਦੇ ਹੋ। ਦੀਜ਼ ਏਡਸ ਅਪੈਲਸ ਟੂ ਦਾ ਬੋਥ ਸੈਂਸ ਔਰਗਨ, ਇਹਦੇ ਵਿੱਚ ਦੋਨੋਂ ਸੈਂਸ ਔਰਗਨ ਲੱਗਦੇ ਨੇ ਸਾਡੇ, ਵਿਜ਼ੂਅਲ ਵੀ
ਦੇਖਣ ਵਾਲੇ ਵੀ ਅਤੇ ਆਡੀਓ ਸੁਣਨ ਵਾਲੇ ਵੀ, ਠੀਕ ਹੈ। ਦੇ ਫੈਸਿਲੀਟੇਟ ਇਨ ਟਰਨਿੰਗ ਕੋਗਨੇਟਿਵ, ਸਾਡਾ ਦਿਮਾਗ ਵੀ ਹੁਣ ਜਦੋਂ ਅਸੀਂ ਸੁਣ ਰਹੇ ਹਾਂ ਕਿਸੇ ਚੀਜ਼ ਨੂੰ, ਅਸੀਂ ਦਿਮਾਗ ਦੇ ਵਿੱਚ ਉਹਨੂੰ ਕੀ ਕਰਾਂਗੇ, ਪੂਰਾ ਅੰਡਰਸਟੈਂਡ ਕਰਾਂਗੇ, ਸਮਝਾਂਗੇ, ਠੀਕ ਹੈ। ਇਫੈਕਟਿਵਲੀ, ਇਮੋਸ਼ਨਲੀ ਵੀ ਅਤੇ ਸਾਈਕੋਮੋਟਲੀ ਸਾਡੇ ਹੱਥ ਪੈਰ ਵੀ ਉਹਦੇ ਵਿੱਚ ਕੀ ਕਰਨਗੇ, ਬਿਲਕੁਲ ਕੰਮ ਕਰਨਗੇ। ਜਿਵੇਂ ਹੁਣ ਟੈਲੀਵਿਜ਼ਨ ਹੋ ਗਿਆ, ਦੇਖੋ ਟੈਲੀਵਿਜ਼ਨ ਦੇ ਉੱਪਰ ਅਸੀਂ ਫੋਟੋ ਵੀ ਦੇਖਦੇ ਹਾਂ, ਮੂਵੀ ਦੇਖਦੇ ਹਾਂ ਅਤੇ ਉਹਨਾਂ ਦੀ ਆਵਾਜ਼ ਵੀ ਸੁਣਦੇ ਹਾਂ। ਫਿਲਮ ਹੋ ਗਿਆ, ਕੰਪਿਊਟਰ ਹੋ ਗਿਆ, ਸਮਝ ਲੱਗ ਗਈ ਰਾਜੇ, ਜਿਸ ਦੇ ਵਿੱਚ ਅਸੀਂ ਕੀ ਕਰ ਰਹੇ ਹਾਂ, ਕਿਸੇ ਚੀਜ਼ ਨੂੰ ਸੁਣ ਵੀ ਰਹੇ ਹਾਂ ਅਤੇ ਨਾਲ ਦੀ ਨਾਲ ਕੀ ਕਰ ਰਹੇ ਹਾਂ, ਉਸ ਚੀਜ਼ ਨੂੰ ਦੇਖ ਵੀ ਰਹੇ ਹਾਂ। ਜਿਵੇਂ ਹੁਣ ਟੈਲੀਵਿਜ਼ਨ ਹੋ ਗਿਆ, ਇਟ ਇਜ਼ ਅ ਵੈਰੀ ਇਫੈਕਟਿਵ ਡਿਵੈਲਪ ਕੰਪਰੀਹੈਂਡ ਐਬਿਲਿਟੀ ਟੂ ਲਰਨ, ਇਟ ਪ੍ਰੋਵਾਈਡ ਅ ਬੈਟਰ ਕੁਆਲਿਟੀ ਇੰਸਟਰਕਸ਼ਨਜ਼, ਠੀਕ ਹੈ। ਵਧੀਆ ਕੁਆਲਿਟੀ ਇੰਸਟਰਕਸ਼ਨਜ਼ ਜਿਹੜੀਆਂ ਹੁੰਦੀਆਂ ਨੇ ਬੱਚਿਆਂ ਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਸਿਨੇਮਾ ਹੋ ਗਿਆ, ਮੋਸ਼ਨ ਪਿਕਚਰਸ ਹੋ ਗਿਆ, ਹੈਲਪ ਇਨ ਸਟੀਮੂਲੇਟਿੰਗ ਇਮੈਜੀਨੇਸ਼ਨ। ਹੁਣ ਜਿਵੇਂ ਸਿਨੇਮਾ ਹਾਲ ਦੇ ਵਿੱਚ ਬੱਚਿਆਂ ਨੂੰ ਕੋਈ ਮਤਲਬ ਇੱਦਾਂ ਦੀ ਮੂਵੀ ਵਗੈਰਾ ਦਿਖਾਈ ਜਾ ਰਹੀ ਹੈ ਜਿਹੜੀ ਉਹਦੇ ਮਤਲਬ ਸਬਜੈਕਟ ਵਾਸਤੇ ਹੈ ਨਾ, ਜਾਂ ਇੰਗਲਿਸ਼ ਸਪੀਚ ਵਗੈਰਾ ਬੱਚੇ ਨੂੰ ਸੁਣਾਈ ਜਾ ਰਹੀ ਹੈ, ਉਹ ਆਪਣੇ ਦਿਮਾਗ ਦੇ ਵਿੱਚ ਇਮੈਜੀਨੇਸ਼ਨ ਕਰੂਗਾ। ਮੈਂਟਲ ਇਮੈਜਨਰੀ ਹੈ ਜਿਹੜੀ ਯੂਜ਼ ਹੋਊਗੀ, ਠੀਕ ਹੈ। ਵਹੀਕਲ ਆਫ ਥਾਟਸ ਐਂਡ ਮੀਨਸ ਆਫ ਦਾ ਕਲੈਰੀਫਾਈਂਗ ਆਈਡੀਆਜ਼, ਮਤਲਬ ਜਿਹੜਾ ਬੱਚਾ ਕਿਸੇ ਨੂੰ ਸੁਣ ਰਿਹਾ ਹੈਗਾ, ਉਹਦੇ ਆਈਡੀਆਜ਼ ਨੂੰ ਉਹ ਚੰਗੇ ਤਰੀਕੇ ਨਾਲ ਕੀ ਕਰ ਸਕਦਾ ਹੈ, ਕਲੈਰੀਫਾਈ ਕਰ ਸਕਦਾ ਹੈਗਾ। ਸਮਝ ਲੱਗ ਰਿਹਾ ਜੀ। ਨੈਕਸਟ ਹੈਗਾ ਇੰਗਲਿਸ਼ ਪੈਡਾਗੋਜੀਜ਼ ਦੇ ਜਿਹੜੇ PYQs ਪਲੱਸ ਚੈਪਟਰ ਹੈ ਜਿਹੜਾ 10 ਹੈ ਰਾਜੇ, ਰੈਮੇਡੀਅਲ ਟੀਚਿੰਗ। ਅਸੀਂ ਇਸ ਦੇ ਵਿੱਚ ਪੜ੍ਹਦੇ ਹਾਂ, ਦੇਖੋ ਰੈਮੇਡੀਅਲ ਟੀਚਿੰਗ ਕੀ ਹੁੰਦੀ ਹੈ, ਇਟ ਇਜ਼ ਅ ਟੀਚਿੰਗ ਔਰ ਇੰਸਟਰਕਸ਼ਨਲ ਵਰਕ ਕੈਰੀਡ ਆਊਟ ਟੂ ਪ੍ਰੋਵਾਈਡ ਰੈਮੇਡੀਅਲ ਮੀਜ਼ਰ ਟੂ ਹੈਲਪ ਦਾ ਪਿਊਪਿਲ ਟੂ ਗੈਟ ਰਿਡ ਆਫ ਦੇਅਰ ਕਾਮਨ ਐਂਡ ਸਪੈਸੀਫਿਕ ਵੀਕਨੈਸ। ਮਤਲਬ ਦੇਖੋ ਮੈਂ ਤੁਹਾਨੂੰ ਐਗਜ਼ਾਮਪਲ ਦੇ ਕੇ ਸਮਝਾਉਂਦੀ ਹਾਂ, ਠੀਕ ਹੈ। ਤਾਂ ਦੇਖੋ ਰੈਮੇਡੀਅਲ ਟੀਚਿੰਗ ਦੇ ਵਿੱਚ ਰਾਜੇ ਕੀ ਹੁੰਦਾ, ਹੁਣ ਇੱਕ ਟੀਚਰ ਹੈ ਜਿਹੜਾ, ਇੱਕ ਟੀਚਰ ਨੇ ਕੀ ਕੀਤਾ, ਬੱਚਿਆਂ ਦਾ ਇੱਕ ਕੁਇਜ਼ ਹੈ ਜਿਹੜਾ ਕੁਇਜ਼ ਕੰਪੀਟੀਸ਼ਨ ਹੈਗਾ ਜਿਹੜਾ ਅਰੇਂਜ ਕੀਤਾ, ਠੀਕ ਹੈ। ਕਿ ਬੱਚਿਆਂ ਦਾ ਆਪਾਂ ਕੁਇਜ਼ ਕੰਪੀਟੀਸ਼ਨ ਹੈ ਜਿਹੜਾ ਬੱਚਿਆਂ ਦਾ ਕਰਵਾਵਾਂਗੇ। ਉਸ ਦੇ ਵਿੱਚ ਬੱਚਿਆਂ ਦੇ ਜਿਹੜੇ 3 ਸਬਜੈਕਟ ਰੱਖੇ ਗਏ, ਮੈਥ, ਸਾਇੰਸ ਅਤੇ ਇੰਗਲਿਸ਼। ਟੀਚਰ ਨੇ ਕਿਹਾ ਕਿ ਇਹਨਾਂ 3 ਸਬਜੈਕਟ ਦੇ ਤੁਸੀਂ ਬੱਚੇ ਕੀ ਕਰਨੇ ਨੇ, ਪ੍ਰੀਪੇਅਰ ਕਰਨਾ। ਇਹਦੇ ਵਿੱਚੋਂ ਤੁਹਾਡੇ ਕੁਐਸਚਨਸ ਪੁੱਛੇ ਜਾਣਗੇ, ਮਤਲਬ 10-10 ਕੁਐਸਚਨ ਤਿੰਨਾਂ ਦੇ ਕੀ ਕਰ ਲਏ, ਟੀਚਰ ਨੇ ਪ੍ਰੀਪੇਅਰ ਕਰ ਲਏ, ਠੀਕ ਹੈ। ਹੁਣ ਸਾਰੇ ਬੱਚਿਆਂ ਨੇ ਕੁਇਜ਼ ਦੇ ਵਿੱਚ ਪਾਰਟੀਸਪੇਟ ਕੀਤਾ, ਤਾਂ ਬੱਚਿਆਂ ਦੇ ਜਦੋਂ ਟੀਚਰ ਰਿਜ਼ਲਟ ਦੇਖਦਾ ਤਾਂ ਉੱਥੇ ਟੀਚਰ ਦੇਖਦਾ ਹੈਗਾ ਕਿ ਬੱਚਿਆਂ ਦੇ, ਮੰਨ ਲਓ ਕਿਸੇ ਬੱਚੇ ਦੇ ਹੁਣ ਇੰਗਲਿਸ਼ ਦੇ ਵਿੱਚੋਂ ਜਦੋਂ ਕੁਐਸਚਨ ਪੁੱਛੇ ਗਏ ਸੀਗੇ, ਤਾਂ ਮੰਨ ਲਓ ਇੱਕ ਬੱਚੇ ਨੇ ਕੀ ਕੀਤੇ, ਜਿਹੜੇ ਤੁਹਾਡੇ ਸਾਇੰਸ ਦੇ ਸੀ ਉਹਦੇ ਵਿੱਚੋਂ 9 ਦੇ ਕੁਐਸਚਨ ਬਿਲਕੁਲ ਸਹੀ ਦੱਸਦੇ, ਇੰਗਲਿਸ਼ ਦੇ ਸੀ ਜਿਹੜੇ 8 ਨੰਬਰ ਵਧੀਆ ਬੱਚੇ ਦੇ ਆ ਗਏ, ਅਤੇ ਜਿਹੜਾ ਮੈਥ ਸੀਗਾ ਉਹਦੇ ਵਿੱਚ ਬੱਚੇ ਦੇ 3-2 ਨੰਬਰ ਆ ਰਹੇ ਨੇ। ਤਾਂ ਇਹਦੇ ਵਿੱਚ ਜਿਹੜਾ ਇੱਕ ਟੀਚਰ ਹੈ ਉਹਨੇ ਮਤਲਬ ਬੱਚੇ ਨੂੰ ਪੂਰੀ ਤਰ੍ਹਾਂ ਡਾਇਗਨੋਜ਼ ਕਰ ਲਿਆ, ਸਮਝ ਲਿਆ, ਪੂਰੀ ਤਰ੍ਹਾਂ ਪਛਾਣ ਲਿਆ ਕਿ ਬੱਚਾ ਮੈਥ ਦੇ ਵਿੱਚ ਕੀ ਹੈ, ਵੀਕ ਹੈ। ਹੁਣ ਉੱਥੇ ਟੀਚਰ ਕੀ ਹੈਗਾ, ਉੱਥੇ ਰੈਮੇਡੀ ਦੇਊਗਾ। ਤਾਂ ਟੀਚਰ ਉੱਥੇ ਕੀ ਕਰ ਰਿਹਾ, ਬੱਚੇ ਨੂੰ ਐਕਸਟਰਾ ਕਲਾਸ ਦੇ ਰਿਹਾ ਹੈਗਾ, ਥੋੜ੍ਹਾ ਐਕਸਟਰਾ ਪੜ੍ਹਾ ਰਿਹਾ ਹੈਗਾ, ਜਾਂ ਹੋਰ ਸੌਖੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈਗਾ, ਠੀਕ ਹੈ। ਮਤਲਬ ਉੱਥੇ ਕੀ ਹੈਗਾ, ਟੀਚਰ ਡਾਇਗਨੋਜ਼ ਕਰ ਲਿਆ, ਉਹਨੇ ਸਮਝ ਲਿਆ ਕਿ ਮੈਥ ਦੇ ਵਿੱਚ ਬੱਚੇ ਨੂੰ ਪ੍ਰੋਬਲਮ ਹੈ, ਤਾਂ ਉੱਥੇ ਬੱਚੇ ਨੂੰ ਕੀ ਕਰ ਰਿਹਾ, ਹੈਲਪ ਦੇ ਰਿਹਾ, ਰੈਮੇਡੀ ਦੇ ਰਿਹਾ, ਜਿੱਥੇ ਬੱਚੇ ਦੀ ਕੀ ਸੀਗੀ, ਕੋਈ ਵੀਕਨੈਸ ਸੀ। ਇਹ ਇੱਕ ਸਪੈਸੀਫਿਕ ਸਬਜੈਕਟ ਦੇ ਵਿੱਚ ਵੀ ਹੋ ਸਕਦਾ ਹੈ। ਜਿਵੇਂ ਹੁਣ ਆਪਾਂ ਦੇਖਿਆ ਸੀ ਵੀ ਕੰਪੀਟੀਸ਼ਨ ਕਰਾਏ ਸੀ ਸਾਇੰਸ ਦਾ, ਇੰਗਲਿਸ਼ ਦਾ ਅਤੇ ਮੈਥ ਦਾ। ਹੁਣ ਮੈਥ ਦੇ ਵਿੱਚ ਪ੍ਰੋਬਲਮ ਸੀ, ਇੱਕ ਸਪੈਸੀਫਿਕ ਸਬਜੈਕਟ ਦੇ ਵਿੱਚ ਬੱਚੇ ਦੀ ਵੀਕਨੈਸ ਸੀ, ਜਾਂ ਜਿਹੜੀ ਕਾਮਨ ਹੋਵੇ, ਠੀਕ ਹੈ। ਕਾਮਨ ਇਹ ਵੀ ਕਹਿ ਸਕਦੇ ਆ ਵੀ ਹੁਣ ਮੰਨ ਲਓ ਬੱਚੇ ਦੇ ਵਿੱਚ ਜਿਹੜੇ ਕੋਈ ਹੋਰ ਸੈਕਿੰਡ ਬੱਚਾ ਸੀਗਾ, ਜਿਸ ਦੇ ਸਾਇੰਸ ਦੇ ਵਿੱਚੋਂ, ਮੈਥ ਦੇ ਵਿੱਚੋਂ ਅਤੇ ਇੰਗਲਿਸ਼ ਦੇ ਵਿੱਚੋਂ ਸਾਰਿਆਂ ਦੇ ਵਿੱਚੋਂ 6, 5, 4 ਇੱਦਾਂ ਦੇ ਨੰਬਰ ਆ ਰਹੇ ਸੀ। ਤਾਂ ਇਹ ਸਾਰਿਆਂ ਦੇ ਵਿੱਚ ਬੱਚੇ ਨੂੰ ਮਤਲਬ ਸਾਰੇ ਓਵਰਆਲ ਦੇ ਵਿੱਚ ਪ੍ਰੋਬਲਮ ਹੈ, ਤਾਂ ਕਾਮਨ ਪ੍ਰੋਬਲਮਸ ਨੂੰ ਵੀ ਡਾਇਗਨੋਜ਼ ਕਰਕੇ ਟੀਚਰ ਕੀ ਦੇ ਸਕਦਾ, ਰੈਮੇਡੀ ਦੇ ਸਕਦਾ। ਮਤਲਬ ਰੈਮੇਡੀ ਕੀ ਹੁੰਦੀ ਹੈ, ਇੱਕ ਇੱਦਾਂ ਦੀ ਟੈਂਪਰੇਰੀ ਹੈਲਪ ਹੁੰਦੀ ਹੈ ਜਿਹੜੀ ਟੀਚਰ ਮਤਲਬ ਪਰਮਾਨੈਂਟਲੀ ਬੱਚੇ ਨੂੰ ਦਿੰਦਾ ਹੈਗਾ, ਕਿਉਂਕਿ ਥੋੜ੍ਹੇ ਜਿਹੇ ਟਾਈਮ ਦੀ ਹੈਲਪ ਦਿੱਤੀ, ਮੰਨ ਲਓ ਥੋੜ੍ਹਾ ਟਾਈਮ ਐਕਸਟਰਾ ਕਲਾਸ ਦੇਤੀ, ਬੱਚੇ ਨੂੰ ਥੋੜ੍ਹਾ ਟਾਈਮ ਪੜ੍ਹਾਤਾ, ਤਾਂ ਉਹ ਬੱਚੇ ਦੀ ਪੂਰੀ ਲਾਈਫ ਟਾਈਮ ਤੱਕ ਉਹ ਸਬਜੈਕਟ ਦੇ ਵਾਸਤੇ ਕੀ ਹੁੰਦੀ ਹੈ, ਯੂਜ਼ਫੁਲ ਹੁੰਦੀ ਹੈ। ਸਮਝ ਗਏ ਰਾਜੇ। ਜਿਹੜਾ ਪਿਊਪਿਲ ਹੈ, ਬੱਚਾ ਹੈਗਾ, ਯੂਜ਼ਲੀ ਮੇ ਹੈਵ ਵਨ ਔਰ ਮੋਰ ਦੈਨ ਵਨ ਆਫ ਦਾ ਫੋਲੋਇੰਗ ਲਰਨਰਸ ਡਿਫੀਕਲਟੀ। ਕਹਿੰਦੇ ਬੱਚਿਆਂ ਨੂੰ ਇਸ ਦੇ ਵਿੱਚ ਇੱਕ ਚੀਜ਼ ਦੇ ਵਿੱਚ ਵੀ ਡਿਫੀਕਲਟੀ ਆ ਸਕਦੀ ਹੈ, ਪਰੇਸ਼ਾਨੀ ਆ ਸਕਦੀ, 1 ਤੋਂ 2 ਦੇ ਵਿੱਚ ਵੀ ਪੂਅਰ ਮੈਮਰੀ ਹੋ ਸਕਦੀ ਹੈ, ਬੱਚਾ ਯਾਦ ਨਹੀਂ ਚੰਗੇ ਤਰੀਕੇ ਨਾਲ ਕਰ ਸਕਦਾ, ਉਹਨੂੰ ਯਾਦਾਸ਼ਤ ਥੋੜ੍ਹੀ ਜਿਹੀ ਉਹਦੀ ਘੱਟ ਹੋ ਸਕਦੀ ਹੈ। ਸ਼ਾਰਟ ਅਟੈਂਸ਼ਨ, ਬੱਚਾ ਕਿਸੇ ਚੀਜ਼ 'ਤੇ ਅਟੈਂਸ਼ਨ ਨਹੀਂ ਦੇ ਸਕਦਾ, ਆਪਣਾ ਮਤਲਬ ਉਸ ਚੀਜ਼ 'ਤੇ ਪੂਰਾ ਫੋਕਸ ਨਹੀਂ ਕਰ ਪਾਉਂਦਾ ਹੈਗਾ। ਰਿਲੇਟਿਵਲੀ ਪੂਅਰ ਕੰਪਰੀਹੈਂਸ਼ਨ ਪਾਵਰ ਹੁੰਦੀ ਹੈ, ਠੀਕ ਹੈ। ਲੈਕ ਆਫ ਲਰਨਿੰਗ ਮੋਟੀਵੇਸ਼ਨ, ਮਤਲਬ ਬੱਚੇ ਨੂੰ ਸਿੱਖਣ ਵਾਸਤੇ ਮੋਟੀਵੇਟ ਨਹੀਂ ਕੀਤਾ ਜਾਂਦਾ ਹੈਗਾ। ਵੀਕ ਇਨ ਪ੍ਰੋਬਲਮ ਸੋਲਵਿੰਗ ਪਾਵਰ, ਬੱਚਾ ਕਿਸੇ ਵੀ ਚੀਜ਼ ਨੂੰ, ਕਿਸੇ ਵੀ ਪ੍ਰੋਬਲਮ ਨੂੰ ਈਜ਼ਲੀ ਸੋਲਵ ਨਹੀਂ ਕਰ ਸਕਦਾ, ਉਸ ਦੇ ਵਿੱਚ ਬੱਚਾ ਕਮਜ਼ੋਰ ਹੈਗਾ, ਵੀਕ ਹੈਗਾ। ਪਤਾ ਲੱਗ ਰਿਹਾ ਜੀ। ਤਾਂ ਨੈਕਸਟ ਦੇ ਵਿੱਚ ਦੇਖੋ ਅਸੀਂ ਦੇਖਦੇ ਆਂਗੇ, ਤਾਂ ਇਸ ਦੇ ਵਿੱਚ ਦੇਖੋ ਓਬਜੈਕਟਿਵ ਆਫ ਰੈਮੇਡੀਅਲ ਟੀਚਿੰਗ ਦੇ ਵਿੱਚ ਅਸੀਂ ਦੇਖਦੇ ਆਂਗੇ, ਦਾ ਮੇਨ ਓਬਜੈਕਟਿਵ ਆਫ ਰੈਮੇਡੀਅਲ ਟੀਚਿੰਗ ਪ੍ਰੋਗਰਾਮ ਇਜ਼ ਟੂ ਪ੍ਰੋਵਾਈਡ ਲਰਨਿੰਗ ਸਪੋਰਟ। ਕਹਿੰਦੇ ਜਿਹੜਾ ਮੇਨ ਓਬਜੈਕਟ ਹੋਣਾ ਚਾਹੀਦਾ, ਮੇਨ ਮੁੱਦਾ ਹੈ ਜਿਹੜਾ ਮੇਨ ਓਬਜੈਕਟ ਹੈਗਾ ਰੈਮੇਡੀਅਲ ਟੀਚਿੰਗ ਦਾ ਪ੍ਰੋਗਰਾਮ ਦਾ, ਇਹ ਕੀ ਹੋਣਾ ਚਾਹੀਦਾ, ਪ੍ਰੋਵਾਈਡ ਕਰਨਾ ਅਸੀਂ ਲਰਨਰ ਨੂੰ ਸਪੋਰਟ ਟੂ ਪਿਊਪਿਲ, ਠੀਕ ਹੈ। ਮਤਲਬ ਜਿਹੜਾ ਸਾਡਾ ਸਟੂਡੈਂਟ ਹੈਗਾ ਜਿਸ ਨੂੰ ਕਿਸੇ ਵੀ ਸਬਜੈਕਟ ਦੇ ਵਿੱਚ ਪ੍ਰੋਬਲਮ ਹੈ, ਰੈਮੇਡੀ ਦਾ ਮਤਲਬ ਇਹੀ ਹੋਣਾ ਚਾਹੀਦਾ ਕਿ ਉਹ ਬੱਚੇ ਨੂੰ ਪੂਰੀ ਸਪੋਰਟ ਕਰਨੀ ਹੈ। ਹੂ ਆਰ ਨਾਟ ਐਜ਼
ਐਜ਼ ਗੁੱਡ ਐਜ਼ ਦੇਅਰ ਪੀਅਰਸ। ਠੀਕ ਹੈ, ਮਤਲਬ ਜਿਹੜਾ ਆਪਣੇ ਹੋਰ ਕਲਾਸਰੂਮ ਦੇ ਬੱਚੇ ਨੇ ਉਹਨਾਂ ਦੀ ਆਪਣੇ ਪੀਅਰਸ ਦੀ ਆਪਣੇ ਫਰੈਂਡਸ ਦੀ ਤਰ੍ਹਾਂ ਜਿਹੜਾ ਗੁੱਡ ਨਹੀਂ ਹੈਗਾ ਐਜ਼ ਵੈਲ ਦੇ, ਤਾਂ ਉਹਨੂੰ ਅਸੀਂ ਕੀ ਕਰਨੀ ਆ, ਪ੍ਰੋਵਾਈਡ ਕਰਨੀ ਆ ਸਪੋਰਟ ਕਿ ਉਹ ਬੱਚਾ ਵੀ ਦੂਸਰੇ ਬੱਚਿਆਂ ਦੀ ਤਰ੍ਹਾਂ ਵਧੀਆ ਸਬਜੈਕਟ ਦੇ ਵਿੱਚ ਬਣ ਜੇ। ਠੀਕ ਹੈ, ਟੀਚਰਸ ਸ਼ੁੱਡ ਪ੍ਰੋਵਾਈਡ ਸਿਸਟਮੈਟਿਕ ਟ੍ਰੇਨਿੰਗ ਦੇ ਸਕਦੇ ਆ ਉਹਨੂੰ ਟੂ ਡਿਵੈਲਪ ਪਿਊਪਲਸ ਜੈਨਰਿਕ ਸਕਿੱਲਸ ਇਨਕਲੂਡਿੰਗ ਇੰਟਰਪਰਸਨਲ ਰਿਲੇਸ਼ਨਸ਼ਿਪ, ਕਮਿਊਨੀਕੇਸ਼ਨ, ਪ੍ਰੋਬਲਮ ਸੋਲਵਿੰਗ, ਸੈਲਫ ਮੈਨੇਜਮੈਂਟ। ਅਸੀਂ ਕਹਿੰਦੇ ਬੱਚਿਆਂ ਨੂੰ ਇੱਕ ਸਿਸਟਮੈਟਿਕ ਟ੍ਰੇਨਿੰਗ ਦੇ ਸਕਦੇ ਹਾਂ, ਬੱਚਿਆਂ ਨੂੰ ਅਸੀਂ ਵਧੀਆ ਤਰੀਕੇ ਨਾਲ ਟ੍ਰੇਨ ਕਰ ਸਕਦੇ ਹਾਂ ਕਿ ਉਹਦੀਆਂ ਜਿਹੜੀਆਂ ਸਕਿੱਲਸ ਨੇ ਉਹਦੇ ਅੰਦਰ ਪਾਵਰ ਹੈ, ਮੰਨ ਲਓ ਉਹਦੇ ਅੰਦਰ ਕੋਈ ਸਕਿੱਲ ਹੈਗੀ ਹੈ ਨਾ, ਉਹਦੇ ਅੰਦਰ ਵਧੀਆ ਮਤਲਬ ਡਰਾਇੰਗ ਕਰਨ ਦੀ, ਵਧੀਆ ਇੰਗਲਿਸ਼ ਦੀ ਪ੍ਰੋਨਾਂਸੀਏਸ਼ਨ ਦੀ, ਮੈਥ ਦੇ ਵਿੱਚ ਕੋਈ ਵੀ ਸਕਿੱਲ ਹੈਗੀ, ਠੀਕ ਹੈ, ਕੋਈ ਸਪੋਰਟਸ ਦੀ ਹੈ, ਅਸੀਂ ਉਹਨੂੰ ਅੱਗੇ ਲੈ ਕੇ ਆਉਣਾ ਹੈਗਾ। ਠੀਕ ਹੈ, ਉਹ ਬੱਚੇ ਦੇ ਵਿੱਚ ਪਾਵਰ ਹੋਵੇ ਕਿ ਉਹ ਬੱਚਿਆਂ ਨੂੰ ਕੀ ਕਰ ਸਕਦਾ, ਉਹ ਆਪਣੀ ਜਿਹੜੀ ਅੰਦਰ ਸਕਿੱਲ ਹੈਗੀ ਉਹਦੇ ਵਿੱਚ ਉਹਨੂੰ ਪਛਾਣ ਸਕਦਾ ਅਤੇ ਬਾਹਰ ਲੈ ਕੇ ਆ ਸਕਦਾ। ਇੰਟਰਪਰਸਨਲ ਰਿਲੇਸ਼ਨਸ਼ਿਪ ਕਿ ਬੱਚਾ ਦੂਸਰਿਆਂ ਦੇ ਭਾਵਨਾਵਾਂ ਨੂੰ, ਇੰਟਰਪਰਸਨਲ ਮਤਲਬ ਕਿਸੇ ਹੋਰ ਦੇ ਫੀਲਿੰਗਸ ਨੂੰ ਸਮਝਣਾ। ਠੀਕ ਹੈ, ਮਤਲਬ ਜੇਕਰ ਉਸਦਾ ਕੋਈ ਫਰੈਂਡ ਹੈਗਾ ਉਹਨੂੰ ਕਿਸੇ ਨੂੰ ਇੰਗਲਿਸ਼ ਦੇ ਵਿੱਚ ਪ੍ਰੋਬਲਮ ਹੈ, ਮੈਥ ਦੇ ਵਿੱਚ ਪ੍ਰੋਬਲਮ ਹੈ, ਤਾਂ ਬੱਚਾ ਉਹਨਾਂ ਦੂਸਰਿਆਂ ਦੀਆਂ ਭਾਵਨਾਵਾਂ ਨੂੰ ਸਮਝੇ, ਫੀਲਿੰਗਸ ਨੂੰ ਸਮਝੇ, ਉਹਨਾਂ ਦੀ ਵੱਧ ਤੋਂ ਵੱਧ ਹੈਲਪ ਕਰੇ। ਠੀਕ ਹੈ, ਤਾਂ ਇਹ ਬੱਚੇ ਦੇ ਵਿੱਚ ਅਸੀਂ ਇਹ ਰਿਲੇਸ਼ਨਸ਼ਿਪ ਨੂੰ ਵਧੀਆ ਕੀ ਕਰਨਾ, ਡਿਵੈਲਪ ਕਰਨਾ। ਕਮਿਊਨੀਕੇਸ਼ਨ, ਬੱਚਾ ਦੂਸਰੇ ਨਾਲ ਵਧੀਆ ਤਰੀਕੇ ਨਾਲ ਗੱਲਬਾਤ ਕਰੇ, ਆਪਣੇ ਹਾਵ ਨੂੰ, ਭਾਵ ਨੂੰ, ਫੀਲਿੰਗਸ ਨੂੰ ਦੂਜਿਆਂ ਦੇ ਸਾਹਮਣੇ ਰੱਖੇ ਜਾਂ ਦੂਸਰਿਆਂ ਦੇ ਉਹਨੂੰ ਸੁਣੇ, ਤਾਂ ਬੱਚਿਆਂ ਦੀ ਕਮਿਊਨੀਕੇਸ਼ਨ ਪਾਵਰ ਵਧੀਆ ਹੋਵੇ। ਪ੍ਰੋਬਲਮ ਸੋਲਵਿੰਗ, ਜੇਕਰ ਬੱਚੇ ਦੇ ਸਾਹਮਣੇ ਕੋਈ ਪ੍ਰੋਬਲਮ ਹੈ ਤਾਂ ਉਹ ਬੱਚੇ ਦੇ ਦਿਮਾਗ ਦੇ ਵਿੱਚ ਹੋਣਾ ਚਾਹੀਦਾ ਕਿ ਇਸ ਤਰੀਕੇ ਨੂੰ ਕਿਵੇਂ ਮੈਂ ਹੈਂਡਲ ਕਰਾਂ, ਇਹਨੂੰ ਕਿਵੇਂ ਪ੍ਰੋਬਲਮ ਨੂੰ ਮੈਂ ਸੋਲਵ ਕਰਾਂ। ਠੀਕ ਹੈ, ਇੱਦਾਂ ਬੱਚੇ ਦੇ ਵਿੱਚ ਸੈਲਫ ਮੈਨੇਜਮੈਂਟ, ਆਪਣੇ ਆਪ ਨੂੰ ਬੱਚਾ ਠੀਕ ਹੈ ਵਧੀਆ ਤਰੀਕੇ ਨਾਲ ਕੀ ਕਰੇ, ਮੈਨੇਜ ਕਰੇ। ਸਮਝ ਲੱਗ ਗਈ ਰਾਜੇ? ਤਾਂ ਇਹ ਸਕਿੱਲਸ ਨੇਗੀਆਂ ਜਿਹੜੀਆਂ ਇਸ ਦੇ ਵਾਸਤੇ ਅਸੀਂ ਬੱਚੇ ਨੂੰ ਵਧੀਆ ਕੀ ਕਰਨੀ ਹੈ, ਰੈਮੇਡੀ ਪ੍ਰੋਵਾਈਡ ਕਰਨੀ ਹੈ ਐਜ਼ ਆ ਟੀਚਰ। ਤਾਂ ਪ੍ਰਿੰਸੀਪਲ ਆਫ ਹੈਲਪਿੰਗ ਪਿਊਪਲਸ ਵਿਦ ਲਰਨਿੰਗ ਡਿਫੀਕਲਟੀਜ਼, ਸਭ ਤੋਂ ਪਹਿਲਾਂ ਹੈਗਾ ਟੀਚਿੰਗ ਪ੍ਰੈਪਰੇਸ਼ਨ। ਬਿਫੋਰ ਪ੍ਰੀਪੇਅਰ ਦੇਅਰ ਲੈਸਨ ਟੀਚਰਸ ਸ਼ੁੱਡ ਆਈਡੈਂਟੀਫਾਈ ਪਿਊਪਲਸ ਡਾਈਵਰਸ ਲਰਨਿੰਗ ਨੀਡ ਐਜ਼ ਸੂਨ ਐਜ਼ ਪੋਸੀਬਲ। ਟੀਚਰ ਨੂੰ ਪੜ੍ਹਾਉਣ ਤੋਂ ਪਹਿਲਾਂ, ਹੁਣ ਟੀਚਰ ਇੱਕ ਕਲਾਸ ਵਿੱਚ ਪੜ੍ਹਾ ਰਿਹਾ, ਉਹਨੂੰ ਟੀਚਰ ਨੂੰ ਪੜ੍ਹਾਉਣ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਮੇਰੀ ਕਲਾਸ ਦੇ ਵਿੱਚ ਡਾਈਵਰਸ ਬੱਚੇ ਬੈਠੇ ਨੇ, ਅਲੱਗ-ਅਲੱਗ ਜਿਹੜੇ ਬੈਕਗਰਾਊਂਡ ਦੇ ਬੱਚੇ ਬੈਠੇ ਨੇ, ਕਿ ਕੋਈ ਹਿੰਦੀ ਬੈਕਗਰਾਊਂਡ ਦਾ, ਹਿੰਦੀ ਲੈਂਗੁਏਜ ਹੈ, ਜਿਸ ਦੀ ਇੰਗਲਿਸ਼ ਲੈਂਗੁਏਜ ਹੈ, ਕਿਸੇ ਦੀ ਉਰਦੂ ਲੈਂਗੁਏਜ ਹੈ, ਕਿਸੇ ਦੀ ਸੰਸਕ੍ਰਿਤ ਲੈਂਗੁਏਜ ਹੈ, ਕਿਸੇ ਦੀ ਪੰਜਾਬੀ ਲੈਂਗੁਏਜ ਹੈ। ਤਾਂ ਮਤਲਬ ਮੈਂ ਇਸ ਤਰੀਕੇ ਨਾਲ ਪੜ੍ਹਾਵਾਂ, ਮੇਰਾ ਜਿਹੜਾ ਮਟੀਰੀਅਲ ਹੈ, ਮੇਰੇ ਨੋਟਸ ਨੇ, ਮੇਰੀ PDFs ਨੇ, ਇਸ ਤਰੀਕੇ ਨਾਲ ਹੋਣੀਆਂ ਚਾਹੀਦੀਆਂ ਨੇ ਕਿ ਉਹ ਸਾਰੇ ਬੱਚਿਆਂ ਦੇ ਵਾਸਤੇ ਕੀ ਹੋਣ, ਯੂਜ਼ਫੁਲ ਹੋਣ, ਸਾਰੇ ਬੱਚਿਆਂ ਦੀਆਂ ਨੀਡਸ ਨੂੰ, ਜ਼ਰੂਰਤਾਂ ਨੂੰ ਉਹ ਕੀ ਕਰਨ, ਪੂਰਾ ਕਰਨ। ਟੀਚਰ ਨੂੰ ਆਈਡੈਂਟੀਫਾਈ ਕਰਨਾ ਚਾਹੀਦਾ, ਸਾਰੇ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਸਮਝਣਾ ਚਾਹੀਦਾ ਕਿ ਇਹ ਨਾ ਹੋਵੇ ਕਿ ਅਸੀਂ ਕਲਾਸ ਦੇ ਵਿੱਚ ਪੰਜਾਬੀ ਦੇ ਵਿੱਚ ਜਾ ਕੇ ਲੈਕਚਰ ਦੇ ਆਏ ਜਾਂ ਹਿੰਦੀ ਦੇ ਵਿੱਚ ਜਾ ਕੇ ਲੈਕਚਰ ਦੇ ਆਏ, ਬਾਕੀ ਬੱਚੇ ਝੱਕਦੇ ਰਹਿ ਜਾਣ, ਹੈ ਨਾ। ਤਾਂ ਮਤਲਬ ਇੱਦਾਂ ਆਪਣੀ ਲੈਂਗੁਏਜ ਨੂੰ ਮੋਡੀਫਾਈ ਕਰੇ ਟੀਚਰ, ਇੱਦਾਂ ਯੂਜ਼ ਕਰੇ ਕਿ ਸਾਰੇ ਬੱਚਿਆਂ ਦੇ ਜਿਹੜਾ ਕੰਸੈਪਟ ਹੈ ਉਹ ਕੀ ਹੋ ਜੇ, ਕਲੀਅਰ ਹੋ ਜੇ। ਠੀਕ ਹੈ, ਡਿਵਾਈਸ ਵੇਰੀਅਸ ਲਰਨਿੰਗ ਐਕਟੀਵਿਟੀਜ਼, ਟੀਚਰ ਮਸਟ ਡਿਵਾਈਸ ਡਿਫਰੈਂਟ ਲਰਨਿੰਗ ਐਕਟੀਵਿਟੀਜ਼ ਵਿਦ ਦ ਸੇਮ ਟੀਚਿੰਗ ਓਬਜੈਕਟ ਟੂ ਡਿਵੈਲਪ ਵੇਰੀਡ ਐਬਿਲਿਟੀਜ਼ ਐਂਡ ਸਕਿੱਲਸ ਇਨ ਪ੍ਰੋਬਲਮ ਸੋਲਵਿੰਗ। ਮਤਲਬ ਕੀ ਹੈਗਾ, ਕੋਈ ਵੀ ਜਿਹੜੀਆਂ ਡਿਵਾਈਸਿਸ ਨੇ, ਐਕਟੀਵਿਟੀਜ਼ ਨੇ, ਉਹ ਮਤਲਬ ਇੱਦਾਂ ਦੀਆਂ ਹੋਣੀਆਂ ਚਾਹੀਦੀਆਂ ਕਿ ਸਾਰੇ ਬੱਚਿਆਂ ਵਾਸਤੇ ਕੀ ਹੋ ਜਾਣ, ਯੂਜ਼ਫੁਲ ਹੋ ਜਾਣ, ਸਾਰੀਆਂ ਸਕਿੱਲਸ ਉਹਦੇ ਨਾਲ ਕੀ ਹੋ ਜਾਣ, ਬੈਟਰ ਹੋ ਜਾਣ। ਜਿਵੇਂ ਹੁਣ ਬੱਚੇ ਨੂੰ ਅਸੀਂ ਲੈਬ ਦੇ ਵਿੱਚ ਲੈ ਕੇ ਜਾਂਦੇ ਹਾਂ, ਤਾਂ ਬੱਚਾ ਉੱਥੇ ਦੇਖੋ ਟੀਚਰ, ਹੁਣ ਆਪਾਂ ਦੱਸਦੇ ਹਾਂ ਕਿ ਬੱਚੇ ਇੱਦਾਂ ਅਸੀਂ ਵਰਕ ਕਰਨਾ, ਇੱਦਾਂ ਐਕਸਪੈਰੀਮੈਂਟ ਹੁੰਦਾ, ਤਾਂ ਬੱਚਾ ਸੁਣਦਾ ਹੈਗਾ। ਉਸ ਤੋਂ ਬਾਅਦ ਜਦੋਂ ਬੱਚਾ ਖੁਦ ਕਰ ਰਿਹਾ ਆਪਣੇ ਹੱਥ ਦੇ ਨਾਲ, ਬੱਚਾ ਬੋਲ ਰਿਹਾ ਹੈਗਾ, ਹੈ ਨਾ, ਤਾਂ ਬੱਚਾ ਉਹ 'ਚ ਐਕਸਪੈਰੀਮੈਂਟ ਜਿਹੜਾ ਉਹਦਾ ਆਪਾਂ ਕਹਿੰਦੇ ਹਾਂ ਕਿ ਤੁਸੀਂ ਨੋਟ ਕਰੋ, ਰੀਡ ਕਰ ਰਿਹਾ ਹੈਗਾ, ਕੁਛ ਉਹਦੇ ਬਾਰੇ ਪੜ੍ਹ ਰਿਹਾ, ਰਾਈਟ ਕਰ ਰਿਹਾ, ਤਾਂ ਸਾਰੀਆਂ ਸਕਿੱਲਸ ਬੱਚੇ ਦੀਆਂ ਕੀ ਹੋਣਗੀਆਂ, ਡਿਵੈਲਪ ਹੋਣਗੀਆਂ। ਠੀਕ ਹੈ, ਬੱਚੇ ਨੂੰ ਐਕਟੀਵਿਟੀਜ਼ ਦੇ ਨਾਲ ਬੱਚਾ ਕੀ ਹੁੰਦਾ, ਜ਼ਿਆਦਾ ਤੋਂ ਜ਼ਿਆਦਾ ਵਧੀਆ ਤਰੀਕੇ ਨਾਲ ਕੀ ਹੋ ਜਾਂਦਾ ਹੈਗਾ, ਡਿਵੈਲਪ ਹੋ ਜਾਂਦਾ ਹੈ। ਉਸ ਤੋਂ ਬਾਅਦ ਟੀਚਿੰਗ ਅਪਰੋਚਸ ਕਿਹੜੀਆਂ ਨੇ, ਟੀਚਰ ਸ਼ੁੱਡ ਗਿਵ ਕੌਨਕਰੀਟ ਐਂਡ ਵੈਲੂਏਬਲ ਐਗਜ਼ਾਮਪਲਸ। ਮਤਲਬ ਟੀਚਰ ਨੂੰ ਇੱਦਾਂ ਦੀਆਂ ਐਗਜ਼ਾਮਪਲ ਦੇਣੀਆਂ ਚਾਹੀਦੀਆਂ ਨੇ ਕਿ ਜਿਹੜੀਆਂ ਕੌਨਕਰੀਟ ਹੋਣ। ਹੁਣ ਜਿਵੇਂ ਟੀਚਰ ਪੜ੍ਹਾ ਰਿਹਾ ਹੈਗਾ ਕਿ ਲਿਵਿੰਗ ਇਹ ਚੀਜ਼ਾਂ ਜੀਵਤ ਹੁੰਦੀਆਂ ਨੇ, ਨੋਨ ਲਿਵਿੰਗ ਨੇ ਜਿਹੜੀਆਂ ਗੈਰ ਜੀਵਤ ਹੁੰਦੀਆਂ ਨੇ, ਹੈ ਨਾ, ਜਿਉਂਦੀਆਂ ਨਹੀਂ ਹੁੰਦੀਆਂ। ਤਾਂ ਉਹ ਟੀਚਰ ਦੇਖੋ ਹੁਣ ਬੱਚੇ ਨੂੰ ਦਿਖਾ ਸਕਦਾ ਹੈਗਾ, ਉਹਦੇ ਸਾਹਮਣੇ ਹੈਗਾ ਟੇਬਲ ਹੈ, ਟੀਚਰ ਕਹਿ ਸਕਦਾ ਕਿ ਬੱਚੇ ਇਹ ਨੋਨ ਲਿਵਿੰਗ ਹੈਗਾ, ਤੁਸੀਂ ਇਹਨੂੰ ਹੱਥ ਲਾ ਕੇ ਦੇਖੋ ਨਾ, ਇਹ ਸਾਹ ਨਹੀਂ ਲੈ ਰਿਹਾ, ਇਹਦੀ ਬੋਡੀ ਦੇ ਵਿੱਚ ਕੋਈ ਸੈੱਲ ਨਹੀਂ ਹੈਗਾ, ਇਹ ਵੱਡਾ ਨਹੀਂ ਹੋ ਰਿਹਾ, ਸਾਈਜ਼ ਗਰੋ ਨਹੀਂ ਕਰ ਰਿਹਾ, ਰੈਸਪਾਇਰ ਨਹੀਂ ਕਰ ਰਿਹਾ ਹੈਗਾ। ਤਾਂ ਦੂਸਰੇ ਪਾਸੇ ਤੁਸੀਂ ਕਹਿ ਸਕਦੇ ਹੋ ਉਹਨੂੰ ਇੱਕ ਪੌਦਾ ਦਿਖਾ ਸਕਦੇ ਹੋ ਕਿ ਇਹ ਦੇਖੋ, ਇਹ ਅੱਜ ਛੋਟਾ ਜਿਹਾ ਹੈਗਾ, ਹੈ ਨਾ, ਇਹ ਆਪਣੇ ਪੱਤਿਆਂ ਦੀ ਮੂਵਮੈਂਟ ਕਰ ਰਿਹਾ, ਇਹ ਫੋਟੋਸਿੰਥੇਸਿਸ ਕਰ ਰਿਹਾ ਹੈਗਾ, ਇਸ ਕੱਲ੍ਹ ਨੂੰ ਇਹਦਾ ਸਾਈਜ਼ ਵੀ ਵੱਡਾ ਹੋਊਗਾ। ਤਾਂ ਤੁਸੀਂ ਕੌਨਕਰੀਟ ਮਟੀਰੀਅਲ, ਇਹ ਜਿਹਾ ਮਟੀਰੀਅਲ ਜਿਹਨੂੰ ਬੱਚਾ ਆਪਣੇ ਹੱਥ ਨਾਲ ਛੂਹ ਸਕਦਾ, ਦੇਖ ਸਕਦਾ, ਮਤਲਬ ਇੱਦਾਂ ਦੀਆਂ ਐਗਜ਼ਾਮਪਲਸ ਦਿਓ। ਠੀਕ ਹੈ,
बिफोर प्रोसीडिंग टू abstract concept by way of a simple and easy step at pace in the line with the learning abilities to pupil। ਮਤਲਬ ਬਸ ਇੱਦਾਂ ਹੀ ਕਿ ਹੈਗਾ ਕਿ ਬੱਚੇ ਨੂੰ ਇੱਦਾਂ ਦਾ ਮਟੀਰੀਅਲ ਦਿਓ ਕਿ ਉਹ ਆਪਣੇ ਹੱਥ ਦੇ ਨਾਲ ਉਸ ਚੀਜ਼ ਨੂੰ ਛੂਹ ਸਕਦਾ ਹੈ, ਅੰਡਰਸਟੈਂਡ ਕਰ ਸਕਦਾ, ਆਪਣੇ ਦਿਮਾਗ ਦੇ ਵਿੱਚ ਇਮੈਜੀਨੇਸ਼ਨ ਉਹਨੂੰ ਕਰਨ ਦੀ ਬਜਾਏ। ਹੁਣ ਆਪਾਂ ਕਿਸੇ ਬੱਚੇ ਨੂੰ ਸਮਝਾ ਰਹੇ ਹੋ ਕਿ ਇਹ ਲਿਵਿੰਗ ਹੁੰਦੀਆਂ ਨੇ, ਇਹ ਨੋਨ ਲਿਵਿੰਗ ਚੀਜ਼ਾਂ ਨੇ, ਮੰਨ ਲਓ ਇੱਦਾਂ ਪੜ੍ਹਾ ਰਹੇ ਆ, ਤਾਂ ਆਪਣੇ ਬੱਚੇ ਦਿਮਾਗ ਦੇ ਵਿੱਚ ਸੋਚ ਰਿਹਾ ਕਿ ਹਾਂ ਇੱਦਾਂ ਉਹਨੂੰ ਭੁੱਲ ਜੂਗਾ। ਪਰ ਜਦੋਂ ਅਸੀਂ ਕੌਨਕਰੀਟ ਉਹਦੇ ਸਾਹਮਣੇ ਲੈ ਕੇ ਆਏ ਉਹ ਚੀਜ਼ਾਂ ਨੂੰ, ਤਾਂ ਉਹ ਬੱਚੇ ਨੂੰ ਕੀ ਹੁੰਦਾ, ਲੰਬੇ ਟਾਈਮ ਤੱਕ ਉਹ ਚੀਜ਼ ਨੂੰ ਯਾਦ ਕਰ ਸਕਦਾ ਹੈ। ਪ੍ਰੋਵਾਈਡ ਕਲੀਅਰ ਇੰਸਟਰਕਸ਼ਨਸ, pupils with learning difficulties are less competent in learning written language, therefore teachers should give pupils short and clear। ਮਤਲਬ ਹੁਣ ਮੰਨ ਲਓ ਲੈਬ ਦੇ ਵਿੱਚ ਅਸੀਂ ਸਾਇੰਸ ਲੈਬ ਦੇ ਵਿੱਚ ਬੱਚੇ ਨੂੰ ਲੈ ਕੇ ਜਾਂਦੇ ਹਾਂ, ਤਾਂ ਉੱਥੇ ਜਿਹੜਾ ਪਿਊਪਲ ਹੈਗਾ ਸਾਡਾ ਉਹਨੂੰ ਕੀ ਕਰਦੇ ਹਾਂ, ਅਸੀਂ ਥੋੜ੍ਹੀਆਂ ਜਿਹੀਆਂ ਇੰਸਟਰਕਸ਼ਨਸ ਦੇ ਦਿੰਦੇ ਹਾਂ, ਹੈ ਨਾ, ਮਤਲਬ ਫਟਾਫਟ ਛੋਟੀਆਂ ਜਿਹੀਆਂ ਇੰਸਟਰਕਸ਼ਨਸ ਦੇ ਦਿੰਦੇ ਹਾਂ ਕਿ ਇੱਦਾਂ ਤੁਸੀਂ ਕੈਮੀਕਲਸ ਯੂਜ਼ ਕਰਨੇ ਨੇ, ਇੱਦਾਂ ਇਹ ਐਕਸਪੈਰੀਮੈਂਟ ਕਰਨਾ ਹੈ, ਤਾਂ ਬੱਚਾ ਉਹ ਕਰਦੇ ਕਰਦੇ ਬਹੁਤ ਮਤਲਬ ਛੇਤੀ ਹੀ ਕੀ ਕਰਦਾ, ਭੁੱਲ ਜਾਂਦਾ ਹੈ। ਤਾਂ ਇਸ ਤੋਂ ਚੰਗਾ ਇਹ ਹੈਗਾ ਕਿ ਹੁਣ ਮੰਨ ਲਓ ਸਾਡੀ ਅੱਜ ਦੀ ਕਲਾਸ ਹੈਗੀ, ਹੈ ਨਾ, ਤਾਂ ਅਸੀਂ ਕੱਲ੍ਹ ਨੂੰ ਬੱਚੇ ਨੂੰ ਲੈਬ ਦੇ ਵਿੱਚ ਲੈ ਕੇ ਜਾਣਾ, ਤਾਂ ਅੱਜ ਦੀ ਕਲਾਸ ਦੇ ਵਿੱਚ ਉਹ ਬੱਚੇ ਨੂੰ ਕਲੀਅਰ ਇੰਸਟਰਕਸ਼ਨ ਦੇ ਦਿਓ ਕਿ ਇੱਦਾਂ ਇੱਦਾਂ ਤੁਸੀਂ ਕਰਨੇ, ਇੱਦਾਂ ਕੈਮੀਕਲਸ ਨੂੰ ਹੱਥ ਨਹੀਂ ਲਾਉਣਾ ਮੇਰੇ ਤੋਂ ਬਿਨਾਂ ਪੁੱਛੇ, ਹੈ ਨਾ, ਮਤਲਬ ਇੱਦਾਂ ਸਟੈਪ ਬਾਈ ਸਟੈਪ ਫੋਲੋ ਕਰਨਾ ਹੈਗਾ, ਕੈਮੀਕਲਸ ਖਤਰਨਾਕ ਹੁੰਦੇ ਨੇ, ਪੂਰੀਆਂ ਇੰਸਟਰਕਸ਼ਨਸ ਦੇਤੀਆਂ, ਪੂਰਾ ਮਤਲਬ ਲੰਬੇ ਤਰੀਕੇ ਨਾਲ ਬਿਲਕੁਲ ਕਲੀਅਰ ਕਰਨਾ ਹੈਗਾ ਬੱਚੇ ਨੂੰ, ਸਾਰਾ ਕੰਸੈਪਟ ਪਤਾ ਲੱਗ ਗਿਆ ਰਜੇ। ਤਾਂ ਜਿਸ ਦੇ ਨਾਲ ਕੀ ਹੈਗਾ, ਬੱਚੇ ਦੇ ਦਿਮਾਗ ਦੇ ਵਿੱਚ ਜਿਹੜਾ ਉਹ ਕਨਸੈਪਟ ਹੈ ਉਹ ਬਿਲਕੁਲ ਚੰਗੇ ਤਰੀਕੇ ਨਾਲ ਕੀ ਹੋ ਜਾਊਗਾ, ਕਲੀਅਰ ਹੋ ਜਾਊਗਾ। ਤਾਂ ਸਟ੍ਰੈਟੇਜੀ ਰੈਮੀਡੀਅਲ ਟੀਚਰ ਦੀ ਇੰਡੀਵਿਜੂਅਲ ਐਜੂਕੇਸ਼ਨ ਪ੍ਰੋਗਰਾਮ IEP, ਇਸ ਦੀ ਫੁੱਲ ਫਾਰਮ ਵੀ ਪੁੱਛੀ ਹੈ ਕਿਸੇ ਪੇਪਰ ਦੇ ਵਿੱਚ ਆਇਆ ਹੋਇਆ ਇਹ ਕੁਐਸਚਨ। IEP ਦੀ ਫੁੱਲ ਫਾਰਮ ਇੰਡੀਵਿਜੂਅਲ ਐਜੂਕੇਸ਼ਨ ਪ੍ਰੋਗਰਾਮ। ਟੂ ਫੁਲਫਿਲ ਦੀ ਲਰਨਿੰਗ ਨੀਡਸ ਆਫ ਇੰਡੀਵਿਜੂਅਲ ਪੀਪਲ ਦਾ IEP ਏਮਸ ਟੂ ਰੀਇਨਫੋਰਸ ਦੀ ਫਾਊਂਡੇਸ਼ਨ ਆਫ ਲਰਨਿੰਗ, ਹੈਲਪ ਪੀਪਲਸ ਓਵਰਕਮ ਦੇਅਰ ਲਰਨਿੰਗ ਐਂਡ ਡਿਫੀਕਲਟੀਜ਼। ਮਤਲਬ ਬੱਚਿਆਂ ਨੂੰ ਜਿਹੜੀਆਂ ਕੋਈ ਲਰਨਿੰਗ ਦੇ ਵਿੱਚ ਕਿਸੇ ਵੀ ਚੀਜ਼ ਨੂੰ ਸਮਝਣ ਦੇ ਵਿੱਚ, ਪੜ੍ਹਨ ਦੇ ਵਿੱਚ, ਸਿੱਖਣ ਦੇ ਵਿੱਚ ਕੋਈ ਡਿਫੀਕਲਟੀਜ਼ ਆਉਂਦੀ ਸੀ, ਸਾਨੂੰ ਉਹਨੂੰ ਓਵਰਕਮ ਕਰਨਾ ਚਾਹੀਦਾ ਹੈਗਾ, ਠੀਕ ਹੈ। ਮਤਲਬ ਸਾਨੂੰ ਉਹ ਡਿਫੀਕਲਟੀ ਹੈ ਜਿਹੜੀ ਉਹਨੂੰ ਕਲੀਅਰ ਕਰਨਾ ਚਾਹੀਦਾ, ਸਾਨੂੰ ਲੱਭਣਾ ਚਾਹੀਦਾ ਕਿ ਬੱਚੇ ਨੂੰ ਕਿੱਥੇ ਪ੍ਰੋਬਲਮ ਆ ਰਹੀ ਹੈ, ਜਾਂ ਬੱਚੇ ਨੂੰ ਸਾਨੂੰ ਰੀਇਨਫੋਰਸ ਕਰਨਾ ਚਾਹੀਦਾ ਹੈ, ਮੋਟੀਵੇਟ ਕਰਨਾ ਚਾਹੀਦਾ ਸਿੱਖਣ ਵਾਸਤੇ, ਸਮਝਣ ਵਾਸਤੇ। ਤਾਂ ਠੀਕ ਹੈ ਰਾਜੇ, ਇਸ ਪ੍ਰੋਗਰਾਮ ਦਾ ਜਿਹੜਾ ਇਹ ਮੋਟਿਵ ਸੀ। ਪੀਅਰ ਸਪੋਰਟ ਪ੍ਰੋਗਰਾਮ। ਪੀਅਰ ਸਪੋਰਟ ਪ੍ਰੋਗਰਾਮ ਹੈਲਪ ਪੀਪਲ ਟੂ ਰੀਇਨਫੋਰਸ ਦੇਅਰ ਨੌਲੇਜ ਐਂਡ ਡਿਵੈਲਪ ਕਮਿਊਨੀਕੇਸ਼ਨ, ਬੱਚਿਆਂ ਦੇ ਵਿੱਚ ਵਧੀਆ ਹੋਵੇ, ਕੋਆਪਰੇਸ਼ਨ ਸਕਿੱਲ ਬੱਚੇ ਦੂਜਿਆਂ ਦੇ ਆ, ਐਜ਼ ਵੈਲ ਐਜ਼ ਦਾ ਗੁੱਡ ਇੰਟਰਪਰਸਨਲ ਰਿਲੇਸ਼ਨਸ਼ਿਪ। ਮਤਲਬ ਪੀਅਰ ਨੂੰ ਸਾਨੂੰ ਸਪੋਰਟ ਪ੍ਰੋਗਰਾਮ ਇੱਦਾਂ, ਇਹ ਪ੍ਰੋਗਰਾਮ ਦਾ ਇਹ ਮਕਸਦ ਸੀ ਕਿ ਜਿਹੜੇ ਸਕੂਲ ਦੇ ਵਿੱਚ ਪੂਰੇ ਬੱਚੇ ਬੈਠੇ ਨੇਗੇ ਉਹ ਆਪਣੇ ਫਰੈਂਡਸ ਦੇ ਨਾਲ ਵਧੀਆ ਤਰੀਕੇ ਨਾਲ ਗੱਲਬਾਤ ਕਰਨ, ਹੈ ਨਾ, ਇੰਟਰਪਰਸਨਲ ਹੋਣ, ਦੂਸਰਿਆਂ ਦੀਆਂ ਭਾਵਨਾਵਾਂ ਨੂੰ ਸਮਝਣ, ਦੂਸਰਿਆਂ ਦੇ ਵਿਚਾਰਾਂ ਨੂੰ ਸਮਝਣ, ਵਧੀਆ ਤਰੀਕੇ ਨਾਲ ਕੀ ਕਰਨ, ਆਪਣਾ ਕਮਿਊਨੀਕੇਸ਼ਨ ਕਰਨ। ਰਿਵਾਰਡ ਸਕੀਮ ਟੂ ਮੋਟੀਵੇਟ ਪੀਪਲ, ਬੱਚਿਆਂ ਨੂੰ ਮੋਟੀਵੇਟ ਕਰਨ ਵਾਸਤੇ, ਠੀਕ ਹੈ, ਟੀਚਰ ਨੇ ਜਿਹੜਾ ਇੰਪਲੀਮੈਂਟ ਕਰ ਸਕਦਾ ਰਿਵਾਰਡ ਸਕੀਮ ਵਿਦ ਫੋਕਸ ਔਨ ਗਾਈਡਿੰਗ ਪੀਪਲਸ ਟੂ ਸੈਟ ਦੇਅਰ ਓਨ ਆਬਜੈਕਟਿਵ ਐਂਡ ਪਲੈਨਸ। ਮਤਲਬ ਇੱਦਾਂ ਅਸੀਂ ਕਹਿ ਸਕਦੇ ਹਾਂ ਕਿ ਬੱਚੇ ਆਪਣੇ ਆਈਡੀਆਜ਼ ਦੇ ਨਾਲ, ਆਪਣੇ ਪਲੈਨਸ ਦੇ ਨਾਲ ਨਵਾਂ ਕੁਝ ਕ੍ਰੀਏਟ ਕਰਨ, ਜਿਸ ਦੇ ਨਾਲ ਕੀ ਹੈਗਾ, ਬੱਚੇ ਨੂੰ ਰਿਵਾਰਡ ਦਿੱਤਾ ਜਾਵੇਗਾ, ਠੀਕ ਹੈ, ਜਿਸ ਦੇ ਨਾਲ ਅਸੀਂ ਬੱਚੇ ਦੀ ਜਿਹੜੀ ਮੋਟੀਵੇਸ਼ਨ ਨੂੰ ਕੀ ਕਰ ਸਕਦੇ ਹਾਂ, ਵਧਾ ਸਕਦੇ ਹਾਂ। ਤਾਂ ਦੇਖੋ ਰਾਜੇ, ਇਹ ਸੀ ਸਾਡੀ ਅੱਜ ਦੀ ਜਿਹੜੀ ਕਲਾਸ ਇੰਗਲਿਸ਼ ਦੀ, ਅੱਜ ਦੀ ਇੱਥੇ ਹੀ ਕਲਾਸ ਸਾਡੀ ਪੂਰੀ ਹੁੰਦੀ ਹੈਗੀ, ਠੀਕ ਹੈ, ਜਿਸ ਦੇ ਵਿੱਚ ਅਸੀਂ ਕੀ ਕੀਤਾ, ਪੂਰੀ ਤੁਹਾਡੀ ਇੰਗਲਿਸ਼ ਪੈਡਾਗੋਜੀ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇਕਰ ਤੁਹਾਡਾ ਕੋਈ ਵੀ ਹੋਰ ਕਨਸੈਪਟ ਰਹਿ ਗਿਆ ਹੋਊਗਾ ਤਾਂ ਅਸੀਂ ਉਸ ਦੇ ਵਾਸਤੇ ਇੱਕ ਹੋਰ ਨਵੀਂ ਕਲਾਸ ਲੈ ਕੇ ਜ਼ਰੂਰ ਆਵਾਂਗੇ, ਠੀਕ ਹੈ। ਤਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਅੱਜ ਦੀ ਕਲਾਸ ਵਧੀਆ ਲੱਗੀ ਹੋਊਗੀ। ਜੇਕਰ ਤੁਹਾਨੂੰ ਕਲਾਸ ਵਧੀਆ ਲੱਗੀ ਤਾਂ ਤੁਸੀਂ ਕਲਾਸ ਨੂੰ ਲਾਈਕ, ਸਬਸਕ੍ਰਾਈਬ, ਸ਼ੇਅਰ ਜ਼ਰੂਰ ਕਰਕੇ ਜਾਇਆ ਕਰੋ, ਠੀਕ ਹੈ, ਅਤੇ ਆਪਣੇ ਫਰੈਂਡਸ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ। ਜੇਕਰ ਤੁਸੀਂ ਕਿਸੇ ਹੋਰ ਸਬਜੈਕਟ ਦੀ ਥਿਊਰੀ ਕਲਾਸ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ, ਠੀਕ ਹੈ। ਅਤੇ ਜੇਕਰ ਤੁਸੀਂ ਇਸ ਕਲਾਸ ਦੀ PDF ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਟੈਲੀਗ੍ਰਾਮ ਗਰੁੱਪ 'ਤੇ ਜੁਆਇਨ ਕਰ ਸਕਦੇ ਹੋ, ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ, ਠੀਕ ਹੈ। ਤੁਸੀਂ ਟੈਲੀਗ੍ਰਾਮ ਦੇ ਸਰਚ ਆਈਕਨ ਵਿੱਚ ਜਾ ਕੇ ਗੁਰੀਜ਼ ਲਰਨਿੰਗ ਹੱਬ ਨੂੰ ਸਰਚ ਕਰ ਸਕਦੇ ਹੋ ਅਤੇ ਸਾਡੇ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ। ਅਤੇ ਜੇਕਰ ਤੁਹਾਡਾ ਕੋਈ ਕੁਐਸਚਨ ਹੈ, ਤੁਹਾਡੀ ਕੋਈ ਇਨਕੁਆਇਰੀ ਹੈਗੀ, ਤਾਂ ਤੁਸੀਂ ਸਾਨੂੰ ਇੰਸਟਾਗ੍ਰਾਮ ਹੈਂਡਲ 'ਤੇ ਵੀ ਸਰਚ ਕਰ ਸਕਦੇ ਹੋ ਅਤੇ ਸਾਨੂੰ ਜੁਆਇਨ ਕਰ ਸਕਦੇ ਹੋ ਗੁਰੀਜ਼ ਲਰਨਿੰਗ ਹੱਬ ਦੇ ਨਾਮ 'ਤੇ, ਜਿਹੜੀ ਸਾਡੀ ਇੰਸਟਾਗ੍ਰਾਮ ਹੈਂਡਲ ਬਣਿਆ ਹੋਏਗਾ, ਠੀਕ ਹੈ ਰਾਜੇ। ਜੇਕਰ ਤੁਹਾਨੂੰ ਕਲਾਸ ਵਧੀਆ ਲੱਗਦੀ ਹੈਗੀ ਤਾਂ ਆਪਣੇ ਫਰੈਂਡ ਨਾਲ ਜ਼ਰੂਰ ਸ਼ੇਅਰ ਕਰਿਓ, ਲਾਈਕ ਜ਼ਰੂਰ ਕਰਕੇ ਜਾਇਓ। ਧੰਨਵਾਦ।